ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾ। ਸ਼ਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਦਿ ਗੁਰ ਏਲਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਸੰਗਤਾਂ ਜੋ ਵੀ ਨਿਤ ਦੇ ਬਣੇ ਹੋਏ ਨਿਯਮ ਅਨੁਸਾਰ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਦਾ ਆਨੰਦ ਮਾਣਦੇ ਹੋ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਏ। ਗਰੀਬ ਨਿਵਾਜ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਜਿਸ ਦੀ ਕਥਾ 52 ਅੱਖਰੀ ਦੀ ਕੱਲ ਸੰਪੂਰਨ ਹੋਈ ਹੈ। 52 ਅੱਖਰੀ ਦੇ ਉਚਾਰਨ ਦਾ ਕਾਰਨ ਜੋ ਪੰਡਤ ਦੇ ਪ੍ਰਥਾਏ ਜੋ ਕੰਸੀ ਦਾ ਪੜ੍ਹਿਆ ਹੋਇਆ ਵਿਦਵਾਨ ਸੀ, 52 ਅੱਖਰਾਂ ਦੇ ਸਿਧਾਂਤ ਅਨੁਸਾਰ ਉਹਨੇ ਵਿਚਾਰ ਪੁੱਛਣਾ ਕੀਤੀ ਸੀ। ਮਾਤਾ ਗੰਗਾ ਜੀ ਨੂੰ ਲੋਕ ਪਰਲੋਕ ਦਾ ਕੀਮਤੀ ਗਹਿਣਾ ਰੂਪ ਤੇ 108 ਮਣਕਿਆਂ ਦੀ ਤਰ੍ਹਾਂ ਸ਼ਬਦਾਂ ਨੂੰ ਕਿਵੇਂ ਮੰਗਲਾਂ ਦੇ ਉਹਨਾਂ ਸ਼ਬਦਾਂ ਨੂੰ ਵੱਖਰੇ ਕਰਕੇ ਕਿਸ ਤਰ੍ਹਾਂ ਇਹ ਸ਼ਲੋਕ 108 ਬਣਦੇ ਹੈ, ਉਹ ਸਾਰੀਆਂ ਵਿਚਾਰੀਆਂ ਤੇ ਕਿਵੇਂ ਇਸ ਬਾਣੀ ਨੇ ਉਦਾਸੀ ਮਹਾਂਪੁਰਸ਼ ਰਾਮ ਦਿੱਤਾ ਜੀ ਵਰਗਿਆਂ ਨੇ ਕੋੜ ਹਟਾ ਦਿੱਤਾ ਸੀ 21 ਦਿਨਾਂ ਵਿੱਚ। ਉਹ ਗੁਰਸਿੱਖਾਂ ਦੇ ਨਿਤਨੇਮ ਦੀ ਬਾਣੀ ਬਣੀ। ਬਹੁਤ ਸਾਰੇ ਗੁਰਸਿੱਖ ਜੋ 5 ਬਾਣੀਆਂ ਜਿਹੜੀਆਂ 5 ਗ੍ਰੰਥੀ ਵਾਲੀਆਂ ਉਹਦਾ ਵੀ ਨਿਤਨੇਮ ਕਰਦੇ ਸੀ। ਇਹਦੀ ਵਿਚਾਰ ਪਿੱਛੇ ਹੋ ਚੁੱਕੀ ਹੈ। ਹੁਣ ਅੱਜ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਦੇ ਅਰਥ ਆਰੰਭ ਹੋਣੇ ਹੈ। ਸ਼ੁਰੂ ਦੇ ਵਿੱਚ ਕੁਝ ਗੱਲਾਂ ਬਹੁਤ ਜ਼ਰੂਰੀ ਹੁੰਦੀਆਂ, ਇਸ ਕਰਕੇ ਸੁਖਮਨੀ ਸਾਹਿਬ ਬਾਰੇ ਵੀ ਕੁਝ ਮੁੱਢਲੀ ਵਿਚਾਰ। ਵੈਸੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਦੀ ਸਾਰੀ ਬਾਣੀ ਹੀ ਸਮੁੱਚੇ ਰੂਪ ਦੇ ਵਿੱਚ ਕਲਿਆਣਕਾਰੀ ਹੈ। ਅੱਖਰ ਅੱਖਰ ਦੇ ਵਿੱਚ ਪਰਮੇਸ਼ਰ ਦਾ ਨਾਮ ਪਰੋਇਆ ਪਿਆ ਹੈ। ਪ੍ਰੇਮਾ ਭਗਤੀ ਦੇ ਨਾਲ ਸਿਮਿਲਤ ਹੈ। ਪ੍ਰੇਮਾ ਭਗਤੀ ਦੇ ਵਿੱਚ ਐਨ ਗੁੜਚ ਹੋਈ ਵੀ ਬਾਣੀ ਹੈ। ਫਿਰ ਵੀ ਕੁਝ ਬਾਣੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਵਿਸ਼ੇਸ਼ ਹਨ, ਸਿੱਖ ਜਗਤ ਦੇ ਵਿੱਚ ਵੱਖਰੀ ਪਹਿਚਾਣ ਰੱਖਦੀਆਂ। ਜਿਵੇਂ ਜਪਜੀ ਸਾਹਿਬ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਥਮ ਬਾਣੀ ਹੈ, ਬ੍ਰਹਮ ਗਿਆਨ ਦੀ ਦਾਤੀ ਹੈ ਤੇ ਇਸ ਦਾ ਮਹਾਤਮ ਤੇ ਮਹੱਤਤਾ ਇੱਕ ਵੱਖਰਾ ਸਥਾਨ ਰੱਖਦੀ ਹੈ ਸਿੱਖ ਜਗਤ ਵਿੱਚ। ਇਸੇ ਤਰ੍ਹਾਂ ਸ੍ਰੀ ਸੁਖਮਨੀ ਸਾਹਿਬ ਉਹ ਵੀ ਇੱਕ ਵੱਖਰਾ ਸਥਾਨ ਰੱਖਦੀ ਹੈ। ਆਸਾ ਦੀ ਵਾਰ ਹੈ, ਅੰਮ੍ਰਿਤ ਵੇਲੇ ਉਸੇ ਦਾ ਕੀਰਤਨ ਹੋਏਗਾ। ਰਹਿ ਰਾਸ ਹੈ, ਸ਼ਾਮ ਦੇ ਟਾਈਮ ਉਸੇ ਦਾ ਹੀ ਨਿਤਨੇਮ ਹੋਏਗਾ। 16 ਨਾਮ ਦੀ ਬਾਣੀ ਹੈ, ਕੀਰਤਨ 16 ਸੌਣ ਲੱਗੇ ਪੜ੍ਹਿਆ ਜਾਏਗਾ। ਇਸੇ ਤਰ੍ਹਾਂ ਕੁਝ ਬਾਣੀਆਂ ਦੀ ਆਪਣੀ ਆਪਣੀ ਮਹੱਤਤਾ ਹੈ। ਸ੍ਰੀ ਸੁਖਮਨੀ ਸਾਹਿਬ ਗੁਰਸਿੱਖਾਂ ਦੇ ਹਿਰਦੇ 'ਚ ਵਿਸ਼ੇਸ਼ ਸਥਾਨ ਹੈ। ਇਸ ਬਾਣੀ ਦਾ ਇਹ ਇੱਕ ਐਸੀ ਬਾਣੀ ਹੈ ਕਿ ਸਮੁੱਚੇ ਸੰਸਾਰ ਦੇ ਕੋਨੇ-ਕੋਨੇ ਵਿੱਚ ਜਿੱਥੇ ਗੁਰੂ ਕੇ ਸਿੱਖ ਰਹਿੰਦੇ ਹੈ, ਇਸ ਬਾਣੀ ਨਾਲ ਕਿੰਨਾ ਸਨੇਹ ਕਰਦੇ ਹੈ। ਤੇ ਭਾਵੇਂ ਉਹ ਪਿੰਡਾਂ ਵਿੱਚ ਰਹਿੰਦੇ ਹੈ, ਸ਼ਹਿਰਾਂ ਵਿੱਚ ਰਹਿੰਦੇ ਹੈ, ਕਸਬਿਆਂ ਵਿੱਚ ਰਹਿੰਦੇ ਹੈ, ਦੇਸਾਂ ਪ੍ਰਦੇਸਾਂ ਵਿੱਚ ਰਹਿੰਦੇ ਹੈ, ਉਹਨਾਂ ਨੇ ਸੁਖਮਨੀ ਸਾਹਿਬ ਦੇ ਨਾਂ ਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਬਣਾਈਆਂ ਹੋਈਆਂ। ਆਸਾ ਦੀ ਵਾਰ ਦੇ ਨਾਂ ਤੇ ਕੋਈ ਸੁਸਾਇਟੀ ਨਹੀਂ ਹੈ, ਜਪਜੀ ਸਾਹਿਬ ਤੇ ਨਹੀਂ ਹੈ, ਹੋਰ ਕਿਸੇ ਬਾਣੀਆਂ ਤੇ ਨਹੀਂ। ਇਹਦਾ ਕੀ ਕਾਰਨ ਹੈ? ਇਹ ਬਾਣੀ ਦੀ ਇੱਕ ਵੱਖਰਾ ਸਥਾਨ ਹੈ ਗੁਰਸਿੱਖਾਂ ਦੇ ਹਿਰਦੇ ਵਿੱਚ, ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਐਸਾ ਹੀ ਮਹਾਤਮੇ ਦਾ ਦੱਸਿਆ ਹੈ। ਸੋ ਇਸ ਕਰਕੇ ਜੀਵਨ ਦਾ ਇੱਕ ਅੰਗ ਸਮਝਿਆ ਜਾਂਦਾ ਹੈ ਸੁਖਮਨੀ ਸਾਹਿਬ ਦੀ ਬਾਣੀ ਨੂੰ।
ਔਰ ਇਹ ਪਹਿਲੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਿਸ ਪੱਖ ਤੋਂ ਕਿ ਜਿਸ ਬਾਣੀ ਦਾ ਮਹਾਤਮ, ਬਾਣੀ ਦੇ ਪੜ੍ਹਨ ਦਾ ਫਲ ਗੁਰੂ ਸਾਹਿਬਾਨ ਨੇ ਬਾਣੀ ਦੇ ਵਿੱਚ ਹੀ ਲਿਖ ਦਿੱਤਾ ਹੋਵੇ, ਇਸ ਪੱਖੋਂ ਪਹਿਲੀ ਬਾਣੀ ਹੈ। ਇਸ ਕਰਕੇ ਜਦੋਂ ਅਸੀਂ ਇਸ ਬਾਣੀ ਨੂੰ ਧਿਆਨ ਨਾਲ ਪੜ੍ਹਾਂਗੇ, ਪੜ੍ਹਦੇ ਪੜ੍ਹਦੇ 24ਵੀਂ ਅਸ਼ਟਪਦੀ ਤੇ ਜਾਵਾਂਗੇ ਤਾਂ 24ਵੀਂ ਅਸ਼ਟਪਦੀ ਵਿੱਚ ਬੇਅੰਤੀ ਮਹਾਤਮ ਲਿਖਿਆ ਸੁਖਮਨੀ ਸਾਹਿਬ ਦਾ। ਪਰ ਜਦੋਂ ਅਸੀਂ 24ਵੀਂ ਅਸ਼ਟਪਦੀ ਦੀ 6ਵੀਂ ਪੌੜੀ ਉਹਨੂੰ ਧਿਆਨ ਨਾਲ ਪੜ੍ਹਾਂਗੇ ਤਾਂ 21 ਫਲ, ਇੱਕ ਪੌੜੀ ਦੇ 21 ਫਲ ਲਿਖੇ ਹੋਏ ਨੇ ਸੁਖਮਨੀ ਸਾਹਿਬ ਪੜ੍ਹਨ ਦੇ। ਤੋ ਇਸ ਕਰਕੇ ਉਹ ਸਾਰਾ ਵੇਰਵਾ ਜਦੋਂ 24ਵੀਂ ਅਸ਼ਟਪਦੀ ਦੀ ਕਥਾ ਆਏਗੀ ਉਸ ਵੇਲੇ ਆਪ ਜੀ ਸੁਣ ਲਓਗੇ, ਇੱਥੇ ਉਹਦੀ ਬਹੁਤੀ ਲੋੜ ਨਹੀਂ ਕਹਿਣ ਦੀ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਫਿਰ ਇਹ ਐਸੀ ਬਾਣੀ ਹੈ ਜਿਸ ਬਾਣੀ ਦਾ ਨਾਮ ਸਤਿਗੁਰਾਂ ਨੇ ਬਾਣੀ ਵਿੱਚ ਹੀ 4 ਵਾਰ ਲਿਆ ਹੈ। ਪਹਿਲਾਂ ਤਾਂ ਮੁੱਢ ਵਿੱਚ ਗੌੜੀ ਸੁਖਮਨੀ ਮਹੱਲਾ ਪੰਜਵਾ, ਇੱਥੇ ਸੁਖਮਨੀ ਨਾਮ ਆ ਗਿਆ, ਤੇ ਫਿਰ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੇ ਮਨ ਵਿਸਰਾਮ, ਇਹ ਰਹਾਉ ਵਾਲੀ ਤੁਕ ਸਾਰੀ ਸੁਖਮਨੀ ਸਾਹਿਬ ਦੀ ਇੱਕੋ ਹੀ ਰਹਾਉ ਹੈ। ਜਿਵੇਂ 52 ਅੱਖਰੀ ਵਿੱਚ ਇੱਕ ਰਹਾਉ, ਕੁਝ ਬਾਣੀਆਂ ਦੇ ਵਿੱਚ ਕਈ ਰਹਾਉ ਇੱਕ ਪਦ ਵਿੱਚ ਵੀ ਵੱਧ ਆ ਜਾਂਦੇ ਨੇ, ਉਹਦੀ ਵਿਚਾਰ ਤੁਸੀਂ ਪਿੱਛੇ ਸੁਣੀ ਹੈ 52 ਅੱਖਰੀ ਦੀ। ਤਾਂ ਫਿਰ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਹੋਤ ਨਿਧਾਨ, ਇੱਥੇ ਫਿਰ ਤੀਸਰੀ ਵਾਰ ਨਾਂ ਲਿਆ। ਸਭ ਤੇ ਊਚ ਤਾਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ, ਇਹ 4 ਵਾਰ ਸੁਖਮਨੀ 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 4 ਵਾਰ ਕਿਹਾ ਮਹਾਰਾਜ ਨੇ ਵੱਖਰੀਆਂ ਵੱਖਰੀਆਂ ਤੁਕਾਂ ਵਿੱਚ। ਸੋ ਇਸ ਕਰਕੇ ਇਸ ਬਾਣੀ ਦੇ ਕੁਝ ਵਿਸ਼ੇਸ਼, ਜਿਵੇਂ ਉਸਾਨਕਾ ਕਿੱਥੇ ਉਚਾਰਨ ਕੀਤੀ, ਕਦੋਂ ਉਚਾਰਨ ਕੀਤੀ, ਉਹ ਐਸਾ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਗੋਇੰਦਵਾਲ ਸਾਹਿਬ ਤੋਂ ਪੋਥੀਆਂ ਬਾਬੇ ਮੋਹਨ ਜੀ ਦੇ ਕੋਲੋਂ ਲੈ ਆਂਦੀਆਂ ਸਨ, ਜਿਨ੍ਹਾਂ ਦੀ ਕਥਾ ਪਿੱਛੇ ਆਪ ਜੀ ਨੇ ਸੁਣ ਲਈ, ਮੋਹਨ ਤੇਰੇ ਉੱਚੇ ਮੰਦਰ ਮਹਿਲ ਪਾਰਾ, 68 ਨਾਮੀ ਘਾਟ ਤੇ ਰਹਿਣ ਸਵਾਈ ਕੀਰਤਨ ਹੋਇਆ, ਜਿੱਥੋਂ ਰਹਿਣ ਸਵਾਈ ਕੀਰਤਨ ਦੀ ਪੰਥ ਖਾਲਸੀ ਪ੍ਰਥਾ ਚੱਲੀ। ਪੋਥੀਆਂ ਦੇ ਦਰਸ਼ਨ ਕੀਤੇ, ਫਿਰ ਹੁਕਮ ਕੀਤਾ ਕੋਈ ਇਕਾਂਤ ਜਗ੍ਹਾ ਦੇਖੀ ਜਾਏ। ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਤੇ ਇਹਨਾਂ ਨੂੰ ਮਹਾਰਾਜ ਨੇ ਹੁਕਮ ਕੀਤਾ। ਇਹ ਹੁਣ ਦੁਬਾਰੇ ਗਲਤੀ ਨਹੀਂ ਸੀ ਕਰਨੀ ਚਾਹੁੰਦੇ ਮਹਾਰਾਜ, ਜਿਹੜੀ ਤੁਹਾਨੂੰ ਪਸੰਦ ਆ ਜਾਏ ਉਹੀ ਜਗ੍ਹਾ, ਪਵਿੱਤਰ ਵੀ ਹੈ, ਠੀਕ ਹੈ ਉਹ। ਤੇ ਮਹਾਰਾਜ ਸਾਹਿਬ ਜੀ ਨੇ ਫਿਰ ਪਹਾੜ ਵਾਲੇ ਪਾਸੇ ਨੁੱਕਰ ਦੇ ਵਿੱਚ ਉੱਥੇ ਬੇਰੀ ਖੜੀ ਹੈ, ਮੰਜੀ ਸਾਹਿਬ ਬਣਿਆ ਹੋਇਆ, ਉੱਥੇ ਮਹਾਰਾਜ ਸਾਹਿਬ ਜੀ ਨੇ ਬੈਠ ਕੇ ਆਪ ਜੀ ਨਿਤਨੇਮ ਕਰਿਆ ਕਰਦੇ ਸੀ। ਨਿਤ ਬ੍ਰਹਮਾਨੰਦ ਦਾ ਕਿੰਨੀ ਦੇਰ ਤੱਕ ਬੈਠ ਕੇ ਮਹਾਰਾਜ ਸੁਖ ਲੈਂਦੇ। ਜੋ ਰਾਮਸਰ ਸਰੋਵਰ ਮਹਾਰਾਜ ਨੇ ਪ੍ਰਗਟ ਕੀਤਾ ਉਹਦੇ ਵਿੱਚ ਇਸ਼ਨਾਨ ਕਰਿਆ ਕਰਦੇ। 1660 ਬਿਕਰਮੀ ਸੰਮਤ ਵਿੱਚ ਮਹਾਰਾਜ ਸਾਹਿਬ ਜੀ ਇਹ ਕਾਰਜ ਗੁਰੂ ਗ੍ਰੰਥ ਸਾਹਿਬ ਦਾ ਆਰੰਭਿਆ ਹੋਇਆ ਹੈ। ਤੇ ਨਿਤ ਦੇ ਨਿਯਮ ਅਨੁਸਾਰ ਅੰਮ੍ਰਿਤ ਵੇਲੇ ਉੱਠਦੇ, ਇਸ਼ਨਾਨ ਕਰਦੇ, ਸਮਾਧੀ ਦੇ ਸਥਿਤ ਹੁੰਦੇ, ਗੁਰਸਿੱਖ ਵੀ ਉੱਠਦੇ। ਇੱਕ ਦਿਨ ਦੀ ਗੱਲ ਹੈ ਕਿ ਸੰਗਤਾਂ ਨੇ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ ਨੂੰ, ਜਿਹੜੇ ਨਾਮੀ ਸਿੱਖ ਸੀ, ਭਾਈ ਪੁਰਾਣਾ ਜੀ ਹੈ, ਭਾਈ ਜੇਠਾ ਜੀ ਹੈ, ਜਾਂ ਭਾਈ ਵਿਧੀ ਚੰਦ ਹਨ, ਇਹ ਕਈ ਗੁਰਸਿੱਖ ਜਿਹੜੇ ਨਾਮੀ ਸਨ, ਜੀਵਨ ਮੁਕਤ ਪੁਰਖ ਸੀ, ਕਿ ਤੁਸੀਂ ਮਿਲ ਕੇ ਗੁਰੂ ਸਾਹਿਬ ਨੂੰ ਬੇਨਤੀ ਕਰੋ। ਬਾਬਾ ਬੁੱਢਾ ਸਾਹਿਬ ਉਹਨਾਂ ਦੇ ਆਗੂ ਬਣੇ। ਭਾਈ ਗੁਰਦਾਸ ਜੀ ਜਦੋਂ ਮਹਾਰਾਜ ਸਮਾਧੀ ਤੋਂ ਉਥਾਨ ਹੋਏ ਤਾਂ ਉਸ ਵੇਲੇ ਹੱਥ ਜੋੜ ਕੇ ਬਾਬਾ ਬੁੱਢਾ ਸਾਹਿਬ ਜੀ ਖੜੇ ਨਜ਼ਰ ਆਏ। ਮਹਾਰਾਜ ਸਾਹਿਬ ਨੇ ਪੁੱਛਿਆ, ਭਾਈ ਬੁੱਢਾ ਸਾਹਿਬ ਜੀ ਕੀ ਕਾਰਨ ਹੈ, ਹੱਥ ਕਿਉਂ ਜੋੜੇ ਨਾ? ਕਹਿਣ ਲੱਗੇ, ਮਹਾਰਾਜ ਤੁਹਾਡੀਆਂ ਸੰਗਤਾਂ ਦੀ ਬੇਨਤੀ ਹੈ। ਮਹਾਰਾਜ ਕਹਿੰਦੇ, ਦੱਸੋ। ਜਿਵੇਂ ਮਹਾਰਾਜ ਆਪ ਜੀ ਸੰਸਾਰ ਨੂੰ ਤਾਰਨ ਵਾਸਤੇ
ਨਾਮ ਦਾ ਜਹਾਜ਼ ਬਣਾ ਰਹੇ ਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕਰ ਰਹੇ ਹੋ। ਸੰਗਤਾਂ ਵੱਲੋਂ ਇਹ ਬੇਨਤੀ ਹੈ ਕਿ ਮਹਾਰਾਜ ਜੋ ਆਪ ਜੀ ਦਾ ਹੁਕਮ ਹੈ ਵੀ 8 ਪਹਿਰ ਸਿਮਰਨ ਕਰਨਾ ਚਾਹੀਦਾ, ਚਾਹੁੰਦੇ ਤਾਂ ਸਾਰੇ ਨੇ, ਪਰ ਮਹਾਰਾਜ ਇਹ ਤੁਹਾਡੀ ਵਿਸ਼ੇਸ਼ ਕਿਰਪਾ ਕਿਸੇ ਤੇ ਹੋ ਜਾਏ, ਉਹਦਾ ਤਾਂ ਭਾਵੇਂ ਸੁੱਤਿਆਂ ਵੀ ਨਾਮ ਚੱਲ ਪਵੇ, ਵਰਨਾ ਸਾਰਿਆਂ ਦਾ ਤਾਂ ਨਹੀਂ ਐਸਾ ਹੋ ਸਕਦਾ। ਫਿਰ ਉਹ ਗੁਰਸਿੱਖ ਕਹਿੰਦੇ ਆ ਵੀ ਅਸੀਂ 8 ਪਹਿਰ ਦੇ ਸਵਾਸ ਸਫਲੇ ਕਰਨੇ ਚਾਹੁੰਦੇ ਆ, ਪਰ 8 ਪਹਿਰ ਦੀ ਅਵਸਥਾ ਨਹੀਂ ਬਣਦੀ। ਇਹ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਜਾਏ ਕਿ ਕੋਈ ਅਜਿਹੀ ਬਾਣੀ ਰਚ ਦਿੱਤੀ ਜਾਏ ਜਿਹਦਾ ਇੱਕ ਪਾਠ ਕਰਨ ਦੇ ਨਾਲ 8 ਪਹਿਰ ਦੇ ਸਵਾਸ ਸਫਲੇ ਹੋ ਜਾਣ। ਤੇ ਮਹਾਰਾਜ ਸਾਹਿਬ ਨੂੰ ਇਹ ਵੀ ਬੇਨਤੀ ਕੀਤੀ, ਮਹਾਰਾਜ ਜਿਵੇਂ ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਉਚਾਰਨ ਕੀਤੀ ਹੈ, ਸਨਾਤਨ ਮਤ ਵਾਲਿਆਂ ਨੇ ਉਹਦੇ ਦੁਆਰਾ ਕਲਿਆਣ ਮੰਨੀ ਹੈ, ਤੇ ਹੋਰ ਵੀ ਕਈਆਂ ਨੇ ਆਪਣੇ ਆਪਣੇ ਧਰਮਾਂ ਦੇ ਅਨੁਸਾਰ ਕੁਝ ਵਿਸ਼ੇਸ਼ ਐਸੀਆਂ ਗੱਲਾਂ ਮਿਲਦੀਆਂ ਨੇ। ਆਪ ਕਿਰਪਾ ਕਰੋ ਮਹਾਰਾਜ, ਅਸੀਂ ਇੱਕ ਪਾਠ ਕਰਨਾ ਸੌਖਾ ਹੈ, ਉਹ ਬਾਣੀ ਦਾ ਪਾਠ ਕਰ ਲਿਆ ਕਰਾਂਗੇ, ਸਾਡੇ ਸਵਾਸ ਸਫਲੇ ਹੋ ਜਾਇਆ ਕਰਨ। ਇਹ ਬੇਨਤੀ ਗੁਰਸਿੱਖਾਂ ਦੀ ਮਹਾਰਾਜ ਸਾਹਿਬ ਨੇ ਸੁਣੀ। ਉਸ ਵੇਲੇ ਫਿਰ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਅੱਛਾ ਇਹ ਅਕਾਲ ਪੁਰਖ ਨੂੰ ਐਸਾ ਪਾਉਂਦਾ ਸੀ ਜਿਹੜਾ ਤੁਹਾਡੀ ਰਸਨਾ ਦੁਆਰਾ ਕਹਾ ਦਿੱਤਾ ਹੈ। ਤੇ ਮਹਾਰਾਜ ਸਾਹਿਬ ਜੀ ਨੇ ਫਿਰ ਇਹ ਬਾਣੀ ਦੀ ਰਚਨਾ ਕੀਤੀ ਤੇ ਇਹਦਾ ਬਹੁਤ ਮਹਾਤਮ ਦੱਸਿਆ। ਸੁਖਮਨੀ ਸਾਹਿਬ ਦਾ ਪਾਠ ਜਿਹੜਾ ਮਹਾਰਾਜ ਸਾਹਿਬ ਜੀ ਨੇ ਫਿਰ ਅਖੀਰ ਦੇ ਵਿੱਚ ਜਾ ਕੇ ਇਹਦਾ ਸਾਰਾ ਮਹਾਤਮਾ ਆਏਗਾ। ਸੁਖਮਨੀ ਸਾਹਿਬ ਬਾਰੇ ਫਿਰ ਮਹਾਰਾਜ ਨੇ ਕਿਹਾ ਵੀ ਜਿਹੜਾ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਪ੍ਰੇਮ ਦੇ ਨਾਲ ਬਾਣੀ ਦਾ ਪਾਠ ਕਰੇਗਾ ਉਹਦੇ 8 ਪਹਿਰ ਸਫਲੇ ਹੋ ਜਾਇਆ ਕਰਨਗੇ। ਔਰ ਨਾਲ ਮਹਾਰਾਜ ਨੇ ਵਰ ਦਿੱਤਾ ਜਾਂ ਜਨਮਾਂ ਜਨਮਾਤਰਾਂ ਦੇ ਕੀਤੇ ਹੋਏ ਪਾਪ ਵੀ ਨਿਵਰਤ ਹੋ ਜਾਣਗੇ। ਜਿਹੜੇ ਜਾਣੇ ਅਣਜਾਣੇ 8 ਪਹਿਰਾਂ ਵਿੱਚ ਪਾਪ ਹੋਣਗੇ, ਕਹਿੰਦੇ ਉਹ ਵੀ ਨਾਲ ਦੀ ਨਾਲੇ ਭਸਮ ਹੋ ਜਾਣਗੇ। ਐਡੀ ਵੱਡੀ ਕਿਰਪਾ। ਫਿਰ ਵੀ ਅਸੀਂ ਸੁਖਮਨੀ ਸਾਹਿਬ ਤੋਂ ਕਿਉਂ ਟੁੱਟੇ ਹੋਏ ਹਾਂ? ਕੋਈ ਮਾੜੀ ਕਿਸਮਤ ਹੈ ਸਾਡੀ। ਇਸ ਵਿੱਚ ਮਹਾਰਾਜ ਸਾਹਿਬ ਜੀ ਨੇ 24 ਸ਼ਲੋਕ ਰਚੇ ਤੇ 24 ਹੀ ਅਸ਼ਟਪਦੀਆਂ ਰਚੀਆਂ ਹਨ। ਇਹਦੇ ਵਿੱਚ 24 ਪ੍ਰਕਰਨ, ਉਹ ਪ੍ਰਕਰਨ ਦਾ ਮੁੱਢ ਹੈ ਸ਼ਲੋਕ। ਜਿਹੜਾ ਕੋਈ ਸ਼ਲੋਕ ਦੇ ਵਿੱਚ ਸਿਧਾਂਤ 2 ਤੁਕਾਂ ਦੇ ਵਿੱਚ ਉਚਾਰਨ ਕਰ ਦਿੱਤਾ, ਉਹ ਫਿਰ ਮਹਾਰਾਜ ਸਾਹਿਬ ਨੇ 10 ਤੁਕਾਂ ਦੇ ਵਿੱਚ ਅੱਗੇ ਚੱਲ ਕੇ ਮਹਾਰਾਜ ਸਾਹਿਬ ਜੀ ਨੇ ਖੋਲਿਆ ਉਸ ਨੂੰ। ਅਸ਼ਟਪਦੀ ਭਾਵੇਂ 8 ਪਦਾਂ ਦੀ ਹੁੰਦੀ ਹੈ, ਜਿਹੜੀ ਉਹਨੂੰ ਅਸ਼ਟਪਦੀ ਕਹਿੰਦੇ ਆ, ਪਰ ਮਹਾਰਾਜ ਸਾਹਿਬ ਨੇ 10-10 ਤੁਕਾਂ ਰੱਖੀਆਂ। ਮਹਾਰਾਜ ਆਪਣੇ ਭਾਣੇ ਦੇ ਮਾਲਕ ਨੇ। ਪਿੱਛੇ ਵੀ ਅਸ਼ਟਪਦੀਆਂ ਦੇ ਵਿੱਚ ਇਹ ਵੱਧ ਘੱਟ ਤੁਕਾਂ ਜਿਹੜੀਆਂ ਆਈਆਂ ਨੇ, ਪਰ ਸਮੁੱਚੇ ਰੂਪ ਵਿੱਚ 9 ਇਹੀ ਹੁੰਦਾ ਹੈ, ਇਹ 8 ਪਦਾਂ ਵਾਲੀ। ਇਸ ਕਰਕੇ ਇਹ ਬਾਣੀ ਦਾ ਜਿਹੜਾ ਫਿਰ ਮਹਾਰਾਜ ਸਾਹਿਬ ਜੀ ਇੱਥੇ ਬੈਠ ਕੇ ਬਾਣੀ ਉਚਾਰਨ ਕੀਤੀ ਸੀ, ਉਹ ਬੇਰੀ ਸਾਹਿਬ ਖੜੀ ਹੈ, ਮੰਜੀ ਸਾਹਿਬ ਬਣਿਆ ਹੋਇਆ। ਉਹਦੇ ਦਰਸ਼ਨਾਂ ਦਾ ਵੀ ਬਹੁਤ ਵੱਡਾ ਮਹਾਤਮ ਦੱਸਿਆ, ਜਿੱਥੇ ਸੁਖਮਨੀ ਸਾਹਿਬ ਉਚਾਰਨ ਕੀਤੀ। ਉਹ ਹੁਣ ਵਿਚਾਰਾਂ ਆਉਣਗੀਆਂ ਸੁਖਮਨੀ ਸਾਹਿਬ ਦੇ ਮਹਾਤਮ ਦੀ ਵਿਚਾਰ। ਜਿਵੇਂ ਜਪਜੀ ਸਾਹਿਬ ਦਾ ਮਹਾਤਮ ਜਿਹੜਾ ਸੀ ਉਹ ਆਪਾਂ ਅਖੀਰ ਦੇ ਵਿੱਚ ਬਾਚਿਆ, ਇਸੇ ਤਰ੍ਹਾਂ ਸੁਖਮਨੀ ਸਾਹਿਬ ਦਾ ਵੀ ਮਹਾਤਮ ਜਿਹੜਾ ਹੈ ਉਹ 24ਵੇਂ ਅਸ਼ਟਪਦੀ ਤੇ ਫਿਰ ਇਹਦਾ ਮਹਾਤਮ ਨਾਲ ਨਾਲ ਦੱਸਿਆ ਜਾਏਗਾ। ਹੁਣ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ, ਅੱਖਰਾਂ ਵੱਲ ਧਿਆਨ ਰੱਖਣ ਦੀ ਲੋੜ ਹੈ। ਸਤਿਗੁਰਾਂ ਦੀ ਵਿਸ਼ੇਸ਼ ਕਰਕੇ ਇਹ ਜਿਹੜੀ ਬਾਣੀ ਹੈ ਇਹਦੇ 'ਚ ਬੜੇ ਗੁੱਝੇ ਭੇਦ ਰੱਖੇ ਆ। ਸੋ ਆਓ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ ਸੁਣੋ ਜੀ। ਗੌੜੀ ਸੁਖਮਨੀ ਮਹੱਲਾ 5ਵਾਂ ਸ਼ਲੋਕ। ਮਹਾਰਾਜ ਸਾਹਿਬ ਜੀ ਗੌੜੀ ਤਾਂ ਰਾਗਣੀ ਹੈ, ਜਿਸ ਰਾਗ ਦੇ ਵਿੱਚ ਬਾਣੀ ਦੀ ਕਥਾ ਚੱਲ ਰਹੀ ਹੈ, ਤੇ ਸੁਖਮਨੀ ਜਿਹੜਾ ਸ਼ਬਦ ਹੈ ਇਸ ਬਾਣੀ ਦਾ ਨਾਮ ਹੈ। ਸਤਿਕਾਰ ਨਾਲ ਅਸੀਂ ਇਹਨੂੰ ਸੁਖਮਨੀ ਸਾਹਿਬ ਕਹਿੰਦੇ ਹਾਂ। ਇਸ ਕਰਕੇ ਮਹੱਲਾ 5ਵਾਂ, ਇਹ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਉਚਾਰਨ ਕਰਨ ਵਾਲੇ ਨੇ ਇਸ ਬਾਣੀ ਨੂੰ, ਉਹਨਾਂ ਨੇ ਉਚਾਰਨ ਕੀਤਾ ਗੁਰੂ ਅਰਜਨ ਦੇਵ ਜੀ ਨੂੰ। ਜਿਹੜਾ ਸੁਖਮਨੀ ਸ਼ਬਦ ਹੈ ਇਹਦੇ ਤੇ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ ਜ਼ਿਆਦਾ। ਇਹਦੇ ਕਈ ਅਰਥ ਨੇ।
ਤੇ ਸੁਖ ਅਤੇ ਮਨੀ ਦੋ ਪਦ ਵੱਖਰੇ ਵੱਖਰੇ ਕਰ ਲਈ ਹੈ ਤਾਂ ਦੋਨਾਂ ਦਾ ਅਰਥ ਹੈ ਸੁਖ ਜਮਾ ਮਣੀ। ਇਹ ਬਾਣੀ ਐਸੀ ਹੈ, ਸੁੱਖਾਂ ਦੀ ਮਣੀ ਹੈ। ਇਹ ਮਣੀ ਇੱਕ ਰਤਨ ਹੁੰਦਾ ਹੈ। ਕਹਿੰਦੇ ਨੇ ਔਰੰਗਜ਼ੇਬ ਦੇ ਕੋਲ ਇੱਕ ਇਸ ਤਰ੍ਹਾਂ ਦੀ ਇਹ ਮਣੀ ਸੀ, ਰਾਤ ਦੇ ਕੋਪਾਂ ਅੰਧੇਰੇ ਵਿੱਚ ਉਹ ਇਸ ਮਣੀ ਦੇ ਚਾਨਣੇ 'ਚ ਕੁਰਾਨ ਸ਼ਰੀਫ ਪੜ੍ਹ ਲਿਆ ਕਰਦਾ ਸੀ। ਐਸੀਆਂ ਕੀਮਤੀ ਚੀਜ਼ਾਂ ਨੂੰ ਬਾਦਸ਼ਾਹ ਦੇ ਖਜ਼ਾਨੇ 'ਚ ਹੁੰਦੀਆਂ ਸੀ, ਹੁਣ ਤਾਂ ਲੋਪ ਹੋ ਗਈਆਂ। ਉਹ ਇੱਕ ਰਤਨ ਹੈ ਤੇ ਇਹ ਮਣੀਆਂ ਦੀ ਕਹਾਣੀ ਜੁਗਾਂ ਪੁਰਾਣੀ ਹੈ। ਦੁਆਪਰ ਦੇ ਵਿੱਚ ਮਣੀ ਗੁਪਤ ਹੋ ਗਈ, ਚੁਰਾਈ ਗਈ, ਲੈ ਕੇ ਤਾਂ ਜਾਮਾ ਬੰਦ ਗਿਆ ਤੇ ਉਹ ਮਣੀ ਦਾ ਜਿਹੜਾ ਦੋਸ਼ ਸੀ ਭਗਵਾਨ ਕ੍ਰਿਸ਼ਨ ਤੇ ਲੱਗ ਗਿਆ। ਕਲੇਸ਼ ਖੜਾ ਹੋ ਗਿਆ। ਕ੍ਰਿਸ਼ਨ ਜੀ ਨੂੰ ਕਿਹਾ ਗਿਆ ਵੀ ਤੂੰ ਇਹ ਮਣੀ ਚੁਰਾਈ ਹੈ, ਤੈਂ ਇਹ ਦੋਸ਼ ਕੀਤਾ ਹੈ। ਉਹ ਸਾਬਤ ਕਰਨ ਵਾਸਤੇ ਭਗਵਾਨ ਜੀ ਨੇ 8 ਦਿਨ ਜਾਮਾਵੰਤ ਦੇ ਨਾਲ ਯੁੱਧ ਕੀਤਾ, ਉਹਦੇ ਕੋਲੋਂ ਮਣੀ ਲਈ। ਹੁਣ ਪੁੱਛੋ ਭਗਵਾਨ ਕ੍ਰਿਸ਼ਨ ਜੀ ਨੂੰ ਵੀ ਇਹ ਮਣੀ ਸੁਖਦਾਇਕ ਸੀ, ਜਿਹਨੇ ਕਲੰਕ ਲਾ ਦਿੱਤਾ ਭਗਵਾਨ ਕ੍ਰਿਸ਼ਨ ਜੀ ਨੂੰ ਵੀ ਤੈਂ ਚੁਰਾਈ ਹੈ। ਫਿਰ ਜਾਮਾਵੰਤ ਨੂੰ ਪੁੱਛੋ ਵੀ ਜਿਹੜੀ ਮਣੀ ਵਾਸਤੇ ਤੈਨੂੰ 8 ਦਿਨ ਜੰਗ ਕਰਨਾ ਪਿਆ, ਯੁੱਧ ਕਰਨਾ ਗਿਆ ਭਗਵਾਨ ਦੇ ਨਾਲ, ਅਖੀਰ ਦੇ ਵਿੱਚ ਫਿਰ ਆਪਣੀ ਲੜਕੀ ਜਾਮਾਵੰਤੀ ਭਗਵਾਨ ਕ੍ਰਿਸ਼ਨ ਨੂੰ ਵਿਆਹੀ ਤੇ ਦਾਜ ਦੇ ਵਿੱਚ ਇਹ ਦਿੱਤੀ ਵਾਸ ਮਣੀ। ਇਸ ਤਰ੍ਹਾਂ ਦੇ ਪ੍ਰਸੰਗ ਉਹ ਮਣੀ ਨੇ ਤਾਂ ਦੁੱਖ ਦਿੱਤੇ ਤੇ ਇਹ ਮਣੀ ਜਿਹੜੀ ਹੈ ਇਹ ਸੁੱਖਾਂ ਦੀ ਮਣੀ ਹੈ। ਇਹਦੇ ਵਿੱਚ ਉਸ ਤਰ੍ਹਾਂ ਦੇ ਦੁੱਖ ਨਹੀਂ ਜਿਹੇ ਜਿਹੇ ਦੁਆਪਰ ਦੇ ਵਿੱਚ ਆਪ ਜੀ ਨੇ ਸੁਣੇ। ਇਸ ਕਰਕੇ ਸੁੱਖਾਂ ਦੀ ਮਣੀ ਸੁਖੇ ਦੇਗੀ, ਇਹਦੇ ਚ ਦੁੱਖ ਨਹੀਂ ਹੈ ਕੋਈ। ਪਹਿਲਾ ਅਰਥ ਤਾਂ ਇਹ ਹੋਇਆ ਵੀ ਇਹ ਸੁਖ ਮਣੀ। ਇਹਦੇ ਵਿੱਚ ਇਸ ਤਰ੍ਹਾਂ ਇੱਕ ਮਣੀ ਦਾ ਨਾਮ ਗ੍ਰੰਥਾਂ ਵਿੱਚ ਲਿਖਿਆ ਹੈ, ਉਹਨੂੰ ਕਹਿੰਦੇ ਨੇ ਚੰਦਰਕਾਂਤ ਮਣੀ। ਇਹ ਮਣੀ ਦਾ ਨਾਮ ਹੈ। ਉਹ ਚੰਦਰਕਾਂਤ ਮਣੀ ਤਾਂ ਕਹਿੰਦੇ ਹੈ ਵੀ ਪੂਰਨਮਾਸ਼ੀ ਦੀ ਰਾਤ ਚੰਦਰਮਾ ਦੀ ਖਿੜੀ ਹੋਈ ਚਾਂਦਨੀ ਵਿੱਚ ਉਹ ਜਿਹੜੀ ਚੰਦਰਕਾਂਤ ਮਣੀ ਹੈ, ਮਣੀ ਵਾਲਾ ਸੱਪ ਕਹਿੰਦੇ ਨੇ ਉਹਨੂੰ, ਉਹਦੇ ਕੋਲ ਇਹ ਮਣੀ ਹੈ। ਉਹ ਪੂਰਨਮਾਸ਼ੀ ਦੀ ਰਾਤ ਨੂੰ ਬਾਹਰ ਰੱਖ ਦਿੰਦਾ ਤੇ ਪੂਰਾ ਸਤਰਕ ਰਹਿੰਦਾ ਵੀ ਕੋਈ ਮੇਰੀ ਮਣੀ ਚੁਰਾ ਕੇ ਨਾ ਲੈ ਜਾਵੇ। ਇਸ ਤਰ੍ਹਾਂ ਦੇ ਮਣੀ ਵਾਲਾ ਸੱਪ ਰਿਸ਼ੀਕੇਸ਼ ਪਾਇਆ ਗਿਆ ਸਨ 1971 ਦੇ ਵਿੱਚ। ਤਾਂ ਉਹ ਸੱਪ ਸੀ ਉੱਥੇ, ਅੱਜ ਹੈ ਨਹੀਂ ਹੈ, ਕਿਹਾ ਨਹੀਂ ਜਾ ਸਕਦਾ। ਉੱਥੇ ਕੈਲਾਸ਼ਾਨੰਦ ਇੱਕ ਮਹਾਤਮਾ ਹੈ, ਉਹਦੇ ਰਸਤੇ ਦੇ ਵਿੱਚ ਇਹ ਇੱਕ ਜਗ੍ਹਾ ਸੀ ਜਿੱਥੇ ਪੂਰਨਮਾਸ਼ੀ ਦੀ ਰਾਤ ਨੂੰ ਇਹ ਸੱਪ ਜਿਹੜਾ ਮਣੀ ਬਾਹਰ ਕੱਢ ਕੇ ਮੇਲਦਾ ਰਹਿੰਦਾ ਸੀ। ਉੱਥੇ ਦੇ ਇਤਿਹਾਸ ਨੂੰ ਜੀ ਇੱਕ ਮਹਾਤਮਾ ਨੇ ਦੱਸੀ ਸੀ ਇਹ ਗੱਲ। ਉਹ ਕਹਿੰਦੇ ਵੀ ਦੇਖਣ ਵਾਸਤੇ ਇੱਕ ਸੰਤ ਵੀ ਮੈਂ ਦੇਖਣਾ ਚਾਹੁੰਦਾ, ਉਹ ਕਹਿੰਦੇ ਵੀ ਮਾੜਾ ਮੋਟਾ ਵੀ ਹਰਕਤ ਨਹੀਂ ਕਰਨੀ, ਖੰਗੂਰਾ ਨਹੀਂ ਮਾਰਨਾ, ਨਹੀਂ ਤਾਂ ਜਦੇ ਗੁਪਤ ਕਰ ਲੈਂਦਾ। ਉਹਨੂੰ ਕਿਤੇ ਖਾਂਸੀ ਆਈ ਤੇ ਚੁੱਕ ਕੇ ਉਸੇ ਵੇਲੇ ਦੌੜ ਗਿਆ ਸੀ ਸਭ। ਕਹਿਣ ਤੋਂ ਭਾਵ ਵੀ ਇਹ ਮਿਥਿਆਵਾਤ ਨਹੀਂ, ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਹਨ। ਉਹ ਚੰਦਰਕਾਂਤਾ ਮਣੀ ਜਿਹੜੀ ਹੈ, ਉਸ ਮਣੀ ਨੂੰ ਪੂਰਨਮਾਸ਼ੀ ਦੀ ਰਾਤ ਰੱਖ ਕੇ, ਕਿਉਂਕਿ ਜਿੰਨਾ ਸੱਪ ਦੀ ਉਮਰ ਪੁਰਾਣੀ ਹੋ ਜਾਂਦੀ ਹੈ ਉਨੀ ਜ਼ਹਿਰ ਬਹੁਤ ਵਧੀ ਜਾਂਦੀ ਹੈ। ਜਿੰਨੀ ਜ਼ਹਿਰ ਵਧਦੀ ਹੈ ਸੱਪ ਬੇਚੈਨ ਹੁੰਦਾ ਜ਼ਿਆਦਾ। ਮਣੀ ਵਾਲੇ ਸੱਪ ਦੇ ਵਿੱਚ ਜ਼ਹਿਰ ਬਹੁਤ ਹੁੰਦੀ ਹੈ, ਉਹਦੀ ਜ਼ਹਿਰ ਉਹਨੂੰ ਤੰਗ ਕਰਦੀ ਹੈ। ਅਸਲ ਦੇ ਵਿੱਚ ਜਿਵੇਂ ਦੁਖੀ ਹੋਇਆ ਬੰਦਾ ਦੂਜੇ ਨੂੰ ਗਾਲਾਂ ਕੱਢ ਦਿੰਦਾ ਹੈ, ਇਹ ਸੱਪ ਆਪਣੀ ਜ਼ਹਿਰ ਦੇ ਵਿੱਚ ਦੁਖੀ ਹੋਇਆ ਦੂਸਰੇ ਦੇ ਡੰਗ ਮਾਰ ਦਿੰਦਾ ਹੈ। ਉਹ ਕੀ ਕਰਦਾ ਹੈ, ਜਦੋਂ ਚੰਦਰਕਾਂਤ ਮਣੀ ਨੂੰ ਬਾਹਰ ਰੱਖ ਦਿੰਦਾ, ਚੰਦਰਮਾ ਦੀਆਂ ਕਿਰਨਾਂ ਦੇ ਨਾਲ ਜਦੋਂ ਉਹਦਾ ਸੰਬੰਧ ਜੁੜਦਾ ਹੈ, ਉਹਦੇ ਚੋਂ ਅੰਮ੍ਰਿਤ ਟਪਕਦਾ ਹੈ। ਜਿਵੇਂ ਤਰੇਲ ਪੈਂਦੀ ਹੈ ਨਾ ਪੌਦਿਆਂ ਤੇ, ਤੁਸੀਂ ਦੇਖਦੇ ਹੋ ਵੀ ਤਰੇਲ ਪੈਂਦੀ ਹੈ, ਮੋਤੀਆਂ ਵਾਂਗੂ ਐਂ ਦਿਖਦੇ ਨੇ ਵੀ ਬੂੰਦਾਂ ਦਿਖ ਰਹੀਆਂ ਨੇ ਆਪਾਂ ਨੂੰ। ਇਸੇ ਤਰ੍ਹਾਂ ਉਹਦੇ ਵਿੱਚੋਂ ਸੋਮਵਾਰ ਸਸ ਅੰਮ੍ਰਿਤ ਚੜ੍ਹੈ, ਚਾਖਤ ਵੇਗ ਸਗਲ ਵਿਖਾਰ ਹੈ, ਮਹਾਰਾਜ ਨੇ ਪ੍ਰਮਾਣ ਦਿੱਤਾ ਹੈ। ਉਹ ਫਿਰ ਸੱਪ ਉਸ ਨੂੰ ਮਣੀ ਨੂੰ ਚੱਟਦਾ ਹੈ। ਕਿਉਂ? 1 ਮਹੀਨਾ ਪੂਰਨਮਾਸ਼ੀ ਤੋਂ ਆਉਂਦੀ ਪੂਰਨਮਾਸ਼ੀ ਤੱਕ
ਉਹਦੀ ਜ਼ਹਿਰ ਸ਼ਾਂਤ ਹੋ ਜਾਂਦੀ ਹੈ, ਉਹਨੂੰ ਆਨੰਦ ਪ੍ਰਾਪਤ ਹੁੰਦਾ ਹੈ, ਉਹਨੂੰ ਸੁਖ ਮਿਲ ਜਾਂਦਾ ਹੈ। ਇਹ ਚੰਦਰਕਾਂਤ ਮਣੀ ਜਿਸ ਤਰ੍ਹਾਂ ਜਿਵੇਂ ਸੱਪ ਨੂੰ ਸੁਖ ਦਿੰਦੀ ਹੈ, ਉਹ ਚੱਖ ਕੇ ਆਪਣੀ ਸ਼ਾਂਤ ਹੋ ਜਾਂਦਾ ਹੈ, ਇਸੇ ਤਰ੍ਹਾਂ ਉਹਦੀ ਮਣੀ ਤਾਂ ਉਹਦੀ ਜਾਨ ਲੈ ਲੈਂਦੀ ਹੈ ਕਈ ਵਾਰ, ਕਿਉਂਕਿ ਮਣੀ ਨੂੰ ਪ੍ਰਾਪਤ ਕਰਨ ਵਾਲਿਆਂ ਨੇ ਇੱਕ ਤਰੀਕਾ ਸੋਚਿਆ ਹੋਇਆ। ਦਰਖਤ ਦੇ ਉੱਤੇ ਚੜ੍ਹ ਜਾਂਦੇ ਆ, ਜਿਸ ਦਰਖਤ ਦੇ ਹੇਠਾਂ ਮਣੀ ਵਾਲਾ ਸੱਪ ਹੋਵੇ, ਤੇ ਉੱਪਰ ਇੱਕ ਰੱਸੀ ਬੰਨ੍ਹ ਕੇ, ਜਿਵੇਂ ਤਸਲਾ ਹੁੰਦਾ ਹੈ, ਤਗਾਰ ਹੁੰਦਾ ਹੈ, ਇੱਕ ਇਸ ਤਰ੍ਹਾਂ ਦਾ ਪਾਤਰ ਬਣਾਉਂਦੇ ਆ, ਉਹਦੇ ਉੱਪਰ ਕੁੰਡਾ ਲਾ ਕੇ ਉਹਨੂੰ ਰੱਸੀ ਬੰਨ੍ਹੀ ਹੁੰਦੀ ਹੈ। ਉਹਨੂੰ ਥੋੜੇ ਥੋੜੇ ਥਾਂ ਤੇ ਛੁਰੀਆਂ ਲਾਈਆਂ ਹੁੰਦੀਆਂ ਤਿੱਖੀਆਂ, ਉਹ ਉੱਪਰ ਤੇ ਹੌਲੀ 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 ਛੱਡਦੇ ਜਾਂਦੇ ਆ। ਜਿੱਥੇ ਮਣੀ ਹੁੰਦੀ ਆ ਉਹਦੇ ਉੱਤੇ ਉਹ ਬਰਤਨ ਮੁੱਧਾ ਮਾਰ ਦਿੰਦੇ ਨੇ। ਸੱਪ ਨਹੀਂ ਬਰਦਾਸ਼ਤ ਕਰਦਾ, ਉਹ ਜ਼ੋਰ ਜ਼ੋਰ ਦੀ ਡੰਗ ਮਾਰਦਾ ਤੇ ਲਹੂ ਲੁਹਾਨ ਹੋ ਕੇ ਮਰ ਜਾਂਦਾ ਹੈ। ਉਹ ਮਣੀ ਲੈ ਲੈਂਦੇ। ਜਿਨ੍ਹਾਂ ਨੇ ਮਣੀ ਲਈ ਹੈ ਆਪਣੀ ਜਾਨ ਹੀਲ ਕੇ, ਕਹਿੰਦੇ ਨੇ ਵੀ ਮਣੀ ਲੈਣ ਵਾਲੇ ਨੂੰ ਜਾਂ ਤਾਂ ਮਾਰ ਦਿੰਦਾ ਸੱਪ, ਜਾਂ ਫਿਰ ਆਪ ਮਰ ਜਾਂਦਾ ਹੈ। ਮਰੇ ਮਾਰੇ ਬਿਨਾਂ ਸੱਪ ਮਣੀ ਨਹੀਂ ਦਿੰਦਾ। ਹੁਣ ਇਹ ਮਣੀ ਸੱਪ ਦੀ ਤਾਂ ਜਾਨ ਲੈ ਗਈ, ਜਿਹੜਾ ਲੈ ਗਿਆ ਉਹਨੇ ਅੱਗੇ ਉਹ ਤੋਂ ਕੌਣ ਖੋਹ ਕੇ ਲੈ ਗਿਆ, ਕੌਣ ਅੱਗੇ ਹੋਰ ਚੁਰਾ ਕੇ ਲੈ ਗਿਆ ਜਾਂ ਉਹਨੂੰ ਮਾਰ ਕੇ ਲੈ ਗਿਆ, ਦੁੱਖੇ ਦਿੰਦੀ ਜਾਂਦੀ ਹੈ। ਪਰ ਜਿਹੜੀ ਮਣੀ ਮਹਾਰਾਜ ਨੇ ਸੁਖ ਮਣੀ, ਸੁੱਖਾਂ ਦੀ ਮਣੀ ਉਚਾਰਨ ਕੀਤੀ ਹੈ, ਇਹਦੀ ਬਾਬਤ ਇਸ ਤਰ੍ਹਾਂ ਹੈ ਕਿ ਜਿਨ੍ਹਾਂ ਦੇ ਹਿਰਦੇ ਰੂਪੀ ਆਕਾਸ਼ ਦੇ ਵਿੱਚ ਬੈਰਾਗ ਦਾ ਚੰਦਰਮਾ ਚੜ੍ਹਿਆ ਆ, ਜਿਵੇਂ ਪੂਰਨਮਾਸ਼ੀ ਦੀ ਰਾਤ ਸਾਰੀ ਰਾਤ ਚੰਦਰਮਾ ਦਾ ਚਾਨਣਾ ਹੁੰਦਾ ਹੈ, ਬਹੁਤਾ ਚਾਨਣਾ ਹੁੰਦਾ ਹੈ, ਏਕਮ ਦੂਜ ਨੂੰ ਥੋੜਾ ਹੁੰਦਾ ਹੈ। ਇਸੇ ਤਰ੍ਹਾਂ ਵਿਰਾਗ ਦੀਆਂ ਜਿਵੇਂ ਚੰਦਰਮਾ ਦੀਆਂ 16 ਕਲਾ ਮੰਨੀਆਂ ਨੇ, ਜਿਹੜਾ ਵਿਰਾਗ ਹੈ ਇਹਦੀਆਂ ਕਿਸਮਾਂ ਜਿਹੜੀਆਂ 9 ਮੰਨੀਆਂ। ਮੰਦ ਵਿਰਾਗ ਹੈ, ਕਾਰਨ ਵਿਰਾਗ ਹੈ, ਯਤਮਾਨ, ਬਤਰੇਕ, ਏਕ ਇੰਦਰੀਏ, ਬਸੀਕਰਨ, ਤੀਬਰ ਵੈਰਾਗ, ਤਰ ਤੀਬਰ ਵੈਰਾਗ, ਤਰ ਤੀਬਰ ਤਰ ਤਮ ਵੈਰਾਗ। ਜਿਹੜਾ ਤਰ ਤੀਬਰ ਤਰ ਤਮ ਵੈਰਾਗ ਹੈ ਇਹ ਪੂਰਨਮਾਸੀ ਦੇ ਚੰਦਰਮਾ ਦੀ ਤਰ੍ਹਾਂ ਸਮਝਣਾ। ਹਿਰਦੇ ਰੂਪੀ ਆਕਾਸ਼ ਵਿੱਚ ਤਰ ਤੀਬਰ ਤਰ ਤਮ ਵੈਰਾਗ ਰੂਪੀ ਚੰਦਰਮਾ ਚੜ੍ਹਿਆ ਹੋਵੇ ਤਾਂ ਫਿਰ ਉਹ ਜਿਹੜਾ ਹਿਰਦਾ ਹੈ, ਉਸ ਹਿਰਦੇ ਦੇ ਵਿੱਚ ਇਹ ਬਾਣੀ ਜਿਹੜੀ ਹੈ ਚੰਦਰਕਾਂਤ ਮਣੀ ਦੀ ਤਰ੍ਹਾਂ, ਇਹਦੇ ਵਿੱਚੋਂ ਫਿਰ ਸਾਧ ਸੰਗੀ ਅੰਮ੍ਰਿਤ ਝਰਦਾ ਹੈ, ਇਕਾਗਰਤਾ ਬਣਦੀ ਹੈ, ਮਿਰਤੂ ਤੋਂ ਰਹਿਤ ਕਰਨ ਵਾਲੀ ਸ਼ਕਤੀ, ਆਨੰਦ ਰੂਪ ਰਸ ਨਿਕਲਦਾ ਇਹਦੇ ਵਿੱਚੋਂ, ਜੋ ਵਿਸ਼ਿਆਂ ਦੀ ਜ਼ਹਿਰ ਹੈ ਮਨ ਦੇ ਵਿੱਚ ਉਹਨੂੰ ਉਤਾਰ ਦਿੰਦੀ ਹੈ। ਜਿਹਦੇ ਵਿੱਚ ਐਸੇ ਗੁਣ ਹੁੰਦੇ ਨੇ ਸੋ ਕਹਿੰਦੇ ਸੁਖ ਮਣੀ। ਤੇ ਤੀਸਰਾ ਅਰਥ ਹੈ ਇਹਦੇ ਵਿੱਚ ਮਨਾਂ ਮੋਹੀ ਸੁਖ ਹੈ। ਤੋਲ ਨਾਪ ਸੀ ਨਾ ਕਿ ਮਨ ਹੁੰਦੇ ਸੀ, ਤੇ ਸੁਖਮਨੀ ਦਾ ਅਰਥ ਹੈ ਸੁੱਖਾਂ ਦੀ ਮੰਨੀ। ਪੁਰਾਣੇ ਸਮੇਂ 'ਚ ਬਹੁਤਾ ਰਿਵਾਜ ਸੀ, ਹੁਣ ਤਾਂ ਬੱਚਿਆਂ ਦੇ ਖਾਣੇ ਬਦਲ ਗਏ, ਇਹੋ ਜਿਹੇ ਖਾਣੇ ਆ ਗਏ ਹੋਟਲਾਂ ਤੇ। ਅੱਗੇ ਵੱਡੀ ਗੱਲ ਸੀ ਮੰਨੀ ਬਣਾ ਕੇ, ਵੱਡਾ ਰੋਟ, ਕੋਲਿਆਂ ਦੀ ਅੱਗ ਉਹਦੇ ਉੱਤੇ, ਤਵੇ ਤੇ ਵੀ ਨਹੀਂ, ਉਹਦੇ 'ਚ ਸੌਂਫ ਪਾਉਣੀ, ਮਿੱਠਾ ਪਾਉਣਾ, ਘੀ ਉਹਨੂੰ ਲਾਉਣਾ, ਉਹ ਬੜਾ ਸਵਾਦ ਹੁੰਦਾ ਸੀ। ਤੇ ਕਈ ਦੇਵਤਿਆਂ ਦੇ ਨਾਂ ਤੇ ਮੰਨੀਆਂ ਲਾਉਂਦੇ, ਕਈ ਖਾਣ ਵਾਸਤੇ ਬਣਾਉਂਦੇ ਵੱਡਾ ਰੋਟ, ਬੜਾ ਸਵਾਦ ਹੁੰਦਾ ਸੀ। ਤੇ ਇਹ ਜਿਹੜਾ ਸਾਧ ਸੰਗੀ ਇਸ ਨੂੰ ਸੁਖਮਨੀ, ਸੁੱਖਾਂ ਦੀ ਮੰਨੀ ਵੀ ਮੰਨਿਆ। ਮੰਨੀ ਤੋਸਾ ਹੁੰਦਾ ਹੈ। ਇਹ ਕਾਫੀ ਟਾਈਮ ਲੰਘ ਜਾਂਦਾ ਜਿਸ ਕਰਕੇ ਮਹਾਰਾਜ ਸਾਹਿਬ ਨੇ ਕਿਹਾ ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ। ਇਹ ਦਰਗਾਹ ਦਾ ਤੋਸਾ ਹੈ, ਇਹ ਮੰਨੀ ਹੈ। ਮੰਨੀ ਦੇ ਵਿੱਚ ਸਾਧ ਸੰਗੀ ਜਿਵੇਂ ਖੰਡ ਜਾਣੀ ਮਿੱਠਾ, ਘਿਓ ਅਤੇ ਆਟਾ, 3 ਚੀਜ਼ਾਂ ਹੁੰਦੀਆਂ। ਇਹਦੇ ਵਿੱਚ ਜਿਹੜੀ ਸੁਖਮਨੀ ਸਾਹਿਬ ਹੈ ਪ੍ਰੇਮ ਰੂਪੀ ਦਾ ਘੀ ਪਾ ਦਿੱਤਾ ਮਹਾਰਾਜ ਨੇ, ਬਹੁਤ ਪ੍ਰੇਮ ਦੀ ਬਾਣੀ ਹੈ। ਗਿਆਨ ਰੂਪੀ ਇਹਦੇ ਵਿੱਚ ਮੈਦਾ ਪਾਇਆ ਹੋਇਆ, ਭਗਤੀ ਦੀ ਖੰਡ ਹੈ ਇਹਦੇ ਵਿੱਚ। ਇਹ ਦਰਗਾਹ ਦਾ ਤੋਸਾ ਹੈ, ਹਰ ਕਾ ਨਾਮ ਊਹਾ ਸੰਗ ਤੋਸਾ। ਇਹਦੇ ਵਿੱਚ ਗਿਆਨ ਵੀ, ਭਗਤੀ ਵੀ, ਨਾਮ ਵੀ। ਇਸ ਕਰਕੇ ਅੱਗੇ 5ਵਾਂ ਅਰਥ ਇਹਦਾ ਸਾਧ ਸਿੰਘ ਬਣਦਾ ਹੈ ਵੀ ਮੰਨੀ ਨਾਮ ਪ੍ਰਸ਼ਤੀ ਦਾ ਵੀ ਹੁੰਦਾ ਹੈ। ਇਹ ਸੰਪਰਦਾਇ ਅਰਥ ਕੀਤਾ ਗਿਆ।
ਮਕਾਨ ਦੇ ਵਿੱਚ ਪ੍ਰਸ਼ਤੀਆਂ ਬਣਾਈਆਂ ਜਾਂਦੀਆਂ, ਉਹਦੇ ਤੇ ਕੀਮਤੀ ਸਮਾਨ ਉੱਤੇ ਰੱਖਿਆ ਜਾਂਦਾ, ਪ੍ਰਸ਼ਤੀ ਦੇ ਉੱਤੇ। ਜੇ ਕੋਈ ਕੀਮਤੀ ਹੈ ਕਿੱਥੇ ਪਈ ਆ, ਕਹਿੰਦੀ ਪ੍ਰਸ਼ਤੀ ਤੇ ਪਈ ਹੈ, ਉੱਥੋਂ ਲੈ ਲਓ। ਪਰ ਵਿਸ਼ੇਸ਼ ਕਰਕੇ ਛੱਤੀ ਹੁੰਦੀ ਹੈ, ਮਕਾਨ ਤੋਂ ਵਿਸ਼ੇਸ਼ ਕਰਕੇ ਹੈ ਸਮਾਨ ਰੱਖਣ ਵਾਸਤੇ। ਕਹਿੰਦੇ ਇਹ ਪ੍ਰਸ਼ਤੀ ਦੀ ਨਿਆਈ ਵੀ ਹੈ। ਇਹ ਹਿਰਦੇ ਦੇ ਵਿੱਚ ਸ਼ੁਭ ਗੁਣਾਂ ਦੀ ਸੰਭਾਲ ਕਰਨ ਵਾਸਤੇ ਸਤ, ਸੰਤੋਖ, ਦਇਆ, ਧਰਮ, ਵਿਚਾਰ, ਇਹ ਸਾਰੇ ਸੁਖ ਦੇਣ ਵਾਲੇ ਗੁਣ ਜਿਹੜੇ ਇਹਦੇ ਵਿੱਚ ਹੋਣ, ਇਸ ਕਰਕੇ ਪ੍ਰਸ਼ਤੀ ਦੀ ਨਿਆਈ। ਤੇ ਸੁਖਮਣੀ ਨਾਮ ਸ਼੍ਰੋਮਣ ਦਾ ਹੈ, ਸ਼੍ਰੋਮਣੀ ਸੁਖ ਜਿਹਦੇ ਵਿੱਚ ਹੋਣ, ਜਣੀ ਜਿਹਦੇ ਮੁਕਾਬਲੇ ਦਾ ਹੋਰ ਕਿਤੇ ਸੁਖ ਨਾ ਹੋਵੇ, ਉਹ ਸੁਖਮਣੀ। ਤੇ ਇਸ ਤਰ੍ਹਾਂ ਦਾ ਸਾਧ ਸੰਗਤ ਜੀ ਇਹ ਬਾਣੀ ਜਿਹੜੀ ਹੈ ਇੰਨੇ ਗੁਣਾਂ ਭਰਪੂਰ। ਇਹਦੇ ਅਰਥ ਤਾਂ ਹੋਰ ਵੀ ਵਿਦਵਾਨ ਸਤਪੁਰਸ਼ ਕਰਦੇ ਹੈ, ਪਰ ਜਿੰਨੇ ਕਦਾਸ ਕਰ ਸਕਿਆ ਇਹਨਾਂ ਨੂੰ ਸਵੀਕਾਰ ਕਰਨਾ। ਇਸ ਤੋਂ ਅੱਗੇ ਮਹਾਰਾਜ ਸਾਹਿਬ ਨੇ ਕਿਹਾ ਮਹੱਲਾ ਪੰਜਵਾ, ਗੌੜੀ ਸੁਖਮਨੀ ਮਹੱਲਾ ਪੰਜਵਾ। ਇੰਨੇ ਅੱਖਰਾਂ ਦਾ ਅਰਥ ਹੈ ਹਾਲੇ ਇਹ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤਾ ਹੈ। ਹੁਣ ਇਸ ਤੋਂ ਅੱਗੇ ਹੈ ਸ਼ਲੋਕ, ਜਿਹਦਾ ਪਾਠ ਆਪ ਜੀ ਨੇ ਸੁਣ ਲਿਆ ਹੈ। ਸ਼ਲੋਕ ਦਾ ਕੀ ਅਰਥ ਹੈ? ਸ਼ਲੋਕ ਦੇ ਸੋਏ ਲੋਕ, ਯਾਨੀ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਲੋਕ, ਗਿਆਨ ਦੇ ਪ੍ਰਕਾਸ਼ ਕਰਨ ਵਾਲੇ ਅੱਖਰ, ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਤੇ ਨਿਜ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੇ ਅੱਖਰ, ਸੋ ਕਹੀਏ ਸ਼ਲੋਕ, ਉਹ ਸ਼ਲੋਕ ਹੁੰਦੇ। ਇਸ ਤੋਂ ਅੱਗੇ ਫਿਰ ਮੰਗਲ ਕੀਤਾ ਹੈ ਤੇ ਮਹਾਰਾਜ ਸਾਹਿਬ ਜੀ ਨੇ ਆਓ ਉਸ ਮੰਗਲ ਤੇ ਧਿਆਨ ਦਈਏ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਬੀਜ ਮੰਤਰ ਹੈ। ਮਹਾਰਾਜ ਸਾਹਿਬ ਜੀ ਨੇ ਮੂਲ ਮੰਤਰ ਦੇ ਵਿੱਚੋਂ 4 ਪ੍ਰਕਾਰ ਦੇ ਮੰਗਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਰਤੇ ਹੈ, ਅੱਖਰਾਂ ਦਾ ਭੇਦ ਰੱਖਿਆ ਹੈ। ਤੇ ਸਭ ਤੋਂ ਵੱਧ ਵਾਰੀ ਆਉਣ ਵਾਲਾ ਇਹ ਬੀਜ ਮੰਤਰ ਹੈ, ਵਸਤੂ ਨਿਰਦੇਸ਼ਕ ਮੰਗਲ ਹੈ। ਤੇ ਮਹਾਰਾਜ ਸਾਹਿਬ ਨੇ 524 ਵਾਰ ਇਸ ਦਾ ਉਚਾਰਨ ਕੀਤਾ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਫਿਰ ਜਿਹੜਾ ਦੂਸਰੀ ਕਿਸਮ ਦਾ ਦੂਜੇ ਨੰਬਰ ਤੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ, ਇਹ 32 ਵਾਰ ਉਚਾਰਨ ਕੀਤਾ ਹੈ। 33 ਵਾਰ ਤਾਂ ਕਹਿੰਦੇ ਆ ਵੀ ਮੂਲ ਮੰਤਰ ਦੇ ਗੁਰ ਪ੍ਰਸਾਦ ਤੱਕ ਜਿਹੜਾ ਹਿੱਸਾ ਹੈ, ਮੂਲ ਮੰਤਰ ਤਾਂ ਹੈ ਨਾ ਨਾਨਕ ਹੋਸੀ ਪੀ ਸੱਚ ਤੱਕ। ਜਦੋਂ ਕੰਪਿਊਟਰ ਤੇ ਕੋਈ ਗਿਣਤੀ ਕਰੇਗਾ ਉਹਨੇ ਮੂਲ ਮੰਤਰ ਵਾਲਾ ਗੁਰ ਪ੍ਰਸਾਦ ਤੱਕ ਇੱਥੋਂ ਚੱਕ ਲੈਣਾ ਹੈ, ਤਾਂ ਇਹ ਗਿਣਤੀ ਜਿਹੜੀ ਹੈ 33 ਵਾਰ ਮੰਨਦੀ ਹੈ, ਵੈਸੇ 32 ਵਾਰ ਹੈ। ਇਸ ਤੋਂ ਗਿਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਇਹ 9 ਵਾਰ ਆਉਂਦਾ ਹੈ। ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ, ਇਹ ਸਿਰਫ 2 ਵਾਰ ਆਉਂਦਾ ਹੈ। ਸਾਰਿਆਂ ਦਾ ਜੋੜ ਜਿਹੜਾ ਹੈ 568 ਵਾਰ ਗੁਰੂ ਗ੍ਰੰਥ ਸਾਹਿਬ 'ਚ ਮੰਗਲ ਮੰਗਲ ਆਉਂਦੇ ਹੈ। ਇਹ ਹੁਣ ਵਸਤੂ ਨਿਰਦੇਸ਼ਕ ਮੰਗਲ ਹੈ। ਗੁਰੂ ਸਾਹਿਬ ਜੀ ਨੇ ਇਹਦੇ ਵਿੱਚ ਇੱਕ ਅਦੁੱਤੀ, ਜਿਹਦੇ 'ਚ ਦੂਆ ਪੜ੍ਹਨੀ, ਓੰਕਾਰ ਜੋ ਸਰਵ ਕਾ ਪ੍ਰਕਾਸ਼ਕ ਹੈ, ਜੋ ਉਚਾਰਨ ਕਰਨ ਮਾਤਰ ਸੇ ਉਚਾਰਨ ਕਰਨ ਵਾਲੇ ਦਾ ਅੰਗ ਪੱਖ ਲਵੇ ਤੇ ਅਵ ਧਾਤੂ ਤੋਂ ਬਣਿਆ ਹੋਇਆ ਮਨ ਕਰਕੇ ਇਸ ਨੂੰ ਕਾਵਿ ਰਚਨਾ ਵਾਲੇ ਨੇ ਮਾਤਰਕ ਛੰਦ ਵੀ ਇਸ ਤਰ੍ਹਾਂ ਮੰਨਿਆ ਹੈ। ਆਕਾਰ ਉਕਾਰ ਮੁਕਾਰ ਪੁਨ ਅਰਧ ਬਿੰਦ ਪਹਿਚਾਨ, ਚਾਰੋਂ ਕੋ ਸਮੁਦਾਇ ਜੋ ਓੰਕਾਰ ਪਹਿਚਾਨ। ਤੇ ਇਸ ਕਰਕੇ ਇਹਦੇ ਵਿੱਚ ਫਿਰ ਉਹ ਬਹੁਤ ਬਰੀਕੀ ਵਾਲੇ ਉਹ ਵੀ ਬਚਨ ਹੈ ਵੀ ਇਹ ਜਿਹੜੇ 3 ਡੰਡੇ ਲੱਗੇ ਹੋਏ ਨੇ, ਇਹਦੇ ਵਿੱਚ ਇਹ ਭਾਵ ਨਿਕਲਦੇ ਹੈ ਤੇ ਤੈਜਸ ਨਾਮੇ ਜੀਵੈ, ਪ੍ਰਗ ਨਾਮੇ ਜੀਵੈ, ਵਿਸ਼ਵ ਨਾਮੇ ਜੀਵੈ, ਉਹਦਾ ਪ੍ਰਤੀਕ ਹੈ। ਤੇ ਇਹਦੇ ਨਾਲ ਫਿਰ ਵਿਰਾਟ ਹੈ, ਅਭਿਆਕ੍ਰਿਤ ਹੈ, ਹਿਰਨ ਗਰਭ ਹੈ। ਇਹ ਫਿਰ ਬਰੀਕੀ ਦੀਆਂ ਗੱਲਾਂ ਚੱਲਦੀਆਂ ਜਿਹੜੀਆਂ ਫਿਰ ਗੁਰੂ ਕਿਰਪਾ ਕਰੇ ਸਹਿਜੇ ਸਹਿਜੇ ਇਹ ਵੀ ਗੱਲਾਂ ਸਮਝਾਉਣ ਲੱਗ ਜਾਂਦੀਆਂ ਨਾ। ਉਹਨੂੰ ਓੰਕਾਰ ਕਹਿੰਦੇ ਆ। ਸਰਬ ਦਾ ਪ੍ਰਕਾਸ਼ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਰੂਪ ਹੈ। ਸਤਿਗੁਰਾਂ ਦੀ ਕਿਰਪਾ ਦੇ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ।
ਸਤਿਗੁਰ ਪ੍ਰਸਾਦ ਦਾ ਮਤਲਬ ਇਹੀ ਹੈ। ਐਸਾ ਜੋ ਬ੍ਰਹਮ ਇਹੋ ਜਿਹੇ ਵਿਸ਼ੇਸ਼ਣਾਂ ਵਾਲਾ ਹੈ, ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦਿਕ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ। ਹੁਣ ਮਹਾਰਾਜ ਸਾਹਿਬ ਜੀ ਨੇ ਫਿਰ ਅੱਗੇ ਜਿਵੇਂ ਇਹ ਗੁਰਬਾਣੀ ਦੇ ਵਿੱਚੋਂ ਮੂਲ ਮੰਤਰ ਦੇ ਵਿੱਚੋਂ ਵਸਤੂ ਨਿਰਦੇਸ਼ਕ ਮੰਗਲ ਲਿਆ ਹੈ, ਹੁਣ ਅੱਗੇ ਮਹਾਰਾਜ ਸਾਹਿਬ ਜੀ ਫਿਰ ਬਾਣੀ ਰੂਪ ਮੰਗਲ ਆਪਣੇ ਸਰਗੁਣ ਸਰੂਪ ਦਾ ਧਿਆਨ ਧਰ ਕੇ ਗੁਰੂ ਨਾਨਕ ਸਾਹਿਬ ਨੂੰ, ਗੁਰੂ ਅੰਗਦ ਦੇਵ ਜੀ ਨੂੰ, ਗੁਰੂ ਅਮਰਦਾਸ ਜੀ ਨੂੰ, ਗੁਰੂ ਰਾਮਦਾਸ ਜੀ ਨੂੰ, ਚੌਂ ਗੁਰੂਆਂ ਨੂੰ ਨਮਸਕਾਰ ਕਰਨਗੇ। ਇਸ ਸ਼ਲੋਕ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਨਮਸਕਾਰ ਭਗਤੀ ਦਾ ਪ੍ਰਤੀਕ ਹੈ ਤੇ ਇਹਦੇ ਵਿੱਚ ਸਾਧ ਸੰਗੀ ਮਹਾਰਾਜ ਸਾਹਿਬ ਜੀ ਨੇ ਨਮਸਕਾਰਾਂ ਕੀਤੀਆਂ ਹਨ। ਅੱਗੇ ਫਰਮਾਨ ਕਰਦੇ ਨੇ, ਸੁਣੋ ਜੀ। ਆਦ ਗੁਰ ਏਹ ਨਮః। ਇਹਨੂੰ ਭਾਈ ਇਹ ਸ਼ਬਦ ਨੂੰ ਗੁਰ ਦੇ ਨਾਲ ਮਤਲਬ ਇਸ ਪਾਸੇ ਕਹਿੰਦੇ ਨਮః, ਇਹਨੂੰ ਅਲੱਗ ਰੱਖਦੇ ਹੈ ਉਚਾਰਨ ਕਰਨ ਦੇ ਵਿੱਚ। ਆਦ ਗੁਰ ਏਹ ਨਮঃ, ਵਿਸਰਾਮ ਇੱਥੇ ਲਾ ਕੇ ਨਾ ਏ ਦੇ ਉੱਤੇ ਵਿਸਰਾਮ ਲਾਉਣਾ ਤੇ ਗੁਰ ਤੇ ਏ ਨੂੰ ਥੋੜਾ ਜਿਹਾ ਵੱਖਰਾ ਰੱਖਣਾ। ਜਿਹੜਾ ਇਹ ਸ਼ਬਦ ਹੈ ਇਹਦਾ ਸਾਸੀ ਵਿਦਵਾਨਾਂ ਨੇ, ਸਤਪੁਰਸ਼ਾਂ ਨੇ ਇਹ ਦਾ ਭਾਵ ਲਿਆ ਮੈਂ ਦਾ ਭਾਵ ਲਿਆ ਤਾਈ। ਇਸ ਕਰਕੇ ਫਿਰ ਇਹਦਾ ਅਰਥ ਤਾਈ ਬਣੇਗਾ। ਆਦ ਗੁਰੂ ਕੌਣ ਹੈ? ਆਦ ਮੁੱਢ ਵਿੱਚ ਗੁਰੂ ਸਾਹਿਬਾਨਾਂ ਦੀ ਜਿੱਥੇ ਗੁਰ ਪ੍ਰਣਾਲੀ ਚੱਲੀ ਹੈ, ਉਹ ਕੌਣ? ਗੁਰੂ ਨਾਨਕ ਦੇਵ ਜੀ ਮਹਾਰਾਜ। ਆਦ ਗੁਰੂ ਨੂੰ, ਆਦ ਗੁਰੂ ਦੇ ਏਕ ਹੀ ਤਾਈ ਮੇਰੀ ਨਮః ਨਮਸਕਾਰ ਹੈ। ਮੈਂ ਗੁਰੂ ਨਾਨਕ ਨੂੰ ਮੱਥਾ ਟੇਕ ਕੇ ਇਹ ਬਾਣੀ ਉਚਾਰਨ ਕਰਨ ਲੱਗਿਆ ਹਾਂ। ਇੱਥੇ ਸਾਧ ਸੰਗਤ ਜੀ ਥੋੜਾ ਜਿਹਾ ਆਪਾਂ ਨੂੰ ਰੁਕਣਾ ਪਏਗਾ, ਕਿਉਂਕਿ ਕੁਝ ਵਿਚਾਰ ਇੱਥੇ ਵਿਸ਼ੇਸ਼ ਹੈ ਵੀ ਏ ਦਾ ਅਰਥ ਜਿਹੜਾ ਤਾਈ ਕੀਤਾ ਹੈ। ਜੇ ਕੋਈ ਕਹੇ ਵੀ ਏ ਦਾ ਅਰਥ ਤਾਈ ਕਿਵੇਂ ਬਣਦਾ ਹੈ, ਇਹਨੂੰ ਸਮਝਣ ਵਾਸਤੇ ਇਹ ਵਿਆਕਰਨ ਦੀ ਰੀਤ ਅਨੁਸਾਰ ਹੈ ਭਾਈ। ਇੱਥੇ ਵਿਆਕਰਨ ਦੀ ਰੀਤ ਲੱਗ ਗਈ। ਵਿਆਕਰਨ ਦੇ ਵਿੱਚ 7 ਵਿਭਕਤੀਆਂ ਮੰਨੀਆਂ ਗਈਆਂ ਨੇ। ਹੁਣ ਹਰੇਕ ਗੱਲ ਕਹਿਣ ਤੋਂ ਬਾਅਦ ਉਹਨੂੰ ਖੋਲਣਾ ਪਏਗਾ। ਹੁਣ ਸਵਾਲ ਪੈਦਾ ਹੋ ਗਿਆ ਵੀ ਵਿਭਕਤੀ ਕਿਹਨੂੰ ਕਹਿੰਦੇ ਆ? ਵਿਭਕਤੀ ਦਾ ਸਾਨੂੰ ਕੀ ਪਤਾ ਵੀ ਕੀ ਹੁੰਦੀ ਹੈ? ਉਹ ਸਾਸੀ ਵਿਭਕਤੀ ਦਾ ਮਤਲਬ ਭਾਗ, ਉਹਨੂੰ ਵੰਡ ਕਰਨੀ ਹੁੰਦੀ। ਵਿਭਾਗ ਵੰਡਿਆ ਹੋਇਆ, ਉਹ ਹੁਣ ਕਿਵੇਂ ਵੰਡਿਆ ਹੋਇਆ? ਸ਼ਬਦ ਵੰਡੇ ਹੋਏ ਨੇ। ਇਹ ਸਮਝਾਉਣ ਵਾਸਤੇ ਹੁਣ ਰਾਮ ਸ਼ਬਦ ਹੈ, ਉਹਦੀ ਜਿਹੜੀਆਂ 7 ਵਿਭਕਤੀਆਂ ਨੇ ਉਹ ਕੀ ਨੇ? ਉਹਦੇ ਚ ਰਾਮਾ, ਰਾਮੰ, ਰਾਮੇਣ, ਰਾਮੇਤ, ਰਾਮਾਏ, ਰਾਮਸਿਆ, ਰਾਮਾਸੋ। ਦੇਖੋ ਰਾਮ ਨੂੰ ਇੰਨੇ ਥਾਵਾਂ ਤੇ ਵੰਡ ਲਿਆ, 7 ਥਾਵਾਂ ਤੇ ਵੰਡ ਲਿਆ। 7 ਵਿਭਕਤੀਆਂ ਕਿਵੇਂ ਲੱਗਦੀਆਂ ਨੇ? ਹੁਣ ਜਿਹੜਾ ਰਾਮਾ ਕਿਹਾ ਇਹਦਾ ਫਿਰ ਵਿਆਕਰਨ ਦੀ ਰੀਤ ਅਨੁਸਾਰ ਅਰਥ ਹੈ ਰਾਮ ਹੈ। ਰਾਮਾ ਰਾਮ ਹੈ। ਰਾਮੰ ਇੱਥੇ ਅਰਥ ਬਦਲ ਗਿਆ ਰਾਮ ਨੂੰ। ਰਾਮੇਣ ਰਾਮ ਕਹਿ ਕੇ, ਰਾਮੇਤ ਰਾਮ ਤਾਈ, ਰਾਮ ਆਏ ਰਾਮ ਸੇ, ਰਾਮਾਸਿਆ ਰਾਮ ਕੀ, ਰਾਮਾਸ ਰਾਮ ਵਿਖੇ। ਇਹ ਜਿਹੜੀਆਂ ਰੀਤਾਂ ਨੂੰ ਵੇਖਦੀਆਂ, ਜਿਹੜਾ ਹੈ ਰਾਮ ਹੈ ਪ੍ਰਥਮਾ ਨੂੰ ਦੁਤੀਆ ਕਰਕੇ ਤ੍ਰਿਤੀਆ ਜਾਨ। ਪਹਿਲੀ ਵਿਭਕਤੀ ਤੇ ਲੱਗੇਗੀ ਹੈ, ਨੂੰ ਵਾਸਤੇ ਦੂਸਰੀ, ਕਰਕੇ ਤੀਸਰੀ। ਇਸ ਕਰਕੇ ਨਾ ਫਿਰ ਹੈ ਪ੍ਰਥਮਾ ਨੂੰ ਦੁਤੀਆ ਕਰਕੇ ਤ੍ਰਿਤੀਆ ਜਾਨ, ਤਾਈ ਵਾਸਤੇ ਚਤੁਰਥੀ ਤੇ ਸੇ ਪੰਚਮ ਮਾਨ। ਕਾ ਕੀ ਕੋ ਖਸਤੀ ਅਹਿ ਵਿਖੇ ਸਬਤ ਵੀ ਜਾਨ। ਇਹ ਜਿਹੜੀਆਂ ਵਿਭਕਤੀਆਂ ਹਨ, ਇਹ ਚੌਥੀ ਵਿਭਕਤੀ ਦੇ ਅਨੁਸਾਰ ਹੁਣ ਇਹ ਚੌਥੇ ਥਾਂ ਤੇ ਜਿਹੜਾ ਸਾਸ ਨਹੀਂ ਕਿਹਾ ਗਿਆ ਨਾ, ਉੱਥੇ ਇਹ ਸ਼ਬਦ ਵਰਤਿਆ ਗਿਆ ਹੈ। ਇਹਦਾ ਅਰਥ ਤਾਂ ਹੀ ਹੈ ਵਿਭਕਤੀ ਦੇ ਅਨੁਸਾਰ ਹੈ। ਕਿਉਂ ਹੈ ਪ੍ਰਥਮਾ, ਹੈ ਵਾਸਤੇ ਪਹਿਲੀ, ਨੂੰ ਵਾਸਤੇ ਦੂਸਰੀ, ਕਰਕੇ
ਤੀਸਰੀ ਤੇ ਤਾਈ ਵਾਸਤੇ ਚੌਥੀ ਹੈ, ਇਹ ਵਿਭਕਤੀ ਹੈ। ਇਸ ਕਰਕੇ ਸਾਧ ਜੀ ਇਹ ਵਿਆਕਰਨ ਦੇ ਵਿੱਚ ਐਸੀ ਰੀਤ ਮੰਨੀ ਗਈ ਹੈ, ਜੇ ਕਿਉਂਕਿ ਵੀ ਇਹ ਦਾ ਅਰਥ ਤਾਈ ਕਿਉਂ ਕੀਤਾ ਹੈ, ਇਹ ਵਿਆਕਰਨ ਅਨੁਸਾਰ ਹੈ ਤੇ ਇਹ ਸ਼ਾਸਤਰਕ ਵਿਧਾਨ ਦੇ ਅਨੁਸਾਰ। ਵਿਆਕਰਨ ਦੇ ਵਿੱਚ 7 ਕਾਰਕ ਵੀ ਮੰਨੇ ਆ। ਕਾਰਕ ਵਿਸ਼ੇਸ਼ ਕਰਕੇ ਕਰਨ ਵਾਲਾ, ਕਰਤਾ। ਇਸ ਸ਼ਬਦ ਦਾ ਵਿਸ਼ੇਸ਼ ਕਰਕੇ ਪ੍ਰਯੋਗ ਦੂਜੇ ਸ਼ਬਦ ਦੇ ਨਾਲ ਮਿਲ ਕੇ ਹੁੰਦਾ ਹੈ, ਜਿਵੇਂ ਸੁਖ ਕਾਰਕ, ਦੁੱਖ ਕਾਰਕ। ਕਾਰਕ ਜਿਹੜੇ ਨੇ ਇਹ ਇਸ ਤਰ੍ਹਾਂ ਦੇ ਸਾਧ ਸੁਝੀ ਮੰਨੇ ਆ। ਇਹ 7 ਕਾਰਕ ਹੈ। ਉਹਦੇ ਵਿੱਚ ਇੱਕ ਪਦ ਦੀ ਕਹਿੰਦੀ ਹੈ ਵੀ 7ਵਾਂ ਹੈ ਨਹੀਂ, ਗਿਣਤੀ ਆਉਂਦੀ ਹੈ ਪਰ ਉਹ 6 ਹੀ ਨੇ। ਵਿਆਕਰਨ ਦੇ ਅਨੁਸਾਰ ਸੰਗਿਆ ਜਿਹੜੀ ਸਰਵਨਾਮ ਜਿਹੜੇ ਸ਼ਬਦ ਦੀ ਉਹ ਅਵਸਥਾ ਜਿਹਦੇ ਵਿੱਚ ਕਿਰਿਆ ਦੇ ਨਾਲ ਸੰਬੰਧ ਪ੍ਰਗਟ ਹੋਵੇ, ਉਹ ਕਾਰਕ 6 ਨੇ। ਕਰਤਾ, ਕਰਮ, ਕਰਨ, ਸੰਪਰਦਾਨ, ਅਪਾਦਾਨ, ਅਧਿਕਰਨ। ਇਹਨਾਂ ਵਿੱਚ ਵੀ ਜਿਹੜੀ ਸਰਸਵੀ 6ਵੀਂ ਵਿਭਕਤੀ ਜਿਹੜੀ ਹੈ, ਤੇ ਇਹਨਾਂ ਬਿਨਾਂ ਹੋਰ ਵਿਭਕਤੀਆਂ ਕਰਮ ਅਨੁਸਾਰ ਨੰਬਰਵਾਰ ਸਾਰੀਆਂ ਲੱਗਦੀਆਂ। 6ਵੀਂ ਵਿਭਕਤੀ ਸੰਬੰਧ ਵਿੱਚ ਲੱਗਦੀ ਹੈ। ਇਹ ਕਾਰਕ ਨਹੀਂ ਹੈ। ਇਹ ਵਿਦਵਾਨਾਂ ਨੇ ਇਹਦੇ ਤੇ ਐਸਾ ਕਿਹਾ ਹੈ, ਜਿਵੇਂ ਉਦਾਹਰਨ ਹੈ ਸਮਝਣ ਵਾਸਤੇ ਵੀ ਕਰਤਾ, ਇਹਦੇ ਅਰਥ ਵੀ ਗੁਰਮੁਖ ਸਿੰਘ ਪਾਠ ਕਰਦਾ ਹੈ, ਇਹ ਕਰਤਾ ਦਾ ਹੋ ਗਿਆ ਅਰਥ। ਸੋ ਇਸ ਕਰਕੇ ਗੁਰਮੁਖ ਸਿੰਘ ਪਾਠ ਕਰਦਾ, ਜਾਂ ਗੁਰੂ ਕੇ ਸਿੱਖ ਨੇ ਅਰਦਾਸ ਕੀਤੀ, ਇਹ ਕਰਤਾ ਹੋ ਗਿਆ। ਕਰਮ, ਸਿੱਖ ਨੂੰ ਪ੍ਰਸ਼ਾਦਾ ਛਕਾਇਆ, ਇਹ ਕਰਮ ਹੋ ਗਿਆ। ਕਰਨ, ਕਲਮ ਨਾਲ ਲਿਖੋ। ਸੰਪਰਦਾਨ, ਆਖੇ ਵੀ ਮੇਰੇ ਲਈ ਘੋੜਾ ਲਾਇਆ ਜਾਂ ਮੇਰੇ ਲਈ ਆ ਗੱਡੀ ਲਾਇਆ, ਸਵਾਰੀ ਲਾਇਆ। ਅਪਾਦਾਨ, ਗ੍ਰੰਥੀ ਤੋਂ ਪੋਥੀ ਲਾਇਆ। ਉਹ ਸਬੰਧ ਬਾਬਾ ਮਹਿਤਾ ਬਾਬਾ ਕਲਿਆਣ ਚੰਦ ਜੀ ਦੇ ਸੁਪੁੱਤਰ ਜਗਤ ਦੇ ਉਦਾਹਰਨ ਹੇਤ ਗੁਰੂ ਨਾਨਕ ਸਾਹਿਬ ਜੀ ਆਏ। ਅਧਿਕਰਨ, ਗੁਰਦੁਆਰੇ ਵਿੱਚ ਕੀਰਤਨ ਹੁੰਦਾ ਹੈ। ਇਹ ਇਹਨਾਂ ਦੇ ਅਰਥ ਹਨ। ਇਸ ਕਰਕੇ ਇੱਥੇ ਇਹ ਦਾ ਅਰਥ ਤਾਂ ਹੀ ਕੀਤਾ ਹੈ, ਇਹਦਾ ਥੋੜਾ ਜਿਹਾ ਵਿਸਤਾਰ ਸੀ। ਆਦਿ ਗੁਰ ਇਹ ਨਮਹਿ, ਮੇਰੀ ਗੁਰੂ ਨਾਨਕ ਸਾਹਿਬ ਜੀ ਦੇ ਇਹ ਕਹੀਏ ਤਾਂ ਹੀ ਨਮਸਕਾਰ ਹੈ। ਇੰਨੇ ਅਰਥ ਸਾਧ ਸਿੰਘ ਜੀ ਸੀ। ਇਹਦੇ ਮੁੱਢ ਦੇ ਵਿੱਚ ਕੋਈ ਬਾਣੀ ਹੈ, ਉਹਦਾ ਥੋੜਾ ਜਿਹਾ ਵਿਸਤਾਰ ਹੁੰਦਾ ਹੈ। ਅੱਗੇ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ, ਜੁਗ ਆਦਿ ਗੁਰ ਏ ਨਮਹਿ। ਤੇ ਜੁਗ ਜਮਾ ਆਦਿ, ਜੁਗ ਦਾ ਅਰਥ ਹੈ 2। ਭਾਵ ਕੀ ਹੈ? ਜੁਗ ਦਾ ਅਰਥ 2 ਕਰਕੇ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਤੋਂ ਗੁਰੂ ਅਰਜਨ ਦੇਵ ਜੀ ਨੇ ਧਿਆਨ ਵਿੱਚ ਆਪਣੇ ਪਿਤਾ ਮਹਾਰਾਜ ਨੂੰ, ਗੁਰੂ ਰਾਮਦਾਸ ਜੀ ਤੇ ਗੁਰੂ ਅਮਰਦਾਸ ਜੀ, ਇਹ ਹੋ ਗਏ ਜੁਗ 2 ਗੁਰੂ ਹੋ ਗਏ। ਤੇ ਇਹਨਾਂ ਦੇ ਆਦ ਮੁੱਢ ਵਿੱਚ ਜਣੀ ਇਹਨਾਂ ਤੋਂ ਪਹਿਲੇ ਗੁਰੂ ਉਹ ਕੌਣ? ਜੁਗਾਦ। ਇਹਨਾਂ ਦੋਨਾਂ ਤੋਂ ਪਹਿਲਾਂ ਜਿਹੜੇ ਗੁਰੂ ਨੇ ਆਦ ਵਿੱਚ, ਮੁੱਢ ਵਿੱਚ, ਜਿਹੜੇ ਇਹਨਾਂ ਦਾ ਮੁੱਢ ਹੈ ਇਹਨਾਂ ਦੋਨਾਂ ਦਾ, ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਜੀ ਦਾ, ਉਹ ਕੌਣ? ਗੁਰੂ ਅੰਗਦ ਦੇਵ ਜੀ। ਗੁਰੂ ਨਾਨਕ ਦੇਵ ਜੀ ਤੋਂ ਬਾਅਦ ਫਿਰ ਗੁਰੂ ਅੰਗਦ ਦੇਵ ਜੀ ਨੂੰ ਇਹ ਕਹੀਏ ਤਾਂ ਹੀ ਮੇਰੀ ਨਮਹਿ ਨਮਸਕਾਰ ਹੈ। ਇਹ ਅੱਖਰਾਂ ਦੇ ਵਿੱਚੋਂ ਅਰਥ ਹਨ ਸਾਧ ਸੰਗਤ ਜੀ। ਗੁਰਬਾਣੀ ਦੇ ਅਰਥ ਸੌਖੀ ਦੀ ਬਾਤ ਨਹੀਂ ਹੈ, ਕੋਈ ਬੱਚਿਆਂ ਦੀ ਖੇਡ ਨਹੀਂ। ਤੇ ਜਿਹੜੀ ਅੱਜ ਬੱਚਿਆਂ ਵਾਂਗੂ ਖੇਡ ਬਣਾ ਲਈ, ਆਖੇ ਜੀ ਅਸੀਂ ਤਾਂ ਸੌਖੀ ਸੌਖੀ ਕਥਾ ਕਰਦੇ ਹਾਂ ਜਿਹੜੀ ਲੋਕਾਂ ਦੇ ਸਮਝ ਆ ਜਾਵੇ। ਫਿਰ ਮਾਸਟਰਾਂ ਨੂੰ ਵੀ ਕਹੋ ਵੀ ਸੌਖੇ ਸੌਖੇ ਸਵਾਲ ਪੜ੍ਹਾ ਦਿਆ ਕਰੋ, ਵੀ ਔਖੇ ਨਾ ਪੜ੍ਹਾਇਆ ਕਰੋ ਇਹਨਾਂ ਨੂੰ। ਫਿਰ ਦੇਖੋ ਵੀ BA ਪਾਸ MA ਪਾਸ ਕਰ ਲੈਣਗੇ। ਉਹ ਕਿਹਦੇ ਵਾਸਤੇ? ਇਹ ਪਸ਼ੂਆਂ ਤੇ ਪੰਛੀਆਂ ਵਾਸਤੇ ਨਹੀਂ ਹੈ ਗੁਰਸਿੱਖੋ। ਇਹ ਗੂੜੀਆਂ ਗੱਲਾਂ ਵੀ ਤਾਂ ਮਨੁੱਖ ਜਾਤੀ ਵਾਸਤੇ ਹੀ ਨੇ, ਮਨੁੱਖ ਨੂੰ ਸਮਝਾਉਣ ਵਾਸਤੇ। ਸੋ ਇਸ ਕਰਕੇ ਵੀ ਮੈਂ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਦੇ ਹਾਂ, ਵੀ ਜਿਹੜੇ ਉਹਨਾਂ ਦੇ ਮੁੱਢ 'ਚ ਉਹ ਕੌਣ? ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਨਮਸਕਾਰ ਹੈ। ਸਤਿਗੁਰ ਏ ਨਮਹਿ। ਸਤ ਸਰੂਪ ਗੁਰੂ ਅਮਰਦਾਸ ਜੀ, ਉਹਨਾਂ ਨੂੰ ਕਿਹਾ ਸਤਿਗੁਰੂ। ਜਿਹੜੇ ਗੁਰੂ ਦੇ ਗੁਰੂ ਹੋਣ ਉਹਨਾਂ ਨੂੰ ਸਤਿਗੁਰੂ ਕਹਿੰਦੇ, ਐਸਾ ਵੀ ਮੰਨਿਆ ਜਾਂਦਾ ਵਿਦਵਾਨਾਂ 'ਚ। ਗੁਰੂ ਤੋਂ ਪਹਿਲੇ ਗੁਰੂ ਉਹਨੂੰ ਸਤਿਗੁਰੂ। ਹੁਣ ਇਹਨਾਂ ਦੇ ਨਾਨੇ ਗੁਰੂ ਤੇ ਗੁਰੂ ਅਰਜਨ ਦੇਵ ਜੀ ਦੇ ਗੁਰੂ ਹੋ ਗਏ ਗੁਰੂ ਰਾਮਦਾਸ ਜੀ ਗੁਰਤਾਗਤ ਦੀ ਅਨੁਸਾਰ। ਉਹਨਾਂ ਦੇ ਗੁਰੂ ਗੁਰੂ ਅਮਰਦਾਸ ਜੀ, ਉਹ ਸਤਿਗੁਰੂ ਕਹੇ ਉਹਨਾਂ ਨੂੰ।
ਇਸ ਕਰਕੇ ਵੀ ਸਤਿਗੁਰੂ ਕਿਹਾ ਕਿ ਉਹ ਸਤ ਪ੍ਰਤਗੀ, ਉਹਨਾਂ ਦੇ ਏਕ ਹੀ ਤਾਈ ਮੇਰੀ ਨਮਹਿ ਨਮਸਕਾਰ ਹੈ। ਉਹ ਸਤ ਦੇ ਨਾਲ ਵਰਤੇ, ਸਤ ਪ੍ਰਤਗੀ ਰਹੇ। ਜੇ ਪ੍ਰੇਮੇ ਵਰਗੇ ਕੋੜੀ ਆ ਗਏ ਤਾਂ ਆਪਣੇ ਇਸ਼ਨਾਨ ਦੇ ਜਲ ਦੇ ਨਾਲ ਇਹ ਕੰਚਨ ਵਰਗੀ ਦੇਹ ਕਰ ਦਿੱਤੀ। ਜੇ ਖਤਰਾਣੀ ਦਾ ਬੇਟਾ ਵਿਧਵਾ ਦਾ ਗੋਇੰਦਵਾਲ ਦੇ ਅੰਦਰ ਇਕਲੌਤਾ ਪੁੱਤਰ ਮਰ ਗਿਆ, ਇੱਕ ਖਤਰਾਣੀ ਦਾ, ਅੰਮ੍ਰਿਤ ਵੇਲੇ ਚੀਕਾਂ ਮਾਰ ਮਾਰ ਕੇ ਰੋਈ ਕਿ ਮੈਂ ਹੁਣ ਜਿਉਂਦੀ ਨਹੀਂ ਰਹਿਣਾ। ਬੱਚੇ ਦੀ ਲਾਸ਼ ਰਾਤ ਨੂੰ ਇਹ ਚੁੱਕੀ, ਗੁਰੂ ਅਮਰਦਾਸ ਮਹਾਰਾਜ ਦੇ ਬੂਹੇ ਦੇ ਅੱਗੇ ਲਿਆ ਰੱਖਿਆ, ਬੱਚਾ ਮਰਿਆ ਵਾ, ਉੱਚੇ ਉੱਚੇ ਰੋ ਰਹੀ ਹੈ। ਗੁਰਸਿੱਖ ਇਕੱਠੇ ਹੋਏ, ਬੀਬੀ ਐਸਾ ਨਾ ਕਰ, ਸਿੱਖ ਨਿਤਨੇਮ ਕਰਦੇ ਨੇ, ਬਾਣੀ ਪੜ੍ਹਦੇ ਨੇ, ਗੁਰੂ ਸਾਹਿਬ ਜੀ ਆਪ ਸਮਾਧੀ ਦੇ ਵਿੱਚ ਨਾ। ਕਹਿੰਦੀ ਨਹੀਂ, ਜਾਂ ਤਾਂ ਗੁਰੂ ਸਾਹਿਬ ਮੇਰੇ ਬੱਚੇ ਨੂੰ ਜਿਉਂਦਾ ਕਰ, ਨਹੀਂ ਤਾਂ ਮੈਂ ਵੀ ਨਾਲੇ ਮਰੂੰਗੀ, ਗੁਰੂ ਦੇ ਬੂਹੇ ਤੇ ਮਰੂੰਗੀ। ਇੱਥੇ ਗੁਰੂ ਸਾਹਿਬ ਜਿਉਂਦਾ ਕਰ ਸਕਦੇ। ਉਹ ਚੀਕਾਂ ਗੁਰੂ ਅਮਰਦਾਸ ਮਹਾਰਾਜ ਦੇ ਕੰਨਾਂ ਵਿੱਚ ਪਈਆਂ। ਬੱਲੂ ਸੀ ਮਹਾਰਾਜ ਦਾ ਹਜ਼ੂਰੀਆ ਸੇਵ। ਕਹਿੰਦੇ ਬੱਲੂ, ਹਾਂ ਮਹਾਰਾਜ। ਕਹਿੰਦੇ ਰੋਣ ਦੀ ਆਵਾਜ਼ ਕੈਸੀ ਹੈ? ਕਹਿੰਦਾ ਮਹਾਰਾਜ ਦੇਖ ਕੇ ਆਉਣਾ। ਜਦੋਂ ਦੇਖ ਕੇ ਆਵਾਜ਼, ਕਹਿੰਦਾ ਮਹਾਰਾਜ ਇੱਕ ਖਤਨਾਣੀ ਵਿਧਵਾ ਸੀ ਬੀਬੀ, ਆਪਣੇ ਗੋਇੰਦਵਾਲ ਦੇ ਅੰਦਰ ਰਹਿਣ ਵਾਲੀ, ਉਹਦਾ ਪੁੱਤਰ ਚੜਾਈ ਕਰ ਗਿਆ, ਉਹ ਪੁੱਤਰ ਦੇ ਵਿਯੋਗ ਵਿੱਚ ਰੋਂਦੀ ਹੈ। ਮਹਾਰਾਜ ਕਹਿੰਦੇ ਅੱਛਾ ਭਾਈ, ਜੰਮਣਾ ਮਰਨਾ ਤਾਂ ਹੁਕਮ ਹੈ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਇਹ ਜੰਮਣਾ ਮਰਨਾ ਹੁਕਮ ਦੇ ਵਿੱਚ ਹੁੰਦਾ, ਤੂੰ ਜਾ ਕੇ ਉਹਨੂੰ ਕਹਿ ਵੀ ਬੀਬੀ ਰੋ ਨਾ, ਜੋ ਹੋਣਾ ਸੀ ਹੋ ਗਿਆ, ਦਿਨ ਚੜੇ ਤੇਰੇ ਨਾਲ ਸਿੱਖਾਂ ਨੂੰ ਲਾ ਕੇ ਸੰਸਕਾਰ ਕਰਾ ਦਿਆਂਗੇ। ਉਹ ਬੱਲੂ ਆ ਕੇ ਜਾ ਕੇ ਬੀਬੀ ਨੂੰ ਕਹਿੰਦਾ ਬੀਬੀ ਰੋ ਨਾ, ਵੀ ਗੁਰੂ ਸਾਹਿਬ ਨੇ ਕਿਹਾ ਇਹ ਅੰਮ੍ਰਿਤ ਵੇਲਾ ਹੈ, ਅਸ਼ਾਂਤ ਨਾ ਕਰ ਹੋਰਾਂ ਨੂੰ, ਤੇਰੇ ਤੇ ਤਾਂ ਭਾਣਾ ਵਰਤੇ ਗਿਆ, ਦਿਨ ਚੜੇ ਸੰਸਕਾਰ ਕਰਦਾ। ਕਿ ਕਹਿੰਦੀ ਸੰਸਕਾਰ ਕਰਨਾ ਹੁੰਦਾ ਵੀ ਮੈਂ ਉੱਥੇ ਨਾ ਰੱਖ ਲੈਂਦੀ, ਮੈਂ ਤਾਂ ਜਿਉਂਦਾ ਕਰਾਉਣਾ, ਨਹੀਂ ਤਾਂ ਮਰੂੰਗੀ ਮੈਂ ਵੀ। ਕਹਿੰਦੇ ਮਹਾਰਾਜ ਉਹ ਤਾਂ ਰੋਂਦੀ ਆ, ਉਹ ਤਾਂ ਕਹਿੰਦੀ ਵੀ ਸੰਸਕਾਰ ਕਰਨ ਵਾਸਤੇ ਨਹੀਂ ਲਿਆਂਦਾ, ਮੈਂ ਤਾਂ ਜਿਉਂਦਾ। ਕਹਿੰਦੇ ਸਮਾਧੀ ਤਾਂ ਲੱਗਣ ਨਹੀਂ ਦੇਣੀ ਬੀਬੀ ਨੇ। ਕਹਿੰਦੇ ਚੱਲ ਭਾਈ ਬੱਲੂ, ਪਹਿਲਾਂ ਆਪਾਂ ਇਹੀ ਕਾਰਜ ਕਰ ਲਈਏ। ਮੋਢੇ ਤੇ ਹੱਥ ਰੱਖਿਆ, ਸਿਆਣੀ ਉਮਰ ਸੀ ਹੋਈ ਵੀ ਸਰੀਰ ਦੀ। ਮਹਾਰਾਜ ਸਾਹਿਬ ਉਹਦੇ ਕੋਲ ਬੱਚੇ ਦੇ, ਬੀਬੀ ਫਿਰ ਚੁੱਪ ਕਰ ਗਈ ਮਹਾਰਾਜ ਨੂੰ ਦੇਖ ਕੇ। ਗੁਰਸਿੱਖ ਵੀ ਦੁਆਲੇ ਹੋ ਗਏ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਆਪਣਾ ਚਰਨ ਉਹਦੇ ਮਸਤਕ ਨੂੰ ਲਾਇਆ। ਗੁਰਤਾ ਗੱਦੀ ਦੇ ਮਾਲਕ ਮਹਾਰਾਜ ਨੇ, ਤੇ ਉਹ ਹੱਥ ਦੀ ਖੁੰਡੀ ਪਾ ਕੇ ਕਹਿੰਦੇ ਬੀਬੀ ਤੇਰੇ ਬੱਚੇ ਨੂੰ ਕੀ ਹੋਇਆ? ਤਾਂ ਜਿਉਂਦਾ ਹੀ ਆ। ਉਹ ਬੱਚਾ ਉੱਠ ਕੇ ਮਾਂ ਦੀ ਗਲ ਵਕੜੀ ਪਾ ਕੇ ਚਿੰਬੜ ਗਿਆ। ਉਹ ਮਾਂ ਕਹਿੰਦੀ ਮੈਨੂੰ ਕਿਉਂ ਚਿੰਬੜਦਾ ਹੈ? ਇਹਨਾਂ ਦੇ ਚਰਨਾਂ ਨੂੰ ਚਿੰਬੜ ਜੀ ਨੇ ਜਿਉਂਦਾ ਕੀਤਾ ਹੈ, ਮੇਰੇ ਕੰਨੀ ਤੇ ਤਾਂ ਮਰ ਗਿਆ ਸੀ ਤੂੰ। ਚਲੋ ਉਹ ਹੱਸਦੀ ਬੱਚੇ ਨੂੰ ਲੈ ਕੇ ਆਪਣੇ ਘਰ ਚਲੀ ਗਈ। ਸਮਾਧੀ ਦੇ ਵਿੱਚ ਬੈਠੇ ਪਰ ਸਮਾਧੀ ਨਾ ਲੱਗੇ। ਮਹਾਰਾਜ ਕਹਿੰਦੇ ਬੱਲੂ, ਉਹ ਬੜਾ ਸਿੱਧਾ ਜਿਹਾ ਬੰਦਾ ਸੀ ਇਹ ਜਿਹੜਾ ਸੇਵਾਦਾਰ ਸੀ। ਹਾਂ ਮਹਾਰਾਜ। ਕਹਿੰਦੇ ਅੱਜ ਸਾਡੀ ਸਮਾਧੀ ਨਹੀਂ ਲੱਗੀ। ਮਹਾਰਾਜ ਮੈਂ ਤਾਂ ਮੂਰਖ ਜਿਹਾ ਬੰਦਾ, ਮੈਨੂੰ ਕੀ ਪਤਾ ਸਮਾਧੀਆਂ ਕੀ ਹੁੰਦੀਆਂ ਨੇ, ਮੈਨੂੰ ਤਾਂ ਤੁਹਾਡੀ ਸੇਵਾ ਮਿਲੀ ਹੈ, ਬਸ ਇਹੀ ਮੇਰੀ ਸਮਾਧੀ ਹੈ। ਮਹਾਰਾਜ ਤੁਹਾਡੀਆਂ ਤੁਸੀਂ ਜਾਣੋ। ਕਹਿੰਦੇ ਨਹੀਂ, ਆਪਣੇ ਕੋਲੋਂ ਗਲਤ ਗੱਲ ਹੋ ਗਈ, ਰੱਬ ਦੇ ਸ਼ਰੀਕ ਬਣ ਗਏ ਆਪਾਂ ਤਾਂ। ਮਾਰਿਆ ਰੱਬ ਨੇ ਜਿਉਂਦਾ ਕਰ ਦਿੱਤਾ। ਕਹਿੰਦੇ ਇਹ ਮੂਏ ਜੀਵਾਵਨ ਭਲੀ ਨਾ ਰੀਤ, ਇਹ ਰੀਤ ਭਲੀ ਨਹੀਂ ਹੈ। ਕੱਲ ਨੂੰ ਕੋਈ ਹੋਰ ਮਰਿਆ ਲਿਆ ਕੇ ਰੱਖੂਗਾ, ਹੁਣ ਤਾਂ ਫਿਰ ਆਪਾਂ ਮੁਰਦੇ ਹੀ ਜਿਉਂਦੇ ਕਰਦੇ ਰਹਾਂਗੇ। ਕਹਿੰਦੇ ਮਹਾਰਾਜ ਫਿਰ ਕਹਿੰਦੇ ਹੁਣ ਇੱਕੋ ਵਾਰੀ ਕੰਮ ਨਿਬੇੜ ਦਿੰਦੇ ਆ ਵੀ ਮੁੜ ਕੇ ਆਪਾਂ ਨੂੰ ਇਹ ਕੰਮ ਨਾ ਕਰਨਾ ਪਵੇ। ਉਸੇ ਵੇਲੇ ਮਹਾਰਾਜ ਸਾਹਿਬ ਨੇ ਅੰਤਰ ਧਿਆਨ ਹੋ ਕੇ ਧਰਮਰਾਜ ਨੂੰ ਕਿਹਾ ਵੀ ਇੱਥੇ ਹਾਜ਼ਰ ਹੋ। ਉਹ ਥਰ-ਥਰ ਕੰਬਦਾ ਧਰਮਰਾਜ ਹੱਥ ਜੋੜੀ ਖੜਾ, ਮਹਾਰਾਜ ਮੇਰੇ ਕੋਲੋਂ ਗਲਤੀ ਹੋ ਗਈ ਕੋਈ? ਕਹਿੰਦੇ ਨਹੀਂ, ਹੋ ਨਾ ਜਾਵੇ। ਕਹਿੰਦੇ ਜੀ ਹੁਕਮ। ਕਹਿੰਦੇ ਜਿੰਨੀ ਦੇਰ ਤੱਕ ਸਾਡਾ ਸਰੀਰ ਹੈ ਉਨੀ ਦੇਰ ਤੱਕ ਗੋਇੰਦਵਾਲ ਦੇ ਅੰਦਰ ਕਿਸੇ ਦੀ ਮੌਤ ਨਹੀਂ ਕਰਨੀ। ਕਹਿੰਦਾ ਜੀ ਸਤ ਵਚਨ, ਤੁਹਾਡੇ ਹੁਕਮ ਦੇ ਵਿੱਚ ਸੰਸਾਰ ਦੀਆਂ ਮੌਤਾਂ ਹੋ ਰਹੀਆਂ ਨੇ, ਇਹ ਹੁਕਮੇ ਆਵੇ ਹੁਕਮੇ ਜਾਏ, ਆਗੇ ਪਾਛੇ ਹੁਕਮ ਸਮਾਏ। ਨਹੀਂ ਆਉਂਗਾ। 22 ਸਾਲ ਗੁਰਤਾ ਗੱਦੀ ਤੇ ਰਹੇ। ਉਦੋਂ ਬਾਅਦ 22 ਸਾਲ ਦੇ ਵਿੱਚ ਕੋਈ ਬੁੱਢਾ ਵੀ ਨਹੀਂ ਮਰਿਆ, ਜਵਾਨ ਦੀ ਤਾਂ ਇੱਕ ਪਾਸੇ ਰਹੀ। ਇਸ ਕਰਕੇ ਸਤ ਪ੍ਰਤਗੀ ਹੋਣ ਕਰਕੇ ਸਤਿਗੁਰੂ ਕਿਹਾ, ਬਚਨ ਪਾਲਿਆ। ਤੋ ਜਿਸ ਤਰ੍ਹਾਂ ਰਾਮਚੰਦਰ ਜੀ ਨੇ ਕਿਹਾ ਸੀ ਵੀ ਮੇਰੇ ਸਰੀਰ ਦੇ ਹੁੰਦਿਆਂ ਮਾਂ ਦੇ ਸਾਹਮਣੇ ਪੁੱਤ ਨਹੀਂ ਮਰੇਗਾ। ਬ੍ਰਾਹਮਣ ਦਾ ਪੁੱਤਰ ਮਰਿਆ ਸੀ, ਫਿਰ ਉਹ ਜਿਉਂਦਾ ਕੀਤਾ ਸੰਬੂਕ ਨਾਮੇ ਦੈਤ ਨੂੰ ਮਾਰ ਕੇ। ਤੇ ਮਹਾਰਾਜ ਸਤ ਪ੍ਰਤਗੀ ਨੂੰ ਉਦੋਂ ਵੀ ਵੱਡੀ ਗੱਲ ਕਰ ਵਿਖਾਈ। ਤੋ ਇਸ ਕਰਕੇ ਉਹਨਾਂ ਨੂੰ ਨਮਸਕਾਰ ਹੈ ਜਿਹਨੇ 22 ਸਾਲ
ਦੇਖ ਪ੍ਰਤਾਪ ਸੁਤ ਭਾਨ ਡਰਿਓ। ਜਿਨ੍ਹਾਂ ਦਾ ਪ੍ਰਤਾਪ ਦੇਖ ਕੇ ਧਰਮਰਾਜ ਵੀ ਡਰ ਗਿਆ, ਸੂਰਜ ਦਾ ਪੁੱਤਰ ਹੈ ਉਹ ਨਾ ਸਤਪ੍ਰਤਗੀ। ਉਹਨਾਂ ਨੇ ਗੋਇੰਦਵਾਲ ਗੋਵਿੰਦਪੁਰੀ ਸਮ ਜਲਣ ਤੀਰ ਬਿਪਾਸ ਬਣਾਇਓ। ਬਿਆਸਾ ਦੇ ਕਿਨਾਰੇ ਤੇ ਗੋਇੰਦਵਾਲ ਪੁਰੀ ਐਸੀ ਬਣਾਈ ਜਿਹੜੀ ਸੱਚਖੰਡ ਦੇ ਬਰਾਬਰ, ਉਹ ਰੱਬ ਦੇ ਉਸ ਸੱਚਖੰਡ ਬੈਕੁੰਠ ਵਰਗੀ ਪੁਰੀ ਇੱਥੇ ਬਣਾ ਦਿੱਤੀ। ਬੈਕੁੰਠ ਵਿੱਚ ਕੋਈ ਮਰਦਾ ਨਹੀਂ ਤੇ ਗੋਇੰਦਵਾਲ 'ਚ ਵੀ ਨਹੀਂ ਕੋਈ ਮਰਿਆ। ਬੈਕੁੰਠ ਵਿੱਚ ਕੋਈ ਰੋਗੀ ਨਹੀਂ ਤੇ ਗੋਇੰਦਵਾਲ ਦੇ ਵਿੱਚ ਵੀ ਕੋਈ ਰੋਗੀ ਨਾ ਛੱਡਿਆ ਮਹਾਰਾਜ ਨੇ। ਗੋਇੰਦਵਾਲ ਦੇ ਵਿੱਚ ਸ਼ਾਂਤ, ਸੱਚਖੰਡ ਦੇ ਵਿੱਚ ਸ਼ਾਂਤ ਰੂਪ ਬੈਠੇ ਨੇ ਸਾਰੇ, ਤੇ ਗੋਇੰਦਵਾਲ ਦੇ ਵਿੱਚ ਵੀ ਕਿਸੇ ਨੂੰ ਘਬਰਾਹਟ ਨਹੀਂ, ਸ਼ਾਂਤ ਨੇ। ਇਸ ਕਰਕੇ ਗੋਇੰਦਵਾਲ ਗੋਮਿੰਦਪੁਰੀ ਸਮ ਉਹਦੇ ਬਰਾਬਰ ਹੈ। ਜਲਣ ਤੀਰ ਬਿਪਾਸ ਬਣਾਇਓ। ਸੋ ਇਸ ਤਰ੍ਹਾਂ ਦੇ ਸਤਪ੍ਰਤਗੀ ਹੋਏ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ, ਉਹਨਾਂ ਨੂੰ ਮੇਰੀ ਨਮਸਕਾਰ ਹੈ। ਗੁਰੂ ਅਮਰਦਾਸ ਜੀ ਮਹਾਰਾਜ ਨੂੰ ਸ੍ਰੀ ਗੁਰਦੇਵ ਇਹ ਨਮః। ਹੁਣ ਅੱਗੇ ਆ ਗਏ ਗੁਰੂ ਅਰਜਨ ਦੇਵ ਜੀ ਦੇ ਪਿਤਾ ਗੁਰੂ ਕੌਣ ਹੈ? ਗੁਰੂ ਰਾਮਦਾਸ ਜੀ। ਉਹਨਾਂ ਦੇ ਮੂਹਰੇ ਸਿਰੀ ਲਾਈ ਹੈ। ਗੁਰੂ ਅਮਰਦਾਸ ਜੀ ਮੂਹਰੇ 7 ਸ਼ਬਦ ਲਾਇਆ ਹੈ ਤੇ ਇੱਥੇ 7 ਗੁਰ ਕਿਹਾ ਹੈ। ਉਹਦਾ ਕਾਰਨ ਹੈ ਸ੍ਰੀ ਨਾਮ ਸੋਭਾ ਦਾ, ਸ੍ਰੀ ਨਾਮ ਲక్ష్ਮੀ ਦਾ। ਲక్ష్ਮੀ ਦੇ ਸਹਿਤ ਗੁਰੂ ਰਾਮਦਾਸ ਜੀ। ਦੇਵ ਨਾਮ ਹੈ ਪ੍ਰਕਾਸ਼ ਦਾ। ਉਹਨਾਂ ਦੇ ਤਾਈ ਜੋ ਲక్ష్ਮੀ ਦੇ ਭਾਵ ਸੋਭਾ ਦੇ ਸਹਿਤ ਨੇ, ਲక్ష్ਮੀ ਦੇ ਸਹਿਤ ਨੇ, ਜਿਨ੍ਹਾਂ ਦੀ ਸੇਵਾ 'ਚ ਲక్ష్ਮੀ ਹਾਜ਼ਰ ਹੈ, ਉਹ ਗੁਰੂ ਰਾਮਦਾਸ ਜੀ। ਦੇਵ ਨਾਮ ਹੈ ਪ੍ਰਕਾਸ਼ ਦਾ, ਉਹ ਅਕਾਲ ਪੁਰਖ ਦਾ ਪ੍ਰਕਾਸ਼ ਰੂਪ। ਉਹਨਾਂ ਦੇ ਏਕ ਹੀ ਤਾਈ ਮੇਰੀ ਨਮਸਕਾਰ ਹੈ। ਕਾਰਨ ਹੈ ਕਿ ਜਿਸ ਵੇਲੇ ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਬਿਰਾਜਮਾਨ ਸਨ, ਉਸ ਵੇਲੇ ਇਸਤਰੀ ਦਾ ਰੂਪ ਧਾਰਨ ਕਰਕੇ ਲక్ష్ਮੀ ਮਹਾਰਾਜ ਦੇ ਚਰਨਾਂ ਦੇ ਵਿੱਚ ਆਈ। ਦੂਰ ਖੜੀ, ਮਹਾਰਾਜ ਕਹਿੰਦੇ ਇੱਥੇ ਖੜੀ ਰਹੇ, ਇੱਥੇ ਨੇੜੇ ਨਾ ਆਈ। ਉਹ ਬੇਨਤੀਆਂ ਕਰੇ, ਮਹਾਰਾਜ ਮੈਨੂੰ ਸਫਲੀ ਮੈਂ ਤਾਂ ਹੋਵਾਂਗੀ ਜੇ ਤੁਹਾਡੀ ਚਰਨੀ ਲੱਗੂ। ਗੁਰੂ ਅੰਗਦ ਦੇਵ ਜੀ ਸੇਵਾ ਦੇ ਵਿੱਚ ਉਦੋਂ ਭਾਈ ਲਹਿਣਾ ਕਹਿੰਦੇ ਸੀ। ਭਾਈ ਲਹਿਣੇ ਜੀ ਕਹਿੰਦੇ ਮਹਾਰਾਜ ਕੌਣ ਹੈ ਇਹ ਔਰਤ ਜਿਹਨੂੰ ਆਉਣ ਨਹੀਂ ਦਿੰਦੇ ਆਪ ਜੀ? ਕਹਿੰਦੇ ਲਹਿਣਿਆਂ ਲక్ష్ਮੀ ਹੈ। ਕਹਿੰਦੇ ਮਹਾਰਾਜ ਫਿਰ ਇਹ ਸਫਲੀ ਹੋਣ ਵਾਸਤੇ ਆਉਂਦੇ, ਜਿੱਥੇ ਹੋਰਾਂ ਨੂੰ ਕਿਸੇ ਨੂੰ ਹਟਾਉਂਦੇ ਨਹੀਂ, ਮਾਈ ਭਾਈ ਉਹ ਵੀ ਤਾਂ ਆਉਂਦੇ ਨੇ, ਇਹਨੂੰ ਕੀ ਰੋਕਦੇ ਹੋ? ਕਹਿੰਦੇ ਗੜਬੜ ਕਰ ਦਿੰਦੀ ਹੈ ਜਿੱਥੇ ਜਾਂਦੀ ਹੈ। ਕਹਿੰਦੇ ਅਸੀਂ ਨਿਸ਼ਚਾ ਕੀਤਾ ਵੀ 12 ਕੋ ਨੇੜੇ ਨਹੀਂ ਆਉਣ ਦੇਣੀ ਹੈ। ਉਹਨੂੰ ਕਿਹਾ ਲక్ష్ਮੀ 12 ਕੋ ਪਰੇ ਰਹੀ ਮੇਰੇ ਤੋਂ, ਜਿੰਨਾ ਚਿਰ ਮੇਰਾ ਸਰੀਰ ਹੈ। ਕਹਿੰਦੀ ਮਹਾਰਾਜ ਸਾਹਿਬ, ਕਹਿੰਦੇ ਫਿਰ ਸਫਲੀ ਕਿਵੇਂ ਹੋ? ਕਹਿੰਦੇ ਜਦੋਂ ਦੂਜਾ ਜਾਮਾ ਧਾਰਨ ਕਰਾਂਗੇ ਫਿਰ 6 ਕੋਹਾਂ ਨੇੜੇ ਆ ਜਾਈਂ। ਮੇਰੇ ਤੋਂ ਤਾਂ ਰਹੀ 12 ਕੋਹਾਂ ਪਰੇ, ਮੇਰੇ ਤੋਂ ਦੂਜੇ ਥਾਂ ਤੇ ਜਿਹੜਾ ਗੁਰੂ ਹੋਊਗਾ 6 ਕੋਹਾਂ ਪਰੇ ਰਹੀ। ਜਿਹੜੇ ਤੀਸਰੇ ਥਾਂ ਤੇ ਹੋਣਗੇ ਉਹਨਾਂ ਦੇ ਬੂਹੇ ਤੇ ਆ ਜਾਈਂ। ਅੰਗੀਕਾਰ ਨਹੀਂ ਕਰਾਂਗੇ, ਬੂਹੇ ਤੇ ਖੜੀ ਰਹੇਗੀ ਸੇਵਾ ਵਾਸਤੇ। ਜਦੋਂ ਚੌਥਾ ਜਾਮਾ ਧਾਰਨ ਕਰਾਂਗੇ ਫਿਰ ਤੈਨੂੰ ਸਫਲੀ ਕਰ ਦਿਆਂਗੇ। ਇਸ ਕਰਕੇ ਸ੍ਰੀ ਪਦ ਤਾਂ ਵਰਤਿਆ ਹੈ। ਤੇ ਮਹਾਰਾਜ ਸਾਹਿਬ ਜੀ ਨੇ ਫਿਰ ਇਹ ਜਿਹੜਾ ਨਿਯਮ ਸੀ, ਜਦੋਂ ਚੌਥਾ ਜਾਮਾ ਧਾਰਨ ਕੀਤਾ ਉਦੋਂ ਲక్ష్ਮੀ ਫਿਰ ਸਫਲੀ ਹੋਣ ਵਾਸਤੇ 4 ਬੂਹਿਆਂ ਦੇ ਵਿੱਚ ਆ ਗਈ। ਮਹਾਰਾਜ ਸਫਲੀ ਕਰ ਦਿਓ। ਤਾਂ ਸ੍ਰੀ ਗੁਰਦੇਵ ਇਹ ਨਮਹਿ ਕਿਹਾ। ਉਹ ਸ੍ਰੀ ਲక్ష్ਮੀ ਨੂੰ ਸਫਲੀ ਕਰਨ ਵਾਸਤੇ, ਜਿਨ੍ਹਾਂ ਨੇ ਚੌਥੇ ਜਾਮੇ ਦੇ ਵਿੱਚ ਲక్ష్ਮੀ ਸਫਲ ਕੀਤੀ, ਸੋਭਾ ਦੇ ਮਾਲਕ ਬਣੇ ਤੇ ਲక్ష్ਮੀ ਸੇਵਾ ਕਰਨ ਵਾਸਤੇ ਹਾਜ਼ਰ ਹੋ ਗਈ ਹੈ, ਲక్ష్ਮੀ ਦੇ ਮਾਲਕ ਬਣੇ, ਉਹਨਾਂ ਗੁਰੂ ਸਾਹਿਬਾਨਾਂ ਨੂੰ ਮੇਰੀ ਨਮਸਕਾਰ ਹੈ। ਤੋ ਇਸ ਤਰ੍ਹਾਂ ਸਾਸੀ ਇਹਦਾ ਦੂਜਾ ਅਰਥ ਇਸ ਪ੍ਰਕਾਰ ਵੀ ਹੈ। ਇਹ ਆਦਿ ਗੁਰ ਤੋਂ ਸੇ ਪੜ੍ਹ ਦੋ ਸਾਰੇ ਇਕੱਠੇ ਹੀ। ਆਦਿ ਗੁਰ ਤੋਂ ਸਾਰਾ ਪੜ੍ਹ ਦੋ। ਆਦਿ ਗੁਰ ਏ ਨਮః, ਜੁਗਾਦ ਗੁਰ ਏ ਨਮః, ਸਤਿਗੁਰ ਏ ਨਮঃ, ਸ੍ਰੀ ਗੁਰਦੇਵ ਏ ਨਮঃ। ਇਹਦਾ ਦੂਸਰਾ ਅਰਥ ਹੈ ਆਦਿ ਕੌਣ ਹੈ? ਚੇਤਨ ਸਰੂਪ ਪਰਮੇਸ਼ਰ। ਤੇ ਉਹ ਸਾਸੀ ਚੇਤਨ ਸਰੂਪ ਗੁਰੂ ਜੀ ਹਨ, ਉਹਨਾਂ ਨੂੰ ਮੇਰੀ ਨਮਸਕਾਰ ਹੈ। ਜੁਗਾਦ, ਜੁਗਾਂ ਜੁਗੰਤਰਾਂ ਦੇ ਵਿੱਚ ਜਿਹੜਾ ਚੇਤਨ ਬ੍ਰਹਮ ਹੈ, ਉਸ ਬ੍ਰਹਮ ਦੇ ਰੂਪ ਗੁਰੂ ਸਾਹਿਬ ਨੂੰ ਮੇਰੀ ਨਮਸਕਾਰ ਹੈ। ਸਤ ਗੁਰ, ਸਤ ਤ੍ਰੈ ਕਾਲ ਅਵਧ ਤੁੰਗ ਸਤਤਿਅੰ, ਤ੍ਰੈ ਕਾਲ ਅਵਾਦ ਰੂਪ ਜੋ ਗੁਰੂ ਹੈ, ਗੁਰ ਚੇਤਨ ਹੈ, ਉਹਦੇ ਤਾਈਂ ਮੇਰੀ ਨਮਸਕਾਰ ਹੈ। ਸ੍ਰੀ ਜੋ ਸ਼੍ਰੋਮਣੀ ਹੈ, ਗੁਰਦੇਵ, ਗੁਰ ਪੂਜਨੀਕ ਦੇਵ ਪ੍ਰਕਾਸ਼ ਰੂਪ, ਉਹਨਾਂ ਦੇ ਤਾਈਂ ਮੇਰੀ ਨਮਸਕਾਰ ਹੈ।
ਇੰਨੇ ਸਾਧ ਸੰਗਤ ਜੀ ਇਹ ਬਹੁਤ ਜ਼ਰੂਰੀ ਸਨ। ਤੇ ਇਹਨਾਂ ਤੋਂ ਅੱਗੇ ਫਿਰ ਹੁਣ ਜਿਸ ਪ੍ਰਕਾਰ ਅੱਗੇ ਇਸੇ ਸ਼ਲੋਕ ਦਾ ਫਿਰ ਸਿਧਾਂਤ ਲਿਆ ਕਰਨਗੇ ਸਾਰੇ ਸ਼ਬਦ ਦੇ ਵਿੱਚ, ਅਸ਼ਟਪਦੀ ਦੇ ਵਿੱਚ। ਹੁਣ ਅੱਗੇ ਸ਼ਰਮਣ ਕਰੋ ਜੀ। ਅਸ਼ਟਪਦੀ ਜਿਹੜੀ ਹੈ ਸਾਧ ਸੰਗਤ ਜੀ, ਇਹਦਾ ਢੰਗ ਉਚਾਰਨ ਕਰਨ ਦਾ ਹੈ ਵੀ ਅਸ਼ਟ ਤੇ ਪਦੀ ਵਿਚਾਲੇ ਥੋੜੀ ਜਿਹੀ ਡੈਸ਼ ਲਾਉਣੀ ਹੈ। ਤੇ ਅਸ਼ਟ ਕਹਿ ਕੇ ਪਦੀ ਕਰਨੇ, ਅੱਖਰ ਇਕੱਠੇ ਰਹਿਣੇ, ਅਸ਼ਟਪਦੀ। ਇੱਕ ਤਾਂ ਅਸ਼ਟਪਦੀ ਨਾ ਬਣ ਜਾਏ, ਸੱਸੇ ਦੇ ਪੈਰ 'ਚ ਬਿੰਦੀ ਨਾ ਲੱਗ ਜਾਏ। ਜਦੋਂ ਅਸ਼ਟਪਦੀ ਕਹਾਂਗੇ ਸੱਸੇ ਪੈਰ 'ਚ ਬਿੰਦੀ ਲੱਗੂਗੀ। 24 ਗਲਤੀਆਂ ਤਾਂ ਫਿਰ ਇਹੀ ਹੋਣਗੀਆਂ ਅਸ਼ਟਪਦੀ ਕਹਿਣ ਦੇ ਵਿੱਚ। ਇੱਕ ਤਾਂ ਇਹ ਤੋਂ ਬਚਣਾ, ਅਸ਼ਟ ਕਹਿ ਕੇ ਪਦੀ ਕਹਿਣਾ, ਅਸ਼ਟਪਦੀ। ਤੇ ਵੱਡੇ ਜਥੇ ਦੇ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਖਾਂ ਦੇ ਵੇਲੇ ਇੱਕ ਯੂਪੀ ਬਿਹਾਰ ਦਾ ਗੁਰੂ ਕਾ ਸਿੰਘ ਸਜਿਆ ਹੋਇਆ, ਕੁਛ ਤਾਂ ਬੋਲੀ ਦਾ ਫਰਕ ਹੁੰਦਾ ਹੈ। ਸੰਤਾਂ ਨੇ ਇਹਦੇ ਅਰਥ ਕੀਤੇ, ਕਹਿੰਦੇ ਭਾਈ ਜਦੋਂ ਅਸ਼ਟਪਦੀ ਆਈ, ਕਹਿੰਦੇ ਅਸ਼ਟ ਕਹਿ ਕੇ ਪਦੀ ਕਹਿਣਾ, ਕਿਤੇ ਅਸ਼ਟਪਦੀ ਨਾ ਕਰ ਲਿਓ। ਉਹ ਜਿਉਂ ਲੱਗਿਆ ਸੰਥਿਆ ਪਕਾਉਣ ਵੀ ਚੰਗੀ ਤਰ੍ਹਾਂ ਸੁੱਧ ਕਰ ਲਵਾਂ, ਕਹੀ ਜਾਵੇ ਅਸ਼ਟਪਦੀ। ਮਹਾਂਪੁਰਸ਼ ਕਹਿੰਦੇ ਘੋੜੀ ਟੱਪਦੀ ਹੈ, ਅਸਨਾਮ ਘੋੜੀ ਦਾ ਹੁੰਦਾ ਹੈ, ਅਸ਼ਟ ਕਹਿ ਕੇ ਪਦੀ ਕਹਿ। ਇਹ ਸੰਥਿਆ ਇਸੇ ਵਾਸਤੇ ਹੁੰਦੀ ਹੈ। ਤੇ ਅੱਖਰ ਇਕੱਠੇ ਰਹਿਣੇ। ਅਸ਼ਟਪਦੀ ਦਾ ਮਤਲਬ 8 ਪਦਾਂ ਵਾਲੀ, ਉਹ ਸ਼ਬਦ ਜਿਹਦੇ 8 ਪਦ ਹੋਣ। ਪਰ ਮਹਾਰਾਜ ਸਾਹਿਬ ਨੇ ਹਰ ਪੌੜੀ ਦੀਆਂ ਜਿਹੜੀਆਂ ਸਾਧ ਦੀਆਂ 8 ਪਦ ਹੈਗੇ, ਇਹਦੀਆਂ 10 ਤੁਕਾਂ ਰੱਖੀਆਂ। ਇਹ ਮਹਾਰਾਜ ਸਾਹਿਬ ਦੀ ਬਾਣੀ ਦੇ ਮਾਲਕ ਨੇ। ਆਓ ਜਿਸ ਪ੍ਰਕਾਰ ਫਿਰ ਇਹਦਾ ਮਹਾਤਮ ਹੁਣ ਕਥਨ ਕਰਦੇ ਨੇ। ਅਸ਼ਟਪਦੀ 'ਚ ਨਾਮ ਦਾ ਮਹਾਤਮ ਕਥਨ ਕਰਨਗੇ। ਨਾਮ ਦਾ ਕੀ ਮਹਾਤਮ ਹੈ, ਇਹ ਨਾਮ ਰੂਪ ਹੈ ਬਾਣੀ। ਮਹਾਰਾਜ ਸਾਹਿਬ ਜੀ ਫਰਮਾਉਂਦੇ ਨੇ, ਸੁਣੋ ਜੀ। ਸਿਮਰ ਸਿਮਰ ਸੁਖ ਪਾਵੋ। ਤੇ ਮਹਾਰਾਜ ਸਾਹਿਬ ਕਹਿੰਦੇ, ਹੇ ਭਾਈ ਗੁਰਸਿੱਖੋ, ਪਰਮੇਸ਼ਰ ਦੇ ਨਾਮ ਨੂੰ ਹਿਰਦੇ ਕਰਕੇ ਵੀ ਸਿਮਰੋ। ਨਾਮ ਹੈ ਯਾਦ ਕਰਨ ਦਾ, ਸਿਮਰੋ ਯਾਦ ਕਰੋ। ਬਾਣੀ ਕਰਕੇ ਵੀ, ਰਸਨਾ ਕਰਕੇ ਸਿਮਰੋ ਯਾਦ ਕਰੋ। ਤਨ ਕਰਕੇ ਵੀ ਸਿਮਰਨ ਕਰੋ। ਮਨ ਬਾਣੀ ਸਰੀਰ ਕਰਕੇ ਉਹਦਾ ਸਿਮਰਨ ਕਰੋ, ਤਾਂ ਕੀ ਹੋਏਗਾ? ਸੁਖ ਪਾਵੋ, ਸੁਖ ਪ੍ਰਾਪਤ ਹੋਏਗਾ। ਸਿਮਰਨ ਯੋਗ, ਪਰਮੇਸ਼ਰ ਦੇ ਸਿਮਰਨ ਨੂੰ ਸਿਮਰ ਕੇ ਆਤਮਿਕ ਸੁਖ ਨੂੰ ਪਾਵੋ, ਪਾਉਣਾ ਕਰੋ। ਸਿਮਰ ਸੁਖ ਪਾਵੋ, ਆਪ ਜਪੋ ਅਵਰ ਹੈ ਨਾਮ ਜਪਾਵੋ। ਐਸਾ ਹੈ। ਅੱਗੇ ਦੱਸਦੇ ਹਨ, ਕਾਲ ਕਲੇਸ਼ ਤਨ ਮਾਹੇ ਮਿਟਾਵੋ। ਤੇ ਉਸ ਸਿਮਰਨ ਕਰਕੇ ਉਸ ਵਾਹਿਗੁਰੂ ਦਾ ਕਲ ਨਾਮ ਕਲਪਨਾ ਦਾ ਹੈ ਭਾਈ। ਕਲਪਨਾ ਇਹ ਸਾਰਿਆਂ ਨੂੰ ਖਾਈ ਜਾ ਰਹੀ ਹੈ। ਕਲਪਨਾ ਕਿਸਮਾਂ ਬਦਲ ਸਕਦੀ ਹੈ ਕਲਪਨਾ, ਲੇਕਿਨ ਕਲਪਨਾ ਤਾਂ ਕਲਪਨਾ ਹੀ ਹੁੰਦੀ ਹੈ। ਧਨ ਦੀ ਕਲਪਨਾ ਹੈ, ਤੰਦਰੁਸਤੀ ਦੀ ਕਲਪਨਾ ਹੈ, ਬੱਚਿਆਂ ਦੀ ਕਲਪਨਾ ਹੈ, ਧੀਆਂ ਦੀ ਕਲਪਨਾ ਹੈ, ਪੁੱਤਾਂ ਦੀ ਕਲਪਨਾ ਹੈ। ਕਾਹਦੀ ਕਲਪਨਾ? ਕਲਪਨਾ ਖਾਈ ਜਾ ਰਹੀ ਹੈ। ਅਤੇ ਕਲੇਸ਼ ਜਿਹੜੇ ਨੇ ਇਹ 5 ਪ੍ਰਕਾਰ ਦੇ ਹੁੰਦੇ ਆ। 5 ਪ੍ਰਕਾਰ ਦੇ ਕਲੇਸ਼, ਰਾਗ ਦਵੈਸ਼, ਇਹ ਸਾਧ ਸੰਗਤ ਜੀ ਜਿਸ ਤਰ੍ਹਾਂ ਦੇ ਹੈ ਅਸੰਭਤਾ, ਅਭਿੰਨ ਵੇਸ਼, ਰਾਗ ਦਵੈਸ਼, ਅਭਿੰਨ ਵੇਸ਼ ਤੇ ਅਵਿਦਿਆ ਹੈ, ਇਹ ਸਾਰੇ ਕਲੇਸ਼ ਹਨ। ਇਸ ਕਰਕੇ ਰਾਗ ਕਿਸੇ ਨਾਲ ਬੇਲੋੜਾ ਪ੍ਰੇਮ ਕਰਨਾ, ਦਵੈਸ਼ ਕਿਸੇ ਨਾਲ ਊਈ ਬੈਰ ਕਰੀ ਜਾਣਾ, ਅਵਿਦਿਆ ਬੇਸਮਝੀ, ਅਸੰਭਤਾ ਝਗੜਾ ਪਾਈ ਰੱਖਣਾ ਸਾਰਿਆਂ ਨਾਲ, ਤੇ ਫਿਰ ਅਭਿੰਨ ਵੇਸ਼ ਅਣਹੋਏ ਸਾਧ ਸੰਗਤ ਜਿਹੜੇ ਉਹ ਜਾਂ ਉਲਟਾ ਹੱਠ ਕਰਨਾ। ਅਭਿੰਨ ਵੇਸ਼ ਉਹਨੂੰ ਕਹਿੰਦੇ ਉਲਟਾ ਹੱਠ ਕਰਨਾ। ਇਹ ਤਨ ਦੇ ਵਿੱਚੋਂ ਤੁਹਾਡੇ ਦੂਰ ਹੋ ਜਾਣਗੇ ਸਿਮਰਨ ਕਰਨ ਦੇ ਨਾਲ। ਸਿਮਰੋ ਜਾਸ ਵਿਸਵੰ ਭਰ ਇੱਕ। ਇਹਨੂੰ ਭਾਈ ਵਿਸਵੰ ਕਹਿ ਕੇ ਭਰ ਕਹਿਣਾ, ਜਣੀ ਇਕੱਠੇ ਅੱਖਰੇ ਰੱਖਣੇ ਨੇ, ਮਤਲਬ ਥੋੜੀ ਜਿਹੀ ਡੈਸ਼ ਲਾਉਣੀ ਹੈ। ਮਹਾਰਾਜ ਸਾਹਿਬ ਕਹਿੰਦੇ ਵਿਸਵੰ ਨਾਮ ਵਿਸ਼ਵ ਦਾ ਹੈ। ਵਿਸ਼ਵ ਸੰਸਾਰ ਨੂੰ ਕਹਿੰਦੇ ਨੇ। ਸਾਰਿਆਂ ਨੂੰ ਰੋਜੀ ਦੇ ਕੇ ਜਾਂ ਸਵਾਸਾਂ ਦੇ ਨਾਲ ਭਰਨ ਵਾਲਾ ਹੈ। ਸਵਾਸਾਂ ਨਾਲ ਭਰੀਆਂ ਹੋਈਆਂ ਦੇਹਾਂ ਰੋਜੀ ਦੇ ਰਿਹਾ ਹੈ ਤੇ ਇਹਨਾਂ ਦੀ ਪੂਰਤੀ ਕਰ ਰਿਹਾ ਹੈ। ਤੇ ਐਸਾ ਜੋ ਪਰਮੇਸ਼ਰ ਵਾਹਿਗੁਰੂ ਹੈ, ਪੂਰਤੀ ਕਰਨ ਵਾਲਾ ਹੈ,
ਤੇ ਉਹ ਕੌਣ ਹੈ? ਇੱਕ ਪਰਮੇਸ਼ਰ ਹੈ ਜੇ। ਨਾਮ ਜਪਤ ਅਗੰਤ ਅਨੇਕ। ਇਹਨੂੰ ਅਗੰਤ ਕਹਿਣਾ ਭਾਈ, ਗਿਣਤੀ ਤੋਂ ਰਹਿਤ ਪਰਮੇਸ਼ਰ ਵਾਹਿਗੁਰੂ ਦੇ ਨਾਮ। ਇਹ ਦੋ ਗੱਲਾਂ ਨੇ। ਜਿਸ ਵਾਹਿਗੁਰੂ ਦਾ ਨਾਮ ਵੀ ਅਨੇਕਾਂ ਹਨ, ਉਸ ਦੇ ਨਾਮ ਨੂੰ ਅਨੇਕਾਂ ਦੇ ਨਾਲ ਉਹਦੇ ਅਨੇਕਾ ਹੈ, ਨਾਮ ਵੀ ਅਨੇਕਾਂ ਹੀ ਨੇ ਉਸ ਦੇ। ਤੇ ਜਪਤ ਜਪਣ ਵਾਲੇ ਵੀ ਅਗਣਤ, ਗਿਣਤੀ ਨਹੀਂ ਕਿੰਨੇ ਭਗਤ ਜਪਣ ਵਾਲੇ ਨੇ। ਉਹਦੇ ਨਾਮ ਵੀ ਅਣਗਿਣਤ, ਉਹਦੇ ਜਪਣ ਵਾਲੇ ਵੀ ਜਿਹੜੇ ਨੇ ਉਹ ਵੀ ਗਿਣਤੀ ਤੋਂ ਰਹਿਤ ਹਨ। ਨਾਮ ਅਨੇਕਾਂ ਤੇ ਜਪਣ ਵਾਲੇ ਹੀ ਗਿਣਤੀ ਤੋਂ ਰਹਿਤ ਹਨ, ਜੋ ਉਸ ਨੂੰ ਜਪਦੇ ਹਨ। ਵੇਦ ਪੁਰਾਣ ਸਿਮਰਤ ਸੁਧਾਖਰ। ਇਹ ਦੋ ਤਿੰਨ ਕੁੰਡੀਆਂ ਪਾਈ ਮੁੱਢ ਦੇ ਵਿੱਚ ਇਕੱਠੀਆਂ ਆਈਆਂ ਮਿਆਂ ਨੇ ਸੁਖਮਨੀ ਸਾਹਿਬ ਦੇ। ਸੁਧ ਕਰਨਾ ਤਾਂ ਇਸ ਨੂੰ ਧਿਆਨ ਦੇ ਨਾਲ ਪਕਾਉਣਾ ਪਏਗਾ। ਮਹਾਰਾਜ ਸਾਹਿਬ ਜੀ ਇਹਦੇ ਦੋ ਸ਼ਬਦ ਜਿਹੜੇ ਨੇ, ਇੱਕ ਤਾਂ ਖੱਖੇ ਦੇ ਪੈਰ ਦੇ ਵਿੱਚ ਥੋੜਾ ਨਿਸ਼ਾਨ ਲੱਗਿਆ, ਅਗਲੀ ਤੁਕ ਦੇ ਵਿੱਚ ਵੀ ਖੱਖੇ ਦੇ ਪੈਰ ਦੇ ਨਿਸ਼ਾਨ ਹੈ। ਸੁਧਾਖਰ ਤੇ ਆਖਰ ਐਸੇ ਹੀ ਉਚਾਰਨ ਕਰਨਾ ਇਹਦਾ। ਤੇ ਇਹਦੇ ਵਿੱਚ ਮਹਾਰਾਜ ਸਾਹਿਬ ਕਹਿੰਦੇ ਨੇ ਵੇਦ ਕੀਨ ਚਾਰ, ਸ਼ਾਮ ਵੇਦ, ਰਿਗ ਵੇਦ, ਜੋਜਰ ਵੇਦ, ਅਥਰਵਣ ਵੇਦ। 18 ਪ੍ਰਾਣ, 27 ਸਿਮਰਤੀਆਂ। ਇਹਨਾਂ ਸਾਰਿਆਂ ਦੇ ਸੁਧਾਖਰ ਸੁੱਧ ਪਵਿੱਤਰ ਅੱਖਰ ਅੱਖਰ ਨੂੰ ਸੋਧਿਆ, ਵਿਚਾਰਿਆ। ਵੇਦ ਜੋ ਗਿਆਨ ਸਰੂਪ, ਪੁਰਾਣ ਪੁਰਾਤਨ ਸਰੂਪ ਜਾਂ ਪੁਰਾਣ, ਸਿਮਰਤ ਸਿਮਰਨ ਯੋਗ। ਇਹ ਦੂਸਰੇ ਅਰਥ ਦੇ ਵਿੱਚ ਵੇਦ ਗਿਆਨ ਦਾ ਨਾਮ, ਜੋ ਪੁਰਾਣ ਪੁਰਾਣਾ ਸਰੂਪ, ਗਿਆਨ ਸਰੂਪ, ਪੁਰਾਣ ਪੁਰਾਤਨ ਸਰੂਪ ਹੈ। ਸਿਮਰਤ ਸਿਮਰਨ ਯੋਗ, ਸੁੱਧ ਅੱਖਰ ਪਰਮੇਸ਼ਰ ਦਾ ਨਾਮ ਹੀ ਹੈ। ਕਿਨੇ ਰਾਮ ਨਾਮ ਇੱਕ ਆਖਰ। ਇਹਨੂੰ ਆਖਰ ਕਹਿਣਾ। ਤੇ ਜੋ ਪਰਮੇਸ਼ਰ ਹੈ, ਖਰਨ ਤੋਂ ਰਹਿਤ ਹੈ, ਉਹ ਪਰਮੇਸ਼ਰ ਹੈ। ਆਖਰ ਅੰਤ ਨੂੰ ਇੱਕ ਰਾਮ ਪਰਮੇਸ਼ਰ ਦਾ ਨਾਮ ਹੀ ਸੁਖਾਂ ਦਾ ਸਾਧਨ ਨਿਸ਼ਚੇ ਕਿਨੇ ਕੀਤਾ ਹੈ। ਕਿਨੇ ਇਹ ਨਿਸ਼ਚੇ ਕੀਤਾ। ਜਦੋਂ ਵੇਦ ਪੁਰਾਣ ਸਿਮਰਤੀਆਂ ਦਾ ਸੁਧਾਖਰ ਅੱਖਰ ਅੱਖਰ ਸੋਧਿਆ, ਤਦੋਂ ਰਾਮ ਪਰਮੇਸ਼ਰ ਦਾ ਨਾਮ ਹੀ ਇੱਕ ਸਾਰ ਰੂਪ ਅੱਖਰ ਨਿਸ਼ਚੇ ਕੀਤਾ ਗਿਆ। ਨਾਮ ਦਾ ਸਿਮਰਨ ਹੀ ਸਭ ਦਾ ਸਿਧਾਂਤ ਲੱਭਿਆ। ਵੇਦਾਂ ਦੀਆਂ ਸੁਰਤੀਆਂ ਨੂੰ ਵੰਡਣ ਵਾਸਤੇ ਦੇਵਤਿਆਂ ਨੇ ਸੰਮਤੀ ਕਰ ਲਈ ਵੀ ਮਹਾਦੇਵ ਸ਼ਿਵ ਜੀ ਵੰਡੂਗਾ, ਸੁਰਤੀਆਂ ਵੰਡੋ ਜੀ ਸਾਰਿਆਂ ਨੂੰ। ਉਹ ਇਹ ਗੱਲ ਤੈਅ ਹੋ ਗਈ, ਸਾਡੇ ਤਾਂ ਹੀ ਵਰਤਾ ਦਿਓ। ਸ਼ਿਵਾ ਨੇ ਇਹ ਸਾਰੀਆਂ ਸੁਰਤੀਆਂ ਵੰਡੀਆਂ, ਪਰ ਦੋ ਅੱਖਰ ਰਾਰਾ ਤੇ ਮੰਮਾ ਅੱਖਰ ਦੋਵੇਂ ਰੱਖ ਲਏ। ਦੇਵਤੇ ਕਹਿਣ ਲੱਗੇ ਜੀ ਇਹ ਕਿਉਂ ਰੱਖੇ ਨੇ? ਸ਼ਿਵ ਜੀ ਕਹਿੰਦਾ ਵੀ ਵਰਤਾਉਣ ਵਾਲੇ ਦਾ ਹਿੱਸਾ ਨਹੀਂ ਹੁੰਦਾ, ਮੈਂ ਸਾਰਾ ਕੁਝ ਤਾਂ ਨਹੀਂ ਵਰਤਾਉਣਾ, ਮੈਂ ਆਪਣਾ ਹਿੱਸਾ ਵੀ ਤੇ ਰੱਖਣਾ ਹੈ। ਇਹ ਮੈਂ ਆਪਣਾ ਹਿੱਸਾ ਰੱਖਿਆ। ਕਹਿੰਦੇ ਜੀ ਕੀ ਕਾਰਨ ਹੈ ਇਹ? ਕਹਿੰਦੇ ਭਾਈ ਸਾਰਿਆਂ ਦਾ ਸਾਰ ਰੂਪ ਹੈ ਇਹ। ਵੇਦਾਂ ਪੁਰਾਣਾਂ ਨੂੰ ਸੋਧ ਸੋਧ ਕੇ ਅਖੀਰ ਪਰਮੇਸ਼ਰ ਦੇ ਨਾਮ ਨੂੰ ਸੁੱਧ ਗ੍ਰਹਿਣ ਕੀਤਾ। ਸ਼ਿਵ ਜੀ ਨੇ ਨਾਮ ਨੂੰ ਕੰਠ ਵਿੱਚ ਧਾਰਨ ਕਰ ਲਿਆ। ਨਾਮ ਦੇ ਪ੍ਰਤਾਪ ਕਰਕੇ ਸ਼ਿਵ ਜੀ ਨੂੰ ਜ਼ਹਿਰ ਨਹੀਂ ਸੀ ਚੜੀ। ਨਾਮ ਮਹਾਤਮ ਸ਼ੰਕਰ ਜਾਣਤ, ਕੋਰ ਹਲਾਹਲ ਲੀਨ ਪਚਾਈ। ਕਹਿੰਦੇ ਪੁੱਛੋ ਨਾਮ ਦਾ ਮਹਾਤਮ ਸ਼ਿਵ ਜੀ ਦੱਸੂਗਾ। ਜਿਹੜੀ 14 ਰਤਨਾਂ ਦੇ ਵਿੱਚੋਂ ਜ਼ਹਿਰ ਨਿਕਲੀ ਸੀ ਉਹ ਅਸਰ ਨਹੀਂ ਸੀ ਕਰ ਸਕੀ, ਕਿਉਂਕਿ ਰਾ ਅੱਖਰ ਕਹਿ ਕੇ ਜ਼ਹਿਰ ਪੀਲ ਤੇ ਮਾਂ ਅੱਖਰ ਉਹ ਕਹਿ ਤਾਂ ਉਹਦੇ ਵਿੱਚ ਡੱਬੇ ਵਾਂਗੂ ਬੰਦ ਕਰ ਲਈ ਜ਼ਹਿਰ, ਨਹੀਂ ਤਾਂ ਤਿੰਨੇ ਲੋਕ ਫੂਕ ਦੇਣੇ ਸੀ। ਇਸ ਕਰਕੇ ਕਿਹਾ ਹੈ ਵੇਦ ਕਤੇਬ ਸਿਮਰਤ ਸਭ ਸਾਸਤ, ਇਨ ਪੜਿਆ ਮੁਕਤ ਨਾ ਹੋਈ। ਦੇਖੋ ਗੁਰਬਾਣੀ ਦੀ ਮਹਾਨਤਾ, ਗੁਰਬਾਣੀ ਪੜਨ ਵਾਲੀ ਦੀ ਮੁਕਤ ਹੁੰਦੀ ਹੈ, ਇਹ ਪੜਿਆਂ ਦੀ ਮੁਕਤ ਨਹੀਂ। ਏਕ ਅੱਖਰ ਜੋ ਗੁਰਮੁਖ ਜਾਪੈ, ਤਿਸ ਕੀ ਨਿਰਮਲ ਸੋਈ। ਉਹ ਹੁਣ ਇੱਕ ਅੱਖਰ ਨਾਮ ਦਾ ਗੁਰਬਾਣੀ ਦੇ ਹਰ ਅੱਖਰ ਵਿੱਚ ਪਰੋਇਆ ਹੋਇਆ ਹੈ, ਤਾਂ ਗੁਰਬਾਣੀ ਦਾ ਮਹਾਤਮ ਬਾਕੀ ਦੇ ਵੇਦ ਸ਼ਾਸਤਰਾਂ ਨਾਲੋਂ ਜ਼ਿਆਦਾ ਹੈ। ਹਾਂਜੀ, ਹੁਣ ਅੱਗੇ ਦੱਸਦੇ ਹਨ ਕਿਨਕਾ ਏਕ ਜਿਸ ਜੀ ਵਸਾਵੈ। ਏਕ ਇੱਕ ਕਿਣਕਾ ਮਾਤਰ, ਜਣੀ ਥੋੜੇ ਮਾਤਰ, ਰਾਈ ਮਾਤਰ, ਇੰਨਾ ਕੁ ਸਮਾਂ ਵੀ ਜਿਹਦੇ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਨਾਮ ਵਸਾਵੈ, ਬਸ ਆਉਂਦਾ ਹੈ, ਜਾਂ ਉਹ ਜਗਿਆਸੂ ਵਾਹਿਗੁਰੂ ਦੇ ਮੰਤਰ ਨੂੰ ਵਸਾ ਲੈਂਦਾ ਹੈ, ਉਹ ਦੱਸਦੇ ਹਨ ਤਾਂ ਕਿ ਮਹਿਮਾ ਗਨੀ ਨਾ ਆਵੇ। ਉਸ ਪੁਰਖ ਦੀ ਮਹਿਮਾ ਨਾ ਵਡਿਆਈ ਦਾ,
ਗਨੀ ਨਾਮ ਗਿਣਤੀ ਦੇ ਵਿੱਚ ਨਹੀਂ ਆ ਸਕਦੇ। ਇੰਨਾ ਨਾਮ ਦਾ ਮਹਾਤਮ ਹੈ। ਏਕ ਚਿਤ ਜਿਹੇ ਇਕ ਛਿਨ ਧਿਆਇਓ, ਕਾਲ ਫਾਸ ਕੀ ਬੀਚ ਨ ਆਇਓ। ਇਹ ਮਹਾਤਮ ਹੈ। ਕਾਂਖੀ ਏਕੈ ਦਰਸ ਤੁਹਾਰੋ। ਤੇ ਕਾਂਖੀ ਪਾਈ ਇੱਥੇ ਬਿੰਦੀ ਦਾ ਖਿਆਲ ਰੱਖ ਕੇ ਪੋਥੀਆਂ ਦੇ ਵਿੱਚ ਜੋ ਤੁਸੀਂ ਪੜਨ ਵੇਲੇ ਇਹਦਾ ਧਿਆਨ ਰੱਖਣਾ। ਕਾਂਖੀ, ਕਾਂਖਾ ਇਹ ਸ਼ਬਦ ਇੱਛਾ ਦਾ ਵਾਚਕ ਹੁੰਦਾ ਹੈ। ਹੇ ਪਰਮੇਸ਼ਰ ਜੋ ਇੱਕ ਹੈ, ਇੱਕ ਤੁਹਾਰੋ ਤੁਹਾਡੇ ਦਰਸ਼ਨਾਂ ਨੂੰ ਤੇ ਚਾਹੁੰਦੇ ਨੇ, ਤੇ ਇਹੀ ਕਾਂਖੀ ਹੈ, ਇਹੀ ਇੱਛਾ ਹੈ, ਇਹੀ ਚਾਹੁੰਦੇ ਕਿ ਦਰਸ਼ਨੇ ਚਾਹੀਦੇ ਨੇ। ਦਰਸ ਤੇਰੇ ਕੀ ਪਿਆਸ ਮਨ ਲਾਗੀ। ਜਿਹੜੇ ਐਸੇ ਗੁਰਸਿੱਖ ਇਹੋ ਜਿਹੇ ਸੰਤ ਭਗਤ ਹਨ, ਨਾਨਕ ਉਨ ਸੰਗ ਮੋਹਿ ਉਧਾਰੋ। ਮਹਾਰਾਜ ਕਹਿੰਦੇ ਉਹਨਾਂ ਦੀ ਸੰਗਤ ਮੈਨੂੰ ਦੇ ਦਿਓ। ਉਹਨਾਂ ਦੀ ਸੰਗਤ ਕਰਕੇ, ਸੰਗ ਨਾਲ ਮਿਲ ਕੇ ਉਹਨਾਂ ਦੇ ਮੋਹੇ ਮੈਨੂੰ ਸੰਸਾਰ ਸਮੁੰਦਰ ਤੋਂ ਉਧਾਰ ਨਾ ਕਰੋ। ਮਹਾਰਾਜ ਮੈਨੂੰ ਉਧਾਰੋ, ਉਧਾਰ ਨਾ ਕਰੋ, ਮੇਰਾ ਭਲਾ ਕਰ ਦਿਓ, ਮੇਰੀ ਕਲਿਆਣ ਕਰੋ। ਮੈਨੂੰ ਨਾਮ ਜਪਣ ਵਾਲਿਆਂ ਦੀ ਸੰਗਤ ਬਖਸ਼ ਦਿਓ ਤਾਂ ਕਿ ਮੇਰਾ ਭਲਾ ਹੋ ਜਾਵੇ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਮਨ ਨੂੰ ਸੁਖ ਦੇਣ ਵਾਲੀ ਜੋ ਸੁਖਮਨੀ ਬਾਣੀ ਹੈ, ਇਸ ਵਿੱਚ ਸੁਖ ਸਰੂਪ ਤੇ ਪ੍ਰਭੂ ਨਾਮ ਮਾਲਕ ਦਾ ਪ੍ਰਭੂ ਦਾ ਵਾਜੀ ਜਾਣਨਾ, ਉਹ ਪ੍ਰਭ ਵਾਹਿਗੁਰੂ ਪਰਮੇਸ਼ਰ ਦਾ ਨਾਮ ਅੰਮ੍ਰਿਤ ਹੈ, ਮਿਰਤੂ ਤੋਂ ਰਹਿਤ ਕਰਨ ਵਾਲਾ ਹੈ। ਤੋ ਇਸ ਕਰਕੇ ਇਹ ਸੁੱਖਾਂ ਦੀ ਮਣੀ ਹੈ, ਸੁਖ ਸਰੂਪ ਹੈ, ਅਮਰ ਕਰਨ ਵਾਲੀ ਹੈ। ਇਸ ਦੇ ਵਿੱਚ ਪਰਮੇਸ਼ਰ ਦਾ ਨਾਮ ਹੈ। ਭਗਤ ਜਨਾ ਕੈ ਮਨ ਬਿਸਰਾਮ। ਜਿਵੇਂ ਮਣੀ ਸੱਪ ਦੇ ਸਿਰ ਤੇ ਪ੍ਰਕਾਸ਼ ਦੀ ਹੈ, ਇਸੇ ਤਰ੍ਹਾਂ ਸੁੱਖਾਂ ਦੀ ਮਣੀ ਇਹ ਪ੍ਰਕਾਸ਼ਣ ਵਾਲੀ ਗੁਰਸਿੱਖਾਂ ਦੇ ਹਿਰਦੇ ਰੂਪੀ ਡੱਬੇ ਦੇ ਵਿੱਚ ਪ੍ਰਕਾਸ਼ ਦੀ ਹੈ। ਉਹਨਾਂ ਦੀ ਰਸਨਾ ਤੇ ਪ੍ਰਕਾਸ਼ ਦੀ ਹੈ। ਪ੍ਰਤੱਖ ਮਣੀ ਡੱਬੇ ਸੰਭਾਲ ਕੇ ਰੱਖੀ ਦੀ ਹੈ। ਇਸ ਤਰ੍ਹਾਂ ਸੁਖਣੀ ਰੂਪ ਬਾਣੀ ਭਗਤ ਜਨਾਂ ਦੇ ਮਨ ਵਿੱਚ ਵਿਸਰਾਮ ਵਾਸਾ ਕਰਦੀ ਹੈ। ਸੁਖ ਅੰਮ੍ਰਿਤ ਰੂਪ ਨਾਮ ਭਗਤ ਜਨਾਂ ਦੇ ਮਨ ਵਿੱਚ ਇਹ ਸਾਧ ਸੰਜੀਵ ਵਸਦਾ ਹੈ, ਇਹ ਮਣੀ ਵਸਦੀ ਹੈ। ਜਿਵੇਂ ਭਾਈ ਗੜੀਆ ਜੀ ਦਾ ਸਾਧ ਸੰਜੀਵ ਪ੍ਰਸੰਗ ਆਉਂਦਾ ਹੈ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਗੜੀਏ ਨੂੰ ਕਿਹਾ ਵੀ ਗੁਰੂ ਨਾਨਕ ਸਾਹਿਬ ਜੀ ਦਾ ਕੱਤਕ ਸੁਦੀ ਪੂਰਨਮਾਸ਼ੀ ਅਵਤਾਰ ਦਾ ਦਿਹਾੜਾ ਆ ਰਿਹਾ ਹੈ। ਸੰਗਤਾਂ ਵੱਲੋਂ ਬੇਨਤੀ ਆਈ ਵੀ ਹੈ ਵੀ ਤੁਸੀਂ ਜਾਓ, ਕਸ਼ਮੀਰ ਦੇ ਇਲਾਕੇ 'ਚ ਜਾਓ, ਇਹ ਦਿਹਾੜਾ ਮਨਾਓ, ਨਾਲੇ ਉੱਥੇ ਪ੍ਰਚਾਰ ਕਰਿਓ ਆਲੇ ਦੁਆਲੇ। ਕਹਿੰਦੇ ਜੀ ਸਤ ਬਚਨ। ਭਾਈ ਗੜੀਆ ਜੀ ਸਤਿਗੁਰਾਂ ਦਾ ਹੁਕਮ ਮੰਨ ਕੇ ਚਲੇ ਗਏ। ਜਾਂਦੇ ਜਾਂਦੇ ਸਾਧ ਸੰਗਤ ਜੀ ਇਹ ਗੁਜਰਾਤ ਵਿੱਚ ਚਲੇ ਗਏ। ਇਹ ਲਹਿੰਦੇ ਪੰਜਾਬ ਦਾ ਇੱਕ ਨਗਰ ਹੈ ਜੋ ਜ਼ਿਲ੍ਹੇ ਦਾ ਮੁੱਖ ਸਥਾਨ ਹੈ। ਇਸ ਕਰਕੇ ਸਾਧ ਸੰਗਤ ਜ਼ਿਲ੍ਹੇ ਦਾ ਸਥਾਨ ਹੈ। ਮਤਲਬ ਇਹ ਵਜ਼ੀਰਾਬਾਦ ਅਤੇ ਲਾਲ ਮੂਸਾ ਦੇ ਮੱਧ ਵਿੱਚ ਆਉਂਦਾ ਹੈ। ਚਲੋ ਜਗ੍ਹਾ ਰਹਿ ਗਈਆਂ ਉਧਰ, ਲਹਿੰਦੇ ਪੰਜਾਬ ਦਾ ਨਗਰ ਹੈ ਇਹ। ਉੱਥੇ ਗੁਜਰਾਤ ਦੇ ਵਿੱਚ ਭਾਈ ਸਾਹਿਬ ਜੀ ਚਲੇ ਗਏ। ਉੱਥੇ ਮੀਆਂ ਦੌਲਾ ਸੀ ਇੱਕ ਮੁਸਲਮਾਨ ਫਕੀਰ, ਬਹੁਤ ਬੰਦਗੀ ਵਾਲਾ ਸੀ, ਰਿੱਧੀਆਂ ਸਿੱਧੀਆਂ ਉਹਦੇ ਕੋਲ ਸੀ, ਪਰਉਪਕਾਰ ਕਰ ਦੇਣਾ। ਜਿੱਥੇ ਰਸਤਾ ਖਰਾਬ ਹੈ ਰਸਤਾ ਬਣਾ ਦੇਣਾ। ਜਿਨ੍ਹਾਂ ਨੂੰ ਉਹ ਐਸਾ ਸਮਾਂ ਸੀ ਜਦੋਂ ਮਜ਼ਦੂਰ ਨੂੰ ਮਜ਼ਦੂਰੀ ਨਹੀਂ ਸੀ ਲੱਭਦੀ। ਇੱਕ ਦਿਨ ਮਜ਼ਦੂਰੀ ਮਿਲ ਗਈ, 2-2 ਦਿਨ ਉਹਦੇ ਨਾਲ ਹੀ ਸਾਰਨਾ ਪੈਂਦਾ ਸੀ, ਮਿਲਦੇ ਨਹੀਂ ਸੀ। ਇਹਨੇ ਆਪਣੇ ਕੋਲੋਂ ਮਜ਼ਦੂਰੀ ਦੇ ਦੇਣੀ। ਕਿਤੇ ਕੋਈ ਪੁਲ ਬਣਾਉਣ ਵਾਲਾ ਪੁਲ ਬਣਾਤਾ, ਕਿਤੇ ਰਸਤਾ ਬਣਾਤਾ, ਕਿਤੇ ਕੁਛ ਕਰ ਦਿੱਤਾ, ਕਿਸੇ ਦਾ ਮਕਾਨ ਬਣਾ ਦਿੱਤਾ, ਮਜ਼ਦੂਰੀ ਵੀ ਦੇਣੀ। ਇਉਂ ਰਿੱਧੀ ਸਿੱਧੀ ਕੋਲ ਸੀ। ਜਦੋਂ ਭਾਈ ਗੜੀਆ ਜੀ ਉੱਥੇ ਪਹੁੰਚੇ, ਸਿੱਖਾਂ ਦੇ ਵਿੱਚ ਵੀ ਗੁਰੂ ਕਾ ਸਿੱਖ ਆਇਆ, ਬੜਾ ਚਾਅ, ਸੰਗਤ ਹੋਣ ਲੱਗ ਗਈ, ਸੰਗਤ ਇਕੱਠੀ ਹੋਣ ਲੱਗ ਗਈ। ਇੱਕ ਦਿਨ ਮੀਆਂ ਦੌਲਾ ਆ ਗਿਆ, ਸੁਖਣੀ ਸਾਹਿਬ ਦਾ ਪਾਠ ਭਾਈ ਸਾਹਿਬ ਜੀ ਕਰਨ, ਮਸਤ ਹੋ ਗਿਆ। ਕਹਿੰਦੇ ਜਦੋਂ ਪੜਿਆ ਸੁਖਣੀ ਸੁਖ ਅੰਮ੍ਰਿਤ ਪ੍ਰਭ ਨਾਮ, ਕਹਿੰਦੇ ਭਾਈ ਸਾਹਿਬ ਜੀ ਮੇਰਾ ਤਾਂ ਘਰ ਪੂਰਾ ਹੋ ਗਿਆ ਇਹਦੇ ਨਾਲੇ, ਖੁਦਾ ਦਾ ਨਾਮ ਹੀ ਸਭ ਕੁਝ ਹੈ। ਇੰਨੀ ਮਿੱਠੀ ਬਾਣੀ ਸੁਖਣੀ ਸਾਹਿਬ ਪੜ੍ਹੀ। ਫਿਰ ਇਹ ਨਾ ਸਤਿਕਾਰ ਵਜੋਂ ਭਾਈ ਸਾਹਿਬ ਦੇ ਨਾਲ ਤੁਰ ਪਿਆ। ਕਹਿੰਦਾ ਮੈਂ ਵਿਦਾ ਕਰਕੇ ਆਊਂਗਾ, ਇਹ ਦਾ ਗੁਰੂ ਕਾ ਸਿੱਖ ਐਸੀ ਰਸਦਾਇਕ ਕਲਾਮ ਗੁਰੂ ਨਾਨਕ ਦੀ ਸੁਣਾਈ ਹੈ। ਉਹ ਅਦਬ ਦੇ ਨਾਲ ਪਿੱਛੇ ਤੁਰੇ ਮੀਆਂ ਦੌਲਾ ਤੇ ਭਾਈ ਸਾਹਿਬ ਨੂੰ ਕਹਿੰਦੇ ਤੁਸੀਂ ਮਹਾਰਾਜ ਵੱਡੇ ਹੋ, ਤੁਸੀਂ ਮੂਹਰੇ ਤੁਰੋ। ਤੁਰੇ ਜਾਂਦੇ ਉਹ ਬਾਣੀ ਪੜ੍ਹਦੇ ਜਾ ਰਹੇ ਹੈ ਤੇ ਮੀਆਂ ਦੌਲੇ ਦੇ ਮਨ 'ਚ ਆ ਕਹਿੰਦੇ ਉਹ ਕਹਿੰਦੇ ਵੀ ਸਿੱਖ ਤਾਂ ਬਹੁਤ ਚੰਗਾ ਹੈ, ਬਾਣੀ ਕਿੰਨੀ ਸੋਹਣੀ ਪੜ੍ਹਦਾ ਹੈ। ਉਹ ਜਦੋਂ ਚੱਲੇ ਸਾਧ ਸੰਗਤ ਜੀ, ਹੁਣ ਦੂਰ ਦਾ ਵਾਸਤਾ ਸੀ
ਤੇ ਮਹਾਰਾਜ ਸਾਹਿਬ ਪੰਜਾਬ ਦੇ ਵਿੱਚੋਂ ਗੁਰੂ ਕੇ ਸਿੱਖ ਨੂੰ ਤੋਰਿਆ ਹੈ ਹਰਗੋਬਿੰਦਪੁਰੇ ਤੋਂ। ਉਹ ਜਾਂਦਿਆਂ ਜਾਂਦਿਆਂ ਜੁੱਤੀ ਟੁੱਟ ਗਈ। ਉਹ ਜੁੱਤੀ ਜਦੋਂ ਟੁੱਟ ਗਈ, ਜਿਹੜਾ ਉਹ ਫਿੜਕਾ ਜਾ ਜੰਗ ਤੇ ਲੱਗਣ ਲੱਗੀ, ਭਾਈ ਸਾਹਿਬ ਨੇ ਉਹ ਅੱਡੀ ਦੱਬ ਕੇ ਫਿੜਕਾ ਜਾ ਓਕਣ, ਜਦੋਂ ਉਹ ਤੁਰੇ ਜਾਂਦੇ ਤੇ ਮਿੱਟੀ ਖੁੱਚਾਂ ਤੋਂ ਪਏ, ਪਿੰਜਣੀਆਂ ਤੱਕ ਮਿੱਟੀ ਜਾਵੇ ਗੋਡੇ ਤੱਕ। ਮੀਆਂ ਦੌਲੋ ਕਹਿੰਦਾ ਉਹ ਕਹਿੰਦਾ ਗੁਰੂ ਕਾ ਸਿੱਖ ਦਾ ਬੜਾ ਚੰਗਾ ਸੀ, ਪਰ ਗੁਰੂ ਨੇ ਦਿੱਤਾ ਕੁਝ ਨਹੀਂ ਵਿਚਾਰੇ ਨੂੰ, ਐਡਾ ਪ੍ਰਚਾਰ ਕਰਨ ਵਾਸਤੇ ਭੇਜਤਾ, ਜੁੱਤੀ ਟੁੱਟੀ ਹੋਈ ਪਾਈ ਹੈ। ਜਾਂਦਾ ਜਾਂਦਾ ਭਾਈ ਗੜੀਆ ਪਿੱਛੇ ਨੂੰ ਝਾਕ ਕੇ ਕਹਿੰਦੇ ਮੀਆਂ ਦੌਲਾ ਜੀ ਰੱਬ ਦਾ ਨਾਂ ਨਹੀਂ ਲੈ ਹੁੰਦਾ, ਇਹੋ ਜਿਹੀਆਂ ਫੁਰਨੇ ਕਰੀ ਜਾਂਦਾ। ਕਹਿੰਦਾ ਜੀ ਕੀ ਹੋ ਗਿਆ? ਕਹਿੰਦੇ ਮੇਰੇ ਗੁਰੂ ਨੂੰ ਦੋਸ਼ ਨਾ ਦੇ, ਗੁਰੂ ਨੇ ਮੈਨੂੰ ਬਹੁਤ ਕੁਝ ਦਿੱਤਾ ਹੋਇਆ। ਕਹਿੰਦਾ ਤੂੰ ਕਹਿ ਨਹੀਂ ਰਿਹਾ ਵੀ ਗੁਰੂ ਨੇ ਕੁਝ ਨਹੀਂ ਦਿੱਤਾ ਸਿੱਖ ਨੂੰ, ਕਿਉਂ ਕਹਿਆ ਤਾਂ ਮੇਰੇ ਗੁਰੂ ਨੇ ਇਹ? ਉਹਦੇ ਤਾਂ ਪੈਰਾਂ ਹੇਠ ਤੇ ਜ਼ਮੀਨ ਖਿਸਕ ਗਈ। ਕਹਿੰਦੇ ਵੀ ਇਹ ਤਾਂ ਅੰਤਰਜਾਮੀ ਵੀ ਹੈ, ਮੈਂ ਤਾਂ ਸਮਝਦਾ ਵੀ ਹੈ। ਕਹਿੰਦਾ ਜੀ ਫਿਰ ਆ ਜੁੱਤੀ ਦਾ ਹਾਲ ਕੀ ਹੈ ਤੁਹਾਡਾ? ਜੇ ਤੁਹਾਨੂੰ ਸਭ ਕੁਝ ਗੁਰੂ ਨੇ ਦਿੱਤਾ ਹੈ, ਜੁੱਤੀ ਤਾਂ ਦਿੱਤੀ ਨਹੀਂ ਤੁਹਾਨੂੰ। ਕਹਿੰਦਾ ਖੜ ਜਾ, ਫਿਰ ਨੇਤਰ ਬੰਦ ਕਰ ਲੈ, ਵਾਹਿਗੁਰੂ ਕਹਿ ਕੇ ਨੇਤਰ ਖੋਲ। ਜੇ ਨੇਤਰ ਖੋਲੇ, ਸਾਧ ਸਿੰਘ ਜੀ ਥੇ ਸਾਰੇ ਹੀ ਸੋਨੇ ਦਾ ਬਣਿਆ ਹੋਇਆ ਦਿਸਿਆ ਉਹਨੂੰ, ਸਾਰਾ ਥੇ ਸੋਨੇ ਦਾ। ਜਿਹੜੇ ਰੋੜ ਕੰਕਰ ਸੀ, ਹੀਰੇ ਪੰਨੇ ਨੀਲਮ ਪੁਖਰਾਜ, ਪੈਰੀਂ ਡਿੱਗ ਪਿਆ ਕਿ ਮੀਆਂ ਦੌਲਾ। ਕਹਿੰਦਾ ਉਹ ਗੁਰੂ ਕੇ ਸਿੱਖਾ, ਕਹਿੰਦਾ ਮੈਂ ਧੋਖਾ ਖਾ ਗਿਆ। ਮੈਂ ਤਾਂ ਆਪਣੇ ਆਪ ਨੂੰ ਮੰਨਦਾ ਸੀ ਵੀ ਸਿੱਧੀ ਦੇ ਬਲ ਨਾਲ ਮੈਂ ਲੋਕਾਂ ਨੂੰ ਰੁਜ਼ਗਾਰ ਦੇਣਾ, ਪਰ ਮੈਨੂੰ ਐਂ ਦੱਸ ਵੀ ਮੈਂ ਤਾਂ ਇਹ ਸ਼ਕਤੀਆਂ ਪਾ ਕੇ ਜਰ ਨਹੀਂ ਸਕਿਆ, ਤੂੰ ਕਿਵੇਂ ਜਰੀ ਫਿਰਦਾ? ਤੂੰ ਜੁੱਤੀ ਵੀ ਟੁੱਟੀ ਪਾਈ ਫਿਰਦਾ। ਉਹ ਕਹਿੰਦਾ ਵੀ ਮੇਰੇ ਗੁਰੂ ਦਾ ਹੁਕਮ ਹੈ। ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਆਗਾ, ਰੱਖ ਗਰੀਬੀ ਵੇਸ। ਇਹ ਬੇਸ ਉੱਪਰੋਂ ਰਾਖਾ ਬਣਾਇਆ ਵੀ ਖੇਤ ਉਜੜ ਨਾ ਜਾਵੇ। ਕਰਾਮਾਤ ਦਿਖਾਉਣ ਦੇ ਨਾਲ ਇਹ ਸ਼ਕਤੀਆਂ ਰਹਿੰਦੀਆਂ ਨਹੀਂ ਹੁੰਦੀਆਂ। ਐ ਸਾਧ ਸੰਗੀਏ ਭਗਤ ਜਨਾਂ ਦੇ ਮਨ ਦੇ ਵਿੱਚ ਇਹ ਵਿਸਰਾਮ ਹੈ। ਐਸੇ ਇਹ ਜਿਹੜੇ ਸੁਖਮਨੀ ਸਾਹਿਬ ਦੇ ਇਹ ਬੜੇ ਪ੍ਰਤਾਪ ਹਨ ਜੀ, ਅਸਥਾਈ ਦੇ ਕੇ ਫਰਮਾਨ ਕਰਦੇ ਨੇ। ਜੇ ਕੀਰਤਨ ਕਰਨਾ ਹੋਵੇ ਤਾਂ ਸਾਰੀ ਸੁਖਮਨੀ ਸਾਹਿਬ ਦੇ ਇਹ ਅਸਥਾਈ ਮੰਨ ਕੇ ਰਾਗੀ ਸਿੰਘਾਂ ਨੂੰ ਸੰਬੋਧਕ ਸ਼ਬਦ ਹੈ। ਇਹਦੇ ਵਿੱਚ ਸਿਧਾਂਤ ਹੁੰਦਾ ਹੈ, ਸਿਧਾਂਤ ਤੁਕ ਹੈ ਸਨਾਬੀ ਟੀਕੇ ਦੇ ਮੁਤਾਬਕ। ਇਹਦੇ ਪਹਿਲੇ ਬੜੇ ਅਰਥ ਹੋ ਚੁੱਕੇ ਨੇ। ਆ ਹੁਣ ਅੱਗੇ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ, ਪ੍ਰਭ ਕੈ ਸਿਮਰਨ ਗਰਭ ਨਾ ਵਸੈ। ਹੁਣ ਨਾਮ ਬਾਰੇ ਦੱਸਿਆ ਤੇ ਹੁਣ ਦੱਸਦੇ ਨੇ ਇਹਦਾ ਫਲ। ਪ੍ਰਭੂ ਦਾ ਜਿਹੜਾ ਸਿਮਰਨ ਕਰਦੇ ਆ ਉਹ ਦੁਬਾਰੇ ਮਾਤਾ ਦੇ ਗਰਭ ਦੇ ਵਿੱਚ ਨਹੀਂ ਜਾਣਗੇ, ਜਿਉਣੀ ਜੰਮਣ ਚ ਨਹੀਂ ਆਉਣਗੇ, ਮੁਕਤ ਹੋ ਜਾਣਗੇ, ਮਾਤਾ ਦੇ ਪੇਟ ਦੇ ਵਿੱਚ ਨਹੀਂ ਜਾਣਗੇ। ਇਸ ਕਰਕੇ ਇਹ ਜਿਹੜਾ ਕੈ ਸ਼ਬਦ ਹੈ ਨਾ, ਪ੍ਰਭ ਕੈ ਸਿਮਰਨ, ਇਹ ਕੈ ਸ਼ਬਦ ਆਊਗਾ। ਕਈ ਪ੍ਰਭ ਕੇ ਸਿਮਰਨ ਕਹੀ ਜਾਂਦੇ ਆ। ਤੁਹਾਨੂੰ ਪਤਾ ਵੀ ਘਾਟਾ ਕਿੰਨਾ ਪੈਣਾ ਕੇ ਕਹਿਣ ਦੇ ਨਾਲ, ਅਰਥ ਬਦਲ ਜਾਣਾ ਕੇ ਕਹਿਣ ਦੇ ਨਾਲ। ਕੈ ਤੇ ਕੇ ਹੀ ਕਿਹਾ ਸੀ ਅਨੰਦਪੁਰ ਸਾਹਿਬ, ਕਿੰਨਾ ਫਰਕ ਪੈ ਗਿਆ ਸੀ। ਪ੍ਰਭ ਕੈ ਸਿਮਰਨ ਕਹਿਣਾ, ਪ੍ਰਭ ਕੇ ਸਿਮਰਨ ਨਹੀਂ ਉਚਾਰਨਾ, ਫਿਰ ਤਾਂ ਗਲਤ ਹੋ ਗਿਆ। ਕੈ ਤੇ ਕੇ ਦਾ ਫਰਕ ਕੀ ਹੈ? ਜੇ ਕੇ ਹੋਵੇ ਤਾਂ ਅਰਥ ਹੁੰਦਾ ਹੈ ਵੀ ਹੋਰ ਵੀ ਸਾਧਨ ਕੋਈ ਹੋ ਸਕਦਾ ਹੈ। ਪ੍ਰਭੂ ਦਾ ਸਿਮਰਨ ਵੀ ਹੋ ਸਕਦਾ, ਇਹ ਤੇ ਬਿਨਾਂ ਧਰਮ ਦਾ ਹੋਰ ਵੀ ਸਾਧਨ ਹੋ ਸਕਦਾ ਜਿਹਦੇ ਨਾਲ ਗਰਭ ਚ ਨਹੀਂ ਜਾਊਗਾ। ਪਰ ਜੇ ਕਹਿ ਦਿੱਤਾ ਕੈ ਨਿਸ਼ਚੈਵਾਚਕ ਸ਼ਬਦ ਹੈ, ਨਿਸ਼ਚੈ ਕਰਕੇ ਉਹ ਪ੍ਰਭੂ ਦਾ ਸਿਮਰਨ ਹੀ ਹੈ ਜਿਹੜਾ ਗਰਭ ਦੇ ਵਿੱਚ ਨਹੀਂ ਜਾਣ ਦਿੰਦਾ ਹੈ, ਉਹ ਤੋਂ ਬਚ ਜਾਂਦਾ ਹੈ। ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭੂ ਦਾ ਸਿਮਰਨ ਕਰਕੇ ਜਮਾਂ ਦੇ ਦੁੱਖ ਜਿਹੜੇ ਨਸ ਜਾਂਦੇ ਨੇ, ਦੌੜ ਜਾਂਦੇ ਨੇ। ਜਮ ਦੂਰ ਹੈ ਭਾਗਾ, ਦੂਰ ਤੋਂ ਭੱਜ ਜਾਂਦਾ, ਜਮ ਸਜ਼ਾ ਨਹੀਂ ਦਿੰਦਾ। ਪ੍ਰਭ ਕੈ ਸਿਮਰਨ ਕਾਲ ਪਰ ਹਰੈ। ਤੇ ਪ੍ਰਭੂ ਦਾ ਸਿਮਰਨ ਜਿਹੜਾ ਹੈ ਉਹ ਕਾਲ ਜਿਹੜਾ ਹੈ, ਮੌਤ ਜਿਹੜੀ ਹੈ, ਡਰ ਹੈ, ਇਹਨੂੰ ਨਾਸ ਕਰ ਦਿੰਦਾ, ਜਿਹੜੀ ਅਮਰ ਜੀਵਨ ਮਿਲ ਜਾਂਦਾ ਹੈ। ਕਿਉਂਕਿ ਮੌਤ ਨਹੀਂ ਨੇੜੇ ਆਉਂਦੀ ਹੈ, ਅਮਰ ਜੀਵਨ ਹੋ ਜਾਂਦਾ ਹੈ। ਕਿਉਂਕਿ ਨਾਮ ਮਿਰਤੂ ਤੋਂ ਰਹਿਤ ਕਰਨ ਵਾਲੀ ਸ਼ਕਤੀ ਹੈ, ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਇਹ ਸਿਮਰਨ ਦੀਆਂ ਬਰਕਤਾਂ ਹਨ। ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭੂ ਦਾ ਸਿਮਰਨ ਐਸਾ ਹੈ ਜਿਹਦੇ ਨਾਲ ਦੁਸ਼ਮਣੀ ਕਰਨ ਵਾਲਾ, ਉਹ ਦੁਸ਼ਮਣੀ ਕਰਨ ਤੋਂ ਟਲ ਜਾਂਦਾ ਹੈ, ਨੁਕਸਾਨ ਨਹੀਂ ਕਰ ਸਕਦਾ। ਬੈਰੀ ਟਲ ਜਾਂਦੇ ਆ। ਯੂਪੀ ਦੇ ਅੰਦਰ ਇੱਕ ਸਾਧ ਸਿੰਘ ਜੀ ਜਗਿਆਸੂ ਨੇ ਬੇਨਤੀ ਕੀਤੀ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੂੰ, ਮੈਂ ਨਾਂ ਜਾਣ ਕੇ ਨਹੀਂ ਲੈਂਦਾ ਤੇ ਮੈਂ ਉਹਦਾ ਨਾਂ ਵੀ ਜਾਣਦਾ, ਉਹਦੇ ਪਰਿਵਾਰ ਨੂੰ ਵੀ ਜਾਣਦਾ, ਪਰ ਮੈਂ ਨਾਂ ਜਾਣ ਕੇ ਨਹੀਂ ਲੈਂਦਾ। ਉਹਦਾ ਕਾਰਨ ਹੈ ਤੇ ਮਹਾਂਪੁਰਖਾਂ ਨੂੰ ਕਹਿੰਦਾ, ਮਹਾਰਾਜ ਜੀ
ਵੀ ਜਾਂ ਤਾਂ ਹੁਣ ਮੈਂ ਆਪ ਮਰ ਜੂੰਗੀ ਜਾਂ ਫਿਰ ਮੈਂ ਆਪਣੇ ਭਰਾ ਨੂੰ ਮਾਰ ਦੇਣਾ। ਸੰਤ ਕਹਿੰਦੇ ਵਾਹਿਗੁਰੂ ਵਾਹਿਗੁਰੂ। ਕਿਉਂ? ਕਹਿੰਦਾ ਜੀ ਇਹਨੇ ਮੈਨੂੰ ਜੀਣਾ ਹਰਾਮ ਕਰ ਦਿੱਤਾ। ਮਹਾਂਪੁਰਖ ਕਹਿੰਦੇ ਤੂੰ ਵੀ ਜਿਉਂਦਾ ਰਹਿ ਜਾਏਗਾ, ਇਹ ਵੀ ਜਿਉਂਦਾ ਰਹਿ ਜੂ, ਮੈਂ ਤੈਨੂੰ ਜੁਗਤੀ ਦੱਸ ਦੇਣਾ। ਕਹਿੰਦੇ ਜੀ ਦੱਸੋ। ਕਹਿੰਦੇ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਟਲ ਜਾਊਗਾ, ਜਿਉਂਦਾ ਰਹਿ ਜਾਊਗਾ, ਦੁਸ਼ਮਣੀ ਨਹੀਂ ਕਰੂ। ਕਹਿੰਦੇ ਮਹਾਰਾਜ ਦੱਸੋ। ਕਹਿੰਦੇ ਮੂਲ ਮੰਤਰ ਕਰ, 1.25 ਲੱਖ ਮੂਲ ਮੰਤਰ ਕਰ ਲੈ। ਕਰਿਆ। ਕਹਿੰਦਾ ਮਹਾਰਾਜ ਵੀ ਉਹ ਤਾਂ ਦੁਸ਼ਮਣੀ ਉਵੇਂ ਜਿਵੇਂ ਕਰੀ ਜਾਂਦਾ। ਸੰਤ ਕਹਿੰਦੇ ਅਜੇ ਤੇਰੇ ਸਿਮਰਨ 'ਚ ਕਸਰ ਹੈ, ਦੁਬਾਰੇ ਫੇਰ ਕਰ। ਕਹਿੰਦੇ ਹੁਣ 5 ਸਿੰਘਾਂ ਨੂੰ ਬੁਲਾ ਕੇ ਨਾਲੇ ਪ੍ਰਸ਼ਾਦਾ ਛਕਾਈ, ਨਾਲੇ ਉਹਨਾਂ ਨੂੰ ਨਾਲ ਲਾ ਕੇ ਫਿਰ ਤੂੰ ਜਾਪ ਕਰਾ। ਸਾਧ ਸੰਗਤ ਜੀ, ਜਿਉਂਦੀ ਜਾਗਦੀ ਮਿਸਾਲ ਹੈ ਕਿ ਉਹੀ ਬੰਦਾ ਆਪਣੇ ਭਰਾ ਦਾ ਸਤਿਕਾਰ ਕਰਨ ਲੱਗ ਗਿਆ, ਦੁਸ਼ਮਣੀ ਛੱਡ ਗਿਆ। ਦੂਸਰੀ ਬਾਤ, ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਹੋਏ। ਇਹਨਾਂ ਮਹਾਂਪੁਰਸ਼ਾਂ ਦਾ ਪ੍ਰਤਾਪ ਐਡਾ ਵੱਡਾ ਸੀ, ਸਿੱਖਾਂ ਨੇ ਤਾਂ ਮੰਨਣਾ ਕਿਉਂਕਿ ਸਿੱਖਾਂ ਦਾ ਤਾਂ ਸੰਤ ਮਹਾਂਪੁਰਸ਼ ਹੈ। ਹਿੰਦੂ ਵੀ ਸਤਿਕਾਰ ਬਹੁਤ ਕਰਦੇ। ਉਦੋਂ ਹਿੰਦੂ ਤੇ ਸਿੱਖ ਦਾ ਪਾੜਾ ਵੀ ਹੈ ਨਹੀਂ ਸੀ ਏਕਣ। ਮੁਸਲਮਾਨ ਵੀ ਪੀਰ ਮੰਨਦੇ ਸੀ ਸੰਤ ਬਾਬਾ ਕਰਮ ਸਿੰਘ ਹੋਤੀ ਵਾਲਿਆਂ ਨੂੰ। ਇੱਕ ਸਾਧ ਸੰਗੀ ਮੁਸਲਮਾਨ ਰੱਜਿਆ ਪੁਜਿਆ, ਉਹ ਮਹਾਂਪੁਰਸ਼ਾਂ ਦੇ ਕੋਲ ਪਠਾਨ ਆ ਕੇ ਕਹਿੰਦਾ ਮਹਾਂਪੁਰਖੋ ਤੁਸੀਂ ਲੋਕਾਂ ਦੀਆਂ ਪੀਰ ਦੀ ਇੱਛਾ ਪੂਰੀਆਂ ਕਰਦੇ ਹੋ, ਮੇਰੀ ਵੀ ਪੂਰੀ ਕਰੋ। ਕਹਿੰਦੇ ਕੀ ਹੈ? ਕਹਿੰਦਾ ਮਹਾਰਾਜ ਮੈਂ ਲੁਕੋ ਨਹੀਂ ਰੱਖਦਾ, ਮੇਰੇ ਮਨ ਦਾ ਮਨੋਰਥ ਹੈ ਵੀ ਇੱਕ ਬੜੀ ਖੂਬਸੂਰਤ ਲੜਕੀ ਹੈ ਹਿੰਦੂਆਂ ਦੀ, ਮੈਂ ਉਹ ਲੜਕੀ ਦੇ ਨਾਲ ਵਿਆਹ ਕਰਾਉਣਾ ਚਾਹੁੰਦਾ। ਵੀ ਮੰਨਦੇ ਤਾਂ ਹੈ ਨਹੀਂ, ਮੈਂ ਹੁਣ ਜ਼ਬਰਦਸਤੀ ਕਰਨੀ ਨਹੀਂ ਚਾਹੁੰਦਾ ਵੀ ਨਿੰਦਿਆ ਹੋ ਜੂ, ਵੀ ਉਹ ਘਰ ਦੇ ਮੰਨ ਜਾਣ। ਹੁਣ ਮੁਸਲਮਾਨਾਂ ਨੂੰ ਕੌਣ ਭਾਈ ਲੜਕੀ ਦਿੰਦਾ ਸੀ ਹਿੰਦੂ ਆਪਣੀ, ਬੇਵਸੀ ਨੂੰ ਤਾਂ ਭਾਵੇਂ ਕੁਝ ਹੁੰਦਾ ਰਿਹਾ। ਮਹਾਂਪੁਰਸ਼ਾਂ ਨੇ ਸੋਚਿਆ ਵੀ ਕਹੀ ਜੀ ਮਾੜੀ ਬਾਸ਼ਨਾ ਲੈ ਕੇ ਮੇਰੇ ਕੋਲ ਆ ਗਿਆ, ਮੈਂ ਕੋਈ ਮਾੜੀਆਂ ਇੱਛਾ ਥੋੜੀਆਂ ਪੂਰੀਆਂ ਕਰਾ ਸਕਦਾ ਗੁਰੂ ਸਾਹਿਬ ਤੋਂ। ਪਰ ਮਹਾਂਪੁਰਖਾਂ ਨੇ ਜਵਾਬ ਨਹੀਂ ਦਿੱਤਾ। ਦੂਸਰਾ, ਮਹਾਰਾਜ ਮੁਸਲਮਾਨ ਮੇਰੇ ਨਾਲ ਬੈਰ ਬਹੁਤ ਕਰਦੇ ਆ, ਮੈਨੂੰ ਮਾਰਨ ਨੂੰ ਫਿਰਦੇ ਦੁਸ਼ਮਣ ਟਲ ਜਾਣ। ਸੰਤ ਕਹਿੰਦੇ ਦੋਨੇ ਕੰਮ ਹੋ ਜਾਣਗੇ, ਪਰ ਤੈਨੂੰ ਇੱਕ ਕਸ਼ਟ ਕਰਨਾ ਪਊ। ਕਹਿੰਦਾ ਜੀ ਦੱਸੋ। ਕਹਿੰਦੇ ਮਸੀਤ ਵਿੱਚ ਬੈਠ ਕੇ 8 ਘੰਟੇ ਗੁਰੂ ਨਾਨਕ ਦੀ ਕਲਾਮ ਪੜ੍ਹੇਗਾ ਤੂੰ। ਕਹਿੰਦਾ ਜੀ ਪੜੂੰਗਾ। 40 ਦਿਨ ਨਾਂਗਾ ਨਾ ਪਾਈ। ਕਹਿੰਦਾ 7 ਵਚਨ। ਮਹਾਂਪੁਰਖਾਂ ਨੇ ਮੂਲ ਮੰਤਰ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ ਦੇ ਦਿੱਤਾ। ਜਾ ਕੇ ਨਹਾ ਧੋ ਕੇ ਮਸੀਤ 'ਚ ਬੈਠ ਗਿਆ। ਦੁਸ਼ਮਣ ਵੀ ਦੇਖਦੇ ਰਹੇ ਵੀ ਮਸੀਤ 'ਚ ਬੜਿਆ, ਇਹ ਤਾਂ ਕਦੇ ਆਉਂਦਾ ਨਹੀਂ ਸੀ ਹੁੰਦਾ। 8 ਘੰਟੇ ਮੂਲ ਮੰਤਰ ਦਾ ਜਾਪ ਕਰਕੇ ਬਾਹਰ ਨਿਕਲਿਆ। ਦੂਜੇ ਦਿਨ ਫੇਰ ਬੈਠਿਆ। ਜਦੋਂ 4-5 ਦਿਨ ਹੋ ਗਏ, ਉਹਦੇ ਜਿਹੜੇ ਦੁਸ਼ਮਣ ਸੀ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਉਹ ਟਲਣ ਲੱਗ ਗਏ ਵੀ ਇਹਦੇ ਨਾਲ ਤਾਂ ਦੁਸ਼ਮਣੀ ਹੁਣ ਆਪਾਂ ਕਰਨੀ ਨਹੀਂ, ਤਾਂ ਬੰਦਗੀ ਕਰਨ ਲੱਗ ਗਿਆ। ਇਹ ਤੇ ਕਿਸੇ ਦਰਵੇਸ਼ ਦੀ ਸੰਗਤ ਹੋ ਗਈ। ਉਹਨੂੰ ਕਹਿੰਦੇ ਗੱਲ ਸੁਣ ਬਈ ਖਾਨ ਸਾਹਿਬ। ਹਾਂ ਜੀ। ਕਹਿੰਦੇ ਤੈਨੂੰ ਮਾਰਨਾ ਸੀ ਜਾਨੋ, ਹੁਣ ਨਹੀਂ ਮਾਰਦੇ। ਕਿਉਂ? ਕਹਿੰਦਾ ਵੀ ਗੱਲ ਇਹ ਆ ਵੀ ਤੂੰ ਹੁਣ ਬੰਦਗੀ ਕਰਨ ਲੱਗ ਗਿਆ, ਤੂੰ ਖੁਦਾ ਦਾ ਬੰਦਗੀ ਕਰਨ ਲੱਗ ਗਿਆ, ਤੂੰ ਮਾੜੇ ਕੰਮ ਛੱਡ ਗਿਆ, ਇਸ ਕਰਕੇ ਅਸੀਂ ਵੀ ਛੱਡਿਆ ਤੈਨੂੰ। ਜਦੋਂ ਸਾਧ ਸੰਗਤ ਜੀ ਇਹ ਬੰਦਗੀ ਕਰਦਾ ਰਿਹਾ, ਬੰਦਗੀ ਕਰਦੇ ਕਰਦੇ ਸਮਾਂ ਲੰਘਦਾ ਗਿਆ ਤੇ ਜਦੋਂ 25 ਦਿਨ ਹੋ ਗਏ, 25 ਦਿਨ ਦੇ ਵਿੱਚ ਇਹਦੇ ਅੰਦਰੋਂ ਵੀ ਵੈਰ ਮਿਟ ਗਿਆ। ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਬੈਰ ਆਈ। ਬੰਦਗੀ ਦਾ ਉਹ ਮਹਾਂਪੁਰਖਾਂ ਦਾ ਪ੍ਰਤਾਪ ਹੈ, ਨਾਲ ਸਿਰ ਤੇ ਹੈ ਕੋਈ ਕਰਾਉਣ ਵਾਲੇ। ਜਦੋਂ 35 ਦਿਨ ਹੋ ਗਏ, ਅਜੇ 5 ਦਿਨ ਰਹਿੰਦੇ ਸੀ 40 ਦਿਨਾਂ 'ਚ, ਤੇ 5 ਦਿਨ ਅਜੇ ਰਹਿੰਦੇ ਸੀ। 35ਵੇਂ ਦਿਨ ਉਹਦੀ ਵਿਸ਼ੇ ਦੀ ਬਾਸ਼ਨਾ, ਕਹਿੰਦਾ ਓਹੋ, ਕਹਿੰਦਾ ਹਿੰਦੂਆਂ ਦੀ ਲੜਕੀ ਵਿਚਾਰੇ ਗਰੀਬ, ਮੈਂ ਜੇ ਰੱਜਿਆ ਪੁਜਿਆ ਜਾਂ ਜੇ ਮੁਸਲਮਾਨਾਂ ਦਾ ਦਬਦਬਾ ਏ, ਇਹ ਤਾਂ ਬੜਾ ਜ਼ੁਲਮ ਸੀ ਜਿਹੜਾ ਮੈਂ ਕਰਨ ਲੱਗਿਆ ਸੀ। ਬਾਸ਼ਨਾ ਹੋ ਗਈ ਖਤਮ। ਬਾਸ਼ਨਾ ਖਤਮ ਹੋ ਕੇ ਸਾਧ ਸੰਗਤ ਜੀ ਤੇ ਮਹਾਂਪੁਰਖਾਂ ਦੇ ਕੋਲ ਉਹ ਲੜਕੀ ਤੇ ਉਹਦਾ ਪਿਤਾ ਉਹ ਆਏ ਮੱਥਾ ਟੇਕਣ, ਤੇ ਇਹ ਆਇਆ 40ਵੇਂ ਦਿਨ ਮੱਥਾ ਟੇਕਣ। ਚਰਨ ਫੜ ਕੇ ਮਹਾਂਪੁਰਸ਼ਾਂ ਦੇ ਕਹਿੰਦਾ ਪੀਰ ਜੀ ਮੈਨੂੰ ਬਖਸ਼ ਦਿਓ, ਆਹ ਜਿਹੜੀ ਲੜਕੀ ਜਿਹਦੇ ਨਾਲ ਮੈਂ ਨਿਕਾਹ ਕਰਨਾ ਚਾਹੁੰਦਾ ਸੀ, ਉਹਦੇ ਸਿਰ ਤੇ ਹੱਥ ਰੱਖ ਕੇ ਕਹਿੰਦਾ ਤੁਹਾਡੇ ਸਾਹਮਣੇ ਮੈਂ ਹੁਣ ਇਹਨੂੰ ਹੀ ਪੁੱਤਰੀ ਸਵੀਕਾਰ ਕਰਦਾ। ਉਹਦੇ ਬਾਪ ਨੂੰ ਕਹਿੰਦੇ ਵੀ ਇਹ ਧੀ ਮੇਰੀ ਹੋਗੀ, ਰਹੂਗੀ ਤੇਰੇ ਪਰਿਵਾਰ ਦੇ ਵਿੱਚ ਹੀ, ਲੜਕਾ ਤੂੰ ਦੇਖੇਗਾ, ਵਿਆਹ ਮੈਂ ਕਰੂੰਗਾ, ਦਾਜ ਦਹੇਜ ਮੈਂ ਦੇਊਂਗਾ। ਉਹਨੇ 40 ਦਿਨਾਂ ਦੇ ਵਿੱਚ ਮਨ ਸੁੱਧ ਹੋ ਗਿਆ ਤੇ
ਦੁਸ਼ਮਣ ਟਲ ਗਏ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਟਲ ਜਾਂਦੇ ਨੇ। ਇਸ ਕਰਕੇ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੀ ਇਹਦੇ ਵਿੱਚ ਮਹਾਂਪੁਰਖ ਕਹਿੰਦੇ ਭਾਈ ਅਸੀਂ ਤੈਨੂੰ ਕਿਹਾ ਸੀ ਪਰ ਤੇਰੇ ਸਮਝ ਨਹੀਂ ਆਈ ਬਈ ਤੇਰੀ ਇੱਛਾ ਪੂਰੀ ਹੋ ਜੂਗੀ, ਦੁਸ਼ਮਣ ਵੀ ਟਲ ਜਾਣਗੇ। ਕਹਿੰਦੇ ਕਾਮ ਕ੍ਰੋਧ ਵੀ ਤਾਂ ਦੁਸ਼ਮਣੇ ਨੇ, ਇਹ ਵੀ ਟਲ ਗਏ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੁਸ਼ਮਣ, ਇਹ ਵਿਕਾਰ ਭਾਵਨਾ ਖਤਮ ਹੋ ਗਈ। ਇਹ ਪ੍ਰਭੂ ਦੇ ਸਿਮਰਨ ਦਾ ਬਰਕਤਾਂ ਹਨ ਜੀ। ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ। ਪਰਮਾਤਮਾ ਦਾ ਸਿਮਰਨ ਕਰਨ ਵਾਲਿਆਂ ਨੂੰ ਬਿਘਨ ਨਾਮ ਰੁਕਾਵਟ ਦਾ ਹੁੰਦਾ ਹੈ, ਕਿਸੇ ਕੰਮ 'ਚ ਰੁਕਾਵਟ ਨਹੀਂ ਪੈਂਦੀ। ਤਾਂ ਹੀ ਹਰੇਕ ਕੰਮ ਦੇ ਮੂਹਰੇ ਅਰਦਾਸ ਕਰਦੇ ਆ, ਨਾਮ ਜਪਿਆ ਜਾਂਦਾ ਹੈ। ਸੁਖਮਨੀ ਸਾਹਿਬ ਦਾ ਪਾਠ, ਜਪਜੀ ਸਾਹਿਬ ਦੇ ਪਾਠ, ਅਖੰਡ ਪਾਠ, ਸਹਿਜ ਪਾਠ, ਕਿ ਬਿਘਨ ਦੂਰ ਹੋ ਜਾਣ। ਇਹ ਬਿਘਨਾਂ ਦਾ ਨਾਸ਼ ਕਰਦਾ ਹੈ। ਰੁਕਾਵਟ ਨਾਲ ਬਿਘਨ ਨਾਮ ਹੈ ਰੁਕਾਵਟ ਦਾ। ਪ੍ਰਭ ਕੈ ਸਿਮਰਨ ਅਨਦਿਨ ਜਾਗੈ। ਪ੍ਰਭੂ ਦਾ ਸਿਮਰਨ ਕਰਨ ਵਾਲੇ ਰਾਤ ਦਿਨ ਗਿਆਨ ਅਵਸਥਾ ਵਿੱਚ ਜਾਗੇ ਹੁੰਦੇ ਨੇ, ਉਹਨਾਂ ਦਾ ਮਨ ਅਵਿਦਿਆ 'ਚ ਸੁੱਤਾ ਨਹੀਂ ਰਹਿੰਦਾ। ਪ੍ਰਭ ਕੈ ਸਿਮਰਨ ਭਉ ਨ ਵਿਆਪੈ। ਪ੍ਰਭੂ ਦਾ ਸਿਮਰਨ ਕਰਨ ਵਾਲੇ ਨੂੰ 7 ਪ੍ਰਕਾਰ ਦਾ ਜਿਹੜਾ ਭਉ ਡਰ ਹੈ ਉਹ ਨਹੀਂ ਵਿਆਪਦਾ, ਲੱਗਦਾ ਨਹੀਂ ਹੈ। ਯਹ ਪੈ ਪਰਲੋਕ ਪੈ ਜਨਮ ਵੇਦਨਾ ਜਾਤ ਅੰਧ ਰੱਖਿਆ ਅਰ ਗੁਪਤ ਪੈ ਅਕਸ ਮਾਤਰ ਪੈ ਸਾਤ, ਇਹ ਨਹੀਂ ਲੱਗਦੇ ਹਨ। ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਵਾਹਿਗੁਰੂ ਦਾ ਸਿਮਰਨ ਜਿਹੜਾ ਹੈ ਉਹ ਕਰਨ ਵਾਲੇ ਨੂੰ ਜੀਵ ਨੂੰ ਜੰਮਣ ਮਰਨ ਆਦਿ ਦਾ ਦੁੱਖ ਸਤਾਉਂਦਾ ਨਹੀਂ ਹੈ। ਸੰਗ ਭਲੀ ਪ੍ਰਕਾਰ ਆਦਿ ਵਿਆਧੀ ਆਦ ਇਹ ਤਾਪ ਤਪਾਉਂਦੇ ਨਹੀਂ ਹਨ। ਪ੍ਰਭ ਕਾ ਸਿਮਰਨ ਸਾਧ ਕੈ ਸੰਗ। ਵਾਹਿਗੁਰੂ ਦਾ ਜਿਹੜਾ ਸਿਮਰਨ ਹੈ ਸਾਧ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚ, ਉਥੇ ਸਾਧ ਸੰਜੀਵ ਹੁੰਦਾ ਹੈ। ਸੰਤਾਂ ਦੀ ਸੰਗਤ ਵਿੱਚ ਮਿਲ ਕੇ ਜਪੀਦਾ ਹੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਉਥੇ ਸਿਮਰਨ ਕਰਨ ਦਾ ਚਾਅ ਪੈਦਾ ਹੁੰਦਾ ਹੈ। ਸਰਬ ਨਿਧਾਨ ਨਾਨਕ ਹਰ ਰੰਗ। ਗੁਰੂ ਸਾਹਿਬ ਜੀ ਕਥਨ ਕਰਦੇ ਹਨ ਹਰੀ ਪਰਮੇਸ਼ਰ ਵਾਹਿਗੁਰੂ ਦੇ ਰੰਗ ਪ੍ਰੇਮ ਚੜ ਜਾਂਦਾ ਹੈ। ਪਰਮਾਤਮਾ ਦੇ ਨਾਮ ਦਾ ਰੰਗ ਚੜ ਜਾਂਦਾ ਹੈ। ਸਾਰੇ ਨਿਧਾਨ ਖਜ਼ਾਨੇ ਮਿਲ ਜਾਂਦੇ ਨੇ, ਹਰੀ ਸਰੂਪੀ ਹੋ ਜਾਂਦਾ ਹੈ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਰਿੱਧੀਆਂ ਜਿਹੜੀਆਂ ਸਾਧ ਸੰਗਤ ਸਿੱਧੀਆਂ ਨੇ, ਰਿੱਧੀ 5 ਸੇਰ ਅੰਨ ਪਕਾ ਕੇ 8 ਦਿਨ ਨਾ ਮੁੱਕਣ ਦੇਣਾ, ਇਹਨੂੰ ਰਿੱਧੀ ਕਹਿੰਦੇ ਨੇ। ਸਿੱਧੀ ਅਣਮਾ ਮਹਿਮਾ ਗਰਮਾ ਲਗਮਾ ਪ੍ਰਾਪਤ ਪ੍ਰਾਕਮਾ ਈਸ ਦਾ ਵਸੀ ਕਰਨ 8 ਮੁਖਨ 10 ਗਾਉਣ। ਇਹ ਰਿੱਧੀਆਂ ਸਿੱਧੀਆਂ ਤੇ ਨਿਧੀਆਂ ਇਹ ਪ੍ਰਾਪਤ ਹੋ ਜਾਂਦੀਆਂ ਨੇ। ਨਿਧ ਜਿਹੜੀ ਹੈ ਸਾਧ ਸੰਗਤ ਇਹ ਖਜ਼ਾਨਾ ਹੈ। ਉਹ ਕਿਹੜਾ ਖਜ਼ਾਨਾ ਹੈ? ਅਸਨ ਬਸਨ ਪੂ ਕਨਕ ਪੁਨ ਦਾਸੀ ਚੌਂਪ ਗੁਲਾਮ ਰਸਗਾਹੇ ਹਟਵਾਹੇ ਜਾਣੀਏ ਇਹ ਨਵ ਨਿਧ ਕੇ ਨਾਮ। ਨਿਧ ਸਿੱਧ ਨਿਰਮਲ ਨਾਮ ਵਿਚਾਰ, ਇਹ ਨਾਮ ਦੇ ਵਿੱਚ ਐਸੀਆਂ ਹਨ ਜੇ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਪ੍ਰਭੂ ਦੇ ਸਿਮਰਨ ਦੇ ਵਿੱਚ ਰਿੱਧ 5 ਸੇਰ ਅੰਨ ਪਕਾਇਆ, 8 ਦਿਨ ਵਰਤਾ ਦਿੱਤਾ, ਮੁੱਕਣ ਨਹੀਂ ਦਿੱਤਾ, ਇਹ ਤਾਂ ਰਿੱਧ ਹੋ ਗਈ। ਸਿੱਧ ਹੋ ਗਈ ਜਿਹੜੀ 18 ਪ੍ਰਕਾਰ ਦੀ ਹੈ। ਅਣਮਾ ਮਹਿਮਾ ਗਰਮਾ ਲਗਮਾ ਪ੍ਰਾਪਤ ਪਰਾਕਮਾ ਈਸ ਦਾ ਵਸੀਕਰਨ। 9 ਨਿਧ 9 ਪ੍ਰਕਾਰ ਦੀ ਨਿਧੀ ਹੋ ਗਈ। ਅਸਨ ਬਸਨ ਪੂ ਕਨਪੂਨ ਦਾਸੀ ਚੌਂਪ ਗੁਲਾਮ ਰਸਬਾਹੇ ਹੰਡਵਾਏ ਜਾਣੀਆਂ ਜਾਏ ਨਵ ਨਿਧ ਕੇ ਨਾਮ। ਤੋ ਇਸ ਪ੍ਰਕਾਰ ਇਹ ਪ੍ਰਾਪਤ ਹੋ ਜਾਂਦੀਆਂ ਨੇ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਤੇ ਪ੍ਰਭੂ ਦੇ ਸਿਮਰਨ ਕਰਨ ਦੇ ਨਾਲ ਹੋਰ ਕੀ ਪ੍ਰਾਪਤ ਹੁੰਦਾ ਹੈ? ਪ੍ਰਭੂ ਦੇ ਸਿਮਰਨ ਕਰਨ ਦੇ ਨਾਲ ਨਿਰਗੁਣ ਦਾ ਤਾਂ ਗਿਆਨ ਪ੍ਰਾਪਤ ਹੋ ਜਾਂਦਾ ਹੈ, ਸਰਗੁਣ ਸਰੂਪ ਦਾ ਧਿਆਨ ਹੋ ਜਾਂਦਾ ਹੈ, ਤਤ ਸਰੂਪ ਦਾ ਬੋਧ ਹੋ ਜਾਂਦਾ ਹੈ ਜੀ। ਸਾਂਖ ਮਤ ਵਾਲੇ ਉਹ ਤੱਤਾਂ ਦੇ ਜਿਹੜੇ ਸਾਧ ਸੀ 25 ਪ੍ਰਕਿਰਤੀਆਂ ਨੇ ਤੱਤਾਂ ਦੀਆਂ, ਇਹਦੇ ਗਿਆਨ ਨੂੰ ਗਿਆਨ ਮੰਨਦੇ ਆ। ਪਤੰਜਲੀ ਬਿਰਤੀ ਦਾ ਅਨੁਰੋਧ ਰੂਪ ਰੁਕ ਜਾਣ ਨੂੰ ਧਿਆਨ ਮੰਨਦੇ ਆ। ਵੇਦਾਂਤ ਮਤ ਵਾਲੇ ਤਤ ਦਾ ਬੋਧ ਜਿਹੜਾ ਜੀਵ ਈਸ਼ ਦੀ ਏਕਤਾ ਨੂੰ, ਉਹਨੂੰ ਸਾਧ ਸੰਜੀ ਮੰਨਦੇ ਆ। ਇਸ ਤਰ੍ਹਾਂ ਗਿਆਨ ਮੰਗਦੇ ਆ। ਇਹ ਸਭ ਪਰਮੇਸ਼ਰ ਦੇ ਸਿਮਰਨ ਦੇ ਵਿੱਚ ਇਹ ਸਾਰੀਆਂ ਬਰਕਤਾਂ ਨੇ, ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਨੇ ਹਰੀ ਵਾਹਿਗੁਰੂ ਦੇ ਸਿਮਰਨ ਕਰਕੇ। ਤੇ ਇਹ ਜਿਹੜਾ ਸਾਧ ਸੰਜੀ ਜਿੱਥੇ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭੂ ਦੇ ਸਿਮਰਨ ਦੇ ਵਿੱਚ ਗਿਆਨ ਧਿਆਨ ਦੇ ਸਹਿਤ ਤਤ ਸਿਧਾਂਤ ਦੇ ਜਾਣਨ ਵਾਲੀ ਬੁੱਧ ਬੁੱਧੀ ਪ੍ਰਾਪਤ ਹੋ ਜਾਂਦੀ ਹੈ। ਤਤ ਵੇਤਿਆਂ ਵਾਲੀ ਬੁੱਧੀ ਪ੍ਰਾਪਤ ਹੋ ਜਾਂਦੀ ਹੈ। ਪ੍ਰਭ ਕੈ ਸਿਮਰਨ ਜਪ ਤਪ ਪੂਜਾ। ਪ੍ਰਭੂ ਦੇ ਸਿਮਰਨ ਦੇ ਵਿੱਚ ਜਪ ਤਪ ਪੂਜਾ ਆਦਿ ਦਾ ਫਲ, ਜਿਹੜਾ ਜਪ ਤੋਂ ਫਲ ਮਿਲਣਾ ਹੈ, ਤਪ ਤੋਂ ਫਲ ਮਿਲਣਾ ਹੈ, ਪੂਜਾ ਤੋਂ ਮਿਲਣਾ ਹੈ, ਉਹ ਪ੍ਰਭੂ ਦੇ ਸਿਮਰਨ ਦੇ ਵਿੱਚ ਹੀ ਪ੍ਰਾਪਤ ਹੋ ਜਾਂਦਾ ਹੈ। ਜਾਂ ਫਿਰ ਪਰਮੇਸ਼ਰ ਦਾ ਸਿਮਰਨ ਕਰਕੇ ਜਪ ਤਪ ਪੂਜਾ ਆਦਿ ਸਾਰੇ ਸਫਲੇ ਹੋ ਜਾਂਦੇ ਨੇ। ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪਰਮਾਤਮਾ ਦੇ ਸਿਮਰਨ ਕਰਨ ਦੇ ਨਾਲ ਦੂਜਾ ਦਵੈਤ ਭਾਵ
ਉਹ ਬਿਨ ਸਹਿ ਮਿਟ ਜਾਂਦੀ ਹੈ। ਤੇ ਇਸ ਕਰਕੇ ਫਿਰ ਜਿਹੜਾ ਤਨ ਮਨ ਅਰਪੋ ਪੂਜ ਚੜਾਵੋ ਗੁਰ ਪ੍ਰਸਾਦ ਨਿਰੰਜਨ ਪਾਵੋ, ਇਹ ਪ੍ਰਾਪਤ ਹੋ ਜਾਂਦਾ ਹੈ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਜਿਵੇਂ ਪਰੂਬਰ ਰਾਜਾ ਸੀ, 68 ਤੀਰਥ ਚੱਲ ਕੇ ਆ ਗਏ ਸੀ ਇਸ਼ਨਾਨ ਕਰਾਉਣ, ਮਾਤਾ ਨਾਨਕੀ ਦਾ ਇਸ਼ਨਾਨ ਕਰਾਉਣ। ਜੋ ਮਹਾਰਾਜ ਸਾਹਿਬ ਜਦੋਂ ਪੂਰਬ ਦੀ ਯਾਤਰਾ ਨੂੰ ਗਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਤਿਕਾਰਯੋਗ ਮਾਤਾ, ਤੇ ਉਹ ਗੰਗਾ ਇਸ਼ਨਾਨ ਕਰਾਉਣ ਵਾਸਤੇ ਆ ਗਈ ਸੀ, ਯਾਦਗਾਰੀ ਸਥਾਨ ਬਣਿਆ। ਘਰ ਬੈਠਿਆਂ ਨੂੰ ਉਹ ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਗਤ ਤੀਰਥ ਮਲ ਨਾਓ, ਪਰਮਾਤਮਾ ਦਾ ਨਾਮ ਹੀ ਐਸਾ ਹੈ। ਜੈਸੇ 68 ਤੀਰਥ ਪਰਸ ਕੀਓ ਜੁਗ ਚਾਰ ਚੜੇ ਕੈਲਾਸ ਰਹਿਓ, जैसे लाख बार कुरुक्षेत्र में अस्मेद जग अपंग ठयो, जैसे कोट बरख तप ऊर्धमुखी बैसंतर में तन दहा दयो, पुन अमृत नाम विशेष इति जिने एक बार श्री वाहिगुरु कहयो। एडा बड़ा एदा महात्म है। प्रभु का सिमरन दरगाह मानी, वाहिगुरु दा सिमरन करन वाले नूं दरगाह दे अंदर प्रमाण नहीं कीता जांदा है, ਉਹਦੀ ਇੱਜ਼ਤ ਮੰਨੀ ਜਾਂਦੀ ਹੈ, ਉਹਦਾ ਕਿਹਾ ਧਰਮ ਰਾਜ ਤੱਕ ਚੱਲਦਾ ਹੈ, ਦਰਗਾਹ 'ਚ ਮੰਨਿਆ ਜਾਂਦਾ ਹੈ। ਪ੍ਰਭ ਕਾ ਸਿਮਰਨ ਹੋਏ ਸੋ ਭਲਾ, ਪ੍ਰਭੂ ਦਾ ਸਿਮਰਨ ਕਰਨ ਵਾਸਤੇ ਜਿਹੜਾ ਮਨੁੱਖ ਪ੍ਰਭੂ ਦਾ ਸਿਮਰਨ ਕਰਦਾ ਹੈ ਉਹਦੇ ਕੋਲ ਜੋ ਕੁਝ ਵੀ ਹੁੰਦਾ ਭਲਾ ਹੀ ਕਰਦਾ ਹੈ, ਉਹ ਬੁਰਾ ਨਹੀਂ ਕਰਦਾ ਕਿਸੇ ਦਾ, ਮੰਦਾ ਨਹੀਂ ਕਰਦਾ ਕਿਸੇ ਦਾ। ਪ੍ਰਭੂ ਦੇ ਸਿਮਰਨ ਦੀ ਬਰਕਤ ਹੈ, ਉਹ ਪਰਉਪਕਾਰੀ ਕਰਦਾ ਹੈ। ਪਰਮੇਸ਼ਰ ਦਾ ਸਿਮਰਨ ਕਰਨ ਵਾਲਾ ਸਮਝਦਾ ਹੈ ਕਿ ਉਹਦੇ ਭਾਣੇ ਵਿੱਚ ਜੋ ਵੀ ਦੁੱਖ ਸੁੱਖ ਹੋ ਰਿਹਾ ਭਲਾ ਹੀ ਹੈ, ਬੁਰਾ ਨਹੀਂ ਸਭ ਭਲਾ ਹੀ ਹੈ, ਐ ਮੰਨਦਾ। ਪ੍ਰਭ ਕਾ ਸਿਮਰਨ ਸੁਫਲ ਫਲਾ, ਪ੍ਰਭੂ ਦਾ ਸਿਮਰਨ ਕਰਨ ਵਾਲਾ ਜਿਹੜਾ ਹੈ ਨਾ ਉਹ ਸੁਫਲ ਸ੍ਰੇਸ਼ਟ ਗਿਆਨ ਦੇ ਫਲ ਦੇ ਸਹਿਤ ਤੇ ਸੁਫਲ ਫਲੀਭੂਤ ਹੋ ਜਾਂਦਾ ਹੈ। ਭਾਵ ਗਿਆਨ ਸਰੂਪ ਇਹ ਸ੍ਰੇਸ਼ਟ ਫਲ ਬ੍ਰਹਮ ਗਿਆਨ ਦਾ ਮਿਲ ਜਾਂਦਾ ਹੈ। ਸੇ ਸਿਮਰਹਿ ਜਿਨ ਆਪ ਸਿਮਰਾਏ, ਪਰ ਸਿਮਰਨ ਪਾਈ ਸੇ ਉਹੀ ਸਿਮਰੈ ਸਿਮਰਦੇ ਨੇ ਜਿਨ੍ਹਾਂ ਤੋਂ ਆਪ ਹੀ ਪਰਮੇਸ਼ਰ ਕਿਰਪਾ ਕਰਕੇ ਸਿਮਰਾਏ, ਸਿਮਰਨ ਕਰਾਉਂਦਾ ਹੈ। ਇਹ ਸਾਸ ਹੀ ਹੰਗਤਾ ਤੋਂ ਬਚਣ ਦੀ ਯੁਕਤੀ ਦੱਸੀ ਹੈ ਨਾਲ, ਵੀ ਸਿਮਰਨ ਕਰਕੇ ਕਿਤੇ ਐ ਨਾ ਕਹਿ ਦਿਓ ਵੀ ਮੈਂ ਕਰਿਆ ਹੈ, ਇਹ ਕਿਹੋ ਵੀ ਵਾਹਿਗੁਰੂ ਨੇ ਕਰਾਇਆ ਹੈ, ਮੇਰੇ ਕੋਲੋਂ ਨਹੀਂ ਹੋ ਰਿਹਾ ਸੀ। ਨਾਨਕ ਤਾਕੈ ਲਾਗੋ ਪਾਏ, ਸਤਿਗੁਰੂ ਜੀ ਕਥਨ ਕਰਦੇ ਉਹਨਾਂ ਸਿਮਰਨ ਕਰਨ ਵਾਲਿਆਂ ਦੇ ਪਾਏ ਚਰਨੀ ਲਾਗੋ ਲੱਗਦਾ ਹਾਂ ਜਾਂ ਲੱਗਣਾ ਕਰੀਏ ਬਹੁਤ ਮਹੱਤਮ ਹੈ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਭਾਈ ਪ੍ਰਭੂ ਦਾ ਸਿਮਰਨ ਤਾਂ ਸਾਰਿਆਂ ਜਪਾਂ ਤਪਾਂ ਨਾਲੋਂ ਸਾਰੇ ਕਰਮਾਂ ਧਰਮਾਂ ਨਾਲੋਂ ਉੱਚਾ ਹੈ, ਵੱਡਾ ਹੈ। ਪ੍ਰਭ ਕਾ ਸਿਮਰਨ ਉਧਰੇ ਮੂਚਾ, ਇਸ ਕਰਕੇ ਸਿਮਰਨ ਸਾਰਿਆਂ ਤੋਂ ਉੱਚਾ ਉੱਤਮ ਹੈ ਤੇ ਪ੍ਰਭੂ ਦਾ ਸਿਮਰਨ ਕਰਕੇ ਮੂਚਾ ਨਾ ਹੁੰਦਾ ਬਹੁਤਾ, ਬਹੁਤੇ ਤੋਂ ਭਾਵ ਹੈ। ਕਿੰਨੇ ਉਧਰੇ, ਕਿੰਨੇ ਕੁ ਤਰ ਗਏ, ਕਹਿੰਦੇ ਗਿਣਤੀ ਨਹੀਂ, ਨਾਮ ਜਪ ਕੇ ਕਿੰਨੇ ਕੁ ਉਧਰੇ ਨੇ, ਮੂਚਾ ਬਹੁਤੇ ਉਧਰੇ ਹਨ। ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭੂ ਦਾ ਸਿਮਰਨ ਕਰਕੇ ਅੰਦਰ ਤੋਂ ਪਦਾਰਥਾਂ ਦੀ ਤ੍ਰਿਸ਼ਨਾ ਜਿਹੜੀ ਅੱਗ ਲੱਗੀ ਰਹਿੰਦੀ ਹੈ ਹਿਰਦੇ ਨੂੰ ਮਾਇਆ ਦੀ, ਉਹ ਬੁਝ ਜਾਂਦੀ ਹੈ। ਪ੍ਰਭ ਕਾ ਸਿਮਰਨ ਸਭ ਕਿਛ ਸੁਝੈ, ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਸਾਰੀ ਸੋਝੀ ਆ ਜਾਂਦੀ। ਇਹਨੂੰ ਸੁਝੈ ਪੜਨਾ, ਉਹਨੂੰ ਬੁਝੈ ਪੋਲਾ ਪੜਨਾ, ਤੇ ਇਸ ਪ੍ਰਕਾਰ ਫਿਰ ਉਹਨਾਂ ਨੂੰ ਸਾਰੀ ਕੁਛ ਸੁਝ ਆਉਂਦਾ ਹੈ। ਐਸੀ ਦਿਵ ਦ੍ਰਿਸ਼ਟੀ ਜਾਗ ਪੈਂਦੀ ਹੈ, ਜੋ ਵੀ ਕੁਛ ਹੁੰਦਾ ਹਸਤਾਮਲ ਗਿਆਨ ਕਹਿੰਦੇ ਨੇ, ਅੰਤਰਜਾਮਤਾ ਇੰਨੀ ਹੋ ਜਾਂਦੀ ਹੈ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭੂ ਦਾ ਸਿਮਰਨ ਕਰਨ ਵਾਲੇ ਨੂੰ ਜਮਾਂ ਦਾ ਡਰ ਨਹੀਂ ਰਹਿੰਦਾ ਹੈ। ਕੋਈ ਤਰਾਸ ਨਾਮ ਡਰਦਾ ਹੁੰਦਾ ਹੈ, ਤਰਾਸਾ ਦਾ ਅਰਥ ਵੀ ਉਹੀ ਹੈ, ਤਰਾਸ ਦਾ ਵੀ, ਕਿਤੇ ਤਰਾਸ ਹੁੰਦਾ ਕਿਤੇ ਤਰਾਸਾ, ਇੱਥੇ ਤਰਾਸਾ ਹੈ, ਜਮਾਂ ਦਾ ਡਰ ਨਹੀਂ ਰਹਿੰਦਾ ਹੈ। ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭੂ ਦੇ ਸਿਮਰਨ ਕਰਨ ਦੇ ਨਾਲ ਆਸਾ ਉਮੀਦਾਂ ਜਿਹੜੀਆਂ ਨੇ, ਜੋ ਪਦਾਰਥ ਜੇ ਪ੍ਰਾਪਤ ਨਹੀਂ ਹੋਇਆ ਉਮੀਦ ਰੱਖੀ ਬੈਠਾ ਉਹਨੂੰ ਆਸਾ ਕਹਿੰਦੇ ਨੇ, ਇਹ ਪੂਰਨ ਹੋ ਜਾਂਦੀਆਂ ਹਨ ਸਾਰੀਆਂ, ਆਸਾ ਹੀ ਪੂਰਨ ਹੋ ਜਾਂਦੀ ਹੈ, ਇੱਛਾ ਹੀ ਨਹੀਂ ਰਹਿੰਦੀ ਕੋਈ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਪ੍ਰਭੂ ਦਾ ਸਿਮਰਨ ਕਰਕੇ ਅੰਤਸਕਰਨ ਦੀ ਪਾਪਾਂ ਦੀ ਮੈਲ ਲੈ ਜਾਂਦੀ ਹੈ, ਜਿਹੜੀ ਜਨਮਾਂ ਜਨਮਾਤਰਾਂ ਦੀ ਚਲੀ ਆ ਰਹੀ ਹੈ। ਅੰਮ੍ਰਿਤ ਨਾਮ ਰਿਦ ਮਾਹੇ ਸਮਾਏ, ਉਹ ਮਲ ਜਿਹੜੀ ਜਾਏ ਚਲੀ ਜਾਂਦੀ ਹੈ ਤੇ ਅੰਮ੍ਰਿਤ ਨਾਮ ਫਿਰ ਹਿਰਦੇ ਦੇ ਵਿੱਚ ਸਮਾ ਜਾਂਦਾ ਹੈ, ਟਿਕ ਜਾਂਦਾ ਹੈ। ਪ੍ਰਭ ਜੀ ਵਸ ਹੈ ਸਾਧ ਕੀ ਰਸਨਾ, ਸਿਮਰਨ ਕਰਨ ਵਾਲਿਆਂ ਸਾਧ ਸ੍ਰੇਸ਼ਟ ਸੰਤਾਂ ਮਹਾਂਪੁਰਸ਼ਾਂ ਦੀ ਰਸਨਾ ਵਿੱਚ ਜੀਵ ਤੇ ਪ੍ਰਭੂ ਆਪ ਵਸਦਾ ਹੈ ਨਾਮ ਰੂਪ ਹੋ ਕਰਕੇ। ਨਾਨਕ ਜਨ ਕਾ ਦਾਸਨ ਦਸਨਾ, ਸਤਿਗੁਰੂ ਜੀ ਕਥਨ ਕਰਦੇ ਨੇ ਇਸ ਲਈ ਮੈਂ ਸ੍ਰੇਸ਼ਟ ਉਹਨਾਂ ਜਨਾਂ ਦੇ ਦਾਸਾਂ ਦਾ ਦਾਸ ਹਾਂ।
ਇੰਨੀ ਨਿਮਰਤਾ ਧਾਰੀ ਹੈ। ਦਾਸਾਂ ਦਾ ਵੀ ਦਾਸ ਹਾਂ ਮੈਂ, ਉਹਨਾਂ ਦੇ ਅੱਗੇ ਦਾਸਾਂ ਦਾ ਦਾਸ ਆਪਣੇ ਆਪ ਨੂੰ ਮੰਨਦਾ ਨਿਮਰਤਾ ਹੈ। ਪ੍ਰਭ ਕੋ ਸਿਮਰਹਿ ਸੀ ਧਨਵੰਤੇ, ਜਿਹੜਾ ਵਾਹਿਗੁਰੂ ਦਾ ਸਿਮਰਨ ਕਰਨ ਉਹਨਾਂ ਵੱਲ ਤਾਂ ਧਨਵਾਨ ਦੇ ਕੋਈ ਨਹੀਂ। ਭਾਗਠੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ, ਉਹ ਨਾ ਅਸਲੀ ਸ਼ਾਹੂਕਾਰ ਪਾਏ। ਨਾਮ ਤਨ ਜਿਸ ਜਨ ਕੇ ਪਾਲੇ ਸੇਈ ਪੂਰੇ ਸਾ, ਉਹੀ ਸ਼ਾਹੂਕਾਰ ਨ ਅਸਲੀ। ਪ੍ਰਭ ਕੋ ਸਿਮਰਹਿ ਸੇ ਪਤਵੰਤੇ, ਜਿਹੜਾ ਪ੍ਰਭੂ ਨੂੰ ਸਿਮਰਦੇ ਆ ਅਸਲ ਦੇ ਵਿੱਚ ਇੱਜ਼ਤਦਾਰ ਤਾਂ ਲੋਕ ਉਹ ਨ ਪਾਏ। ਬਿਨ ਆਵੇ ਪਤ ਜਾਏ, ਇਹ ਕਾਹਦੀ ਇੱਜ਼ਤ ਹੈ? ਇੱਥੇ 4 ਦਿਨ ਵਡਿਆਈਆਂ ਕਰਾ ਲੀਆਂ, ਜਮਾਂ ਦੀਆਂ ਫਿਰ ਮਾਰਾਂ ਝੱਲਣੀਆਂ ਪਈਆਂ, ਨਰਾਦਰ ਹੋਇਆ। ਪਤਵੰਤੇ ਉਹ ਨ ਪਤ ਇੱਜ਼ਤ ਵਾਲੇ, ਜਿਹਦੀ ਪਰਲੋਕ ਦੇ ਵਿੱਚ ਵੀ ਇੱਜ਼ਤ ਹੋ ਰਹੀ ਹੈ। ਨਾਮ ਤੋਂ ਬਿਨਾਂ ਤਾਂ ਇੱਜ਼ਤ ਜਾ ਰਹੀ ਹੈ। ਪ੍ਰਭ ਕੋ ਸਿਮਰਹਿ ਸੇ ਜਨ ਪਰਵਾਨ, ਤੇ ਵਾਹਿਗੁਰੂ ਦਾ ਜਿਹੜਾ ਸਿਮਰਨ ਕਰਦੇ ਨੇ ਉਹ ਰੱਬ ਨੂੰ ਪ੍ਰਵਾਨਿਕ ਹੋ ਗਏ। ਉਹਨਾਂ ਨੇ ਮੰਨ ਲਿਆ ਵੀ ਹਾਂ ਤੁਸੀਂ ਮਨੁੱਖਾ ਜਨਮ 'ਚ ਜਾ ਕੇ ਕੁਝ ਕੀਤਾ, ਸਫਲ ਹੈ। ਪ੍ਰਵਾਨਿਕ ਹੋਵੇ, ਪ੍ਰਭ ਨੂੰ ਭਾ ਗਏ ਹਨ। ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ, ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਕਹਿੰਦੇ ਸੇ ਉਹ ਪੁਰਖ ਪ੍ਰਧਾਨ ਮੁਖੀ ਨੇ ਮਨੁੱਖਾਂ ਦੇ ਵਿੱਚ। ਜੋ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰਦੇ ਹੈ ਉਹ ਜਨ ਪੁਰਖ ਸਤ ਸੰਤੋਖ ਗੁਣਾਂ ਦੇ ਸਹਿਤ ਹੋ ਕੇ ਪ੍ਰਮਾਣਿਕ ਹੋ ਗਏ। ਪ੍ਰਭੂ ਦਾ ਸਿਮਰਨ ਕਰਕੇ ਕਾਮ ਕ੍ਰੋਧ ਨੂੰ ਜਿੱਤ ਕੇ ਉਹ ਪੁਰਖ ਲੋਕ ਪਰਲੋਕ ਦੇ ਮੁਖੀ ਹੋ ਗਏ, ਪ੍ਰਧਾਨ ਹੋ ਗਏ। ਉਹ ਤਾਂ ਪਿੰਡ ਪਿੰਡ 'ਚ ਪ੍ਰਧਾਨ ਹੈਗੇ, ਕੋਈ ਸੁਸਾਇਟੀਆਂ ਦੇ, ਕੋਈ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ, ਪਰ ਮਹਾਰਾਜ ਕਹਿੰਦੇ ਨੇ 2 ਤਰ੍ਹਾਂ ਕਰਕੇ ਪ੍ਰਧਾਨ ਮੰਨਿਆ। ਇੱਕ ਤਾਂ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਵਸਦਾ ਹੈ, ਜਾਂ ਕਿਹਾ ਵੀ ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕੇ ਮਿਟੈ ਉਵਾਨ, ਜਿਹਦਾ ਹੰਕਾਰ ਮਿਟ ਗਿਆ ਜਾਂ ਉਹਨੂੰ ਪ੍ਰਧਾਨ ਕਹਿੰਦੇ ਆ ਗੁਰਬਾਣੀ ਦੇ ਵਿੱਚ। ਸੋ ਅੱਗੇ ਦੱਸਦੇ ਹਨ ਮਹਾਰਾਜ, ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ, ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਉਹ ਮੁਹਤਾਜਗੀ ਨਹੀਂ ਕਰਦੇ, ਮਸੰਦਗੀ ਨਹੀਂ ਕਿਸੇ ਦੀ ਕਰਦੇ, ਬੇਪਰਵਾਹ ਹੋ ਜਾਂਦੇ ਨੇ, ਖੁਸ਼ਾਮਦ ਨਹੀਂ ਕਰਦੇ ਹਨ ਕਿਸੇ ਦੇ। ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ, ਉਹ ਤਾਂ ਪਾਏ ਮਨੁੱਖਾਂ ਦੇ ਕੀ, ਉਹ ਤਾਂ ਸਾਰੀ 84 ਲੱਖ ਜੋਨ ਦੇ ਰਾਜੇ ਨੇ, ਸਾਰਿਆਂ ਤੇ ਹੁਕਮ ਚੱਲਦਾ ਹੈ। ਜਿਵੇਂ ਅਦਨ ਦਾ ਬਾਦਸ਼ਾਹ ਸੀ ਇੱਕ ਸਾਧ ਸਿੰਘ ਜੀ, ਉਹ ਫਕੀਰ ਹੋ ਗਿਆ ਪੁੱਤਰ ਨੂੰ ਰਾਜ ਦੇ ਕੇ। ਬਾਕੀ ਰਾਜਿਆਂ ਨੇ ਕਿਤੇ ਮਿਹਣਾ ਮਾਰਿਆ, ਲੱਭਦਾ ਲੱਭਦਾ ਜੰਗਲ ਚਲਿਆ ਗਿਆ, ਦਰਿਆ ਦੇ ਕਿਨਾਰੇ ਬੈਠੇ ਸੀ, ਗੋਦੜੀ ਸਿਉਂ ਰਿਹਾ ਅਦਨ ਬਾਦਸ਼ਾਹ। ਜਾ ਕੇ ਪੁੱਤਰ ਨੇ ਮੱਥਾ ਟੇਕਿਆ, ਕਹਿੰਦਾ ਪਿਤਾ ਜੀ ਘਰ ਚੱਲੋ। ਕਹਿੰਦੇ ਕਿਉਂ? ਕਹਿੰਦਾ ਲੋਕ ਮਿਹਣੇ ਮਾਰਦੇ ਨੇ ਵੀ ਆਪਣਾ ਬਾਪ ਘਰੋਂ ਕੱਢਤਾ। ਕਹਿੰਦਾ ਮੈਂ ਤਾਂ ਆਪ ਆਇਆ। ਕਹਿੰਦਾ ਜੀ ਲੋਕ ਨਹੀਂ ਮੰਨਦੇ, ਤੁਸੀਂ ਮਹਿਲਾਂ 'ਚ ਬੈਠ ਕੇ ਭਜਨ ਕਰ ਲਿਆ ਕਰੋ। ਤੇ ਇਸ ਕਰਕੇ ਕਹਿਣ ਲੱਗੇ ਨਹੀਂ ਪੁੱਤਰ ਮੈਂ ਹੁਣ ਵਾਪਸ ਤਾਂ ਨਹੀਂ ਜਾਊਂਗਾ, ਪਰ ਕਹਿੰਦੇ ਦੇਖੋ ਪਿਤਾ ਜੀ ਕੀ ਲੱਭ ਗਿਆ, ਫਟੀ ਹੋਈ ਗੋਦੜੀਆ ਤੁਹਾਡੇ ਕੋਲ, ਕੰਗਾਲ ਹੋਏ ਫਿਰਦੇ ਹੋ, ਕਿਤੇ ਸਿਰ ਦੇ ਉੱਤੇ ਤਾਜ ਸੀ ਤੁਹਾਡੇ। ਉਹ ਕਹਿੰਦੇ ਮੇਰੇ ਕੋਲ ਹੁਣ ਇਹੋ ਜਿਹਾ ਤਾਜ ਆ ਜਿਹੜਾ ਤੇਰੇ ਕੋਲ ਵੀ ਨਹੀਂ। ਕਹਿੰਦਾ ਜੀ ਇਹ ਕਿਵੇਂ? ਕਹਿੰਦਾ ਮੇਰਾ ਹੁਕਮ ਹੁਣ ਸਾਰਿਆਂ ਥਾਂ ਤੇ ਚੱਲਦਾ ਹੈ, ਮੈਂ ਸਰਬ ਦਾ ਰਾਜਾ ਹੋ ਗਿਆ। ਕਹਿੰਦਾ ਜੀ ਕਿਵੇਂ? ਮੈਂ ਕਿਵੇਂ ਮੰਨਾਂ? ਉਹ ਜਿਹੜੀ ਸੂਈ ਸੀ ਗੋਦੜੀ ਸੀ ਭਗਾ ਕੇ ਪਾਣੀ 'ਚ ਮਾਰੀ। ਕਹਿੰਦਾ ਆਪਣੀ ਫੌਜਾਂ ਨੂੰ ਕਹਿ ਕੱਢ ਕੇ ਦੇ ਦੇਵੇ। ਸਾਰੇ ਸਿਪਾਹੀ ਬੜੇ ਇੱਧਰ ਉੱਧਰ, ਕਿਤੇ ਨਾ ਮਿਲੀ। ਕਹਿੰਦੇ ਪਿਤਾ ਜੀ ਸੂਈ ਕੀ ਮੈਂ ਨਵੀਂ ਲਿਆ ਦੇਣਾ? ਕਹਿੰਦਾ ਇਹੋ ਹੀ ਲੈਣੀ ਹੈ। ਕਹਿੰਦੇ ਇਹ ਤਾਂ ਲੱਭਦੀ ਨਹੀਂ। ਕਹਿੰਦੇ ਬਸ ਤੇਰੀਆਂ ਫੌਜਾਂ ਦਾ ਇੰਨਾ ਹੀ ਬਲ ਸੀ, ਮੈਂ ਆਪਣੀਆਂ ਫੌਜਾਂ ਨੂੰ ਹੁਕਮ ਕਰਾਂ? ਕਹਿੰਦੇ ਕਰੋ। ਕਹਿੰਦੇ ਹੇ ਵਰਨ ਦੇਵਤਾ ਮੇਰੀ ਸੂਈ ਲੱਭ ਕੇ ਲਿਆ। ਵਰਨ ਦੇਵਤਾ ਮੱਛੀ ਦਾ ਰੂਪ ਧਾਰਨ ਕਰਕੇ ਸੂਈ ਲੱਭ ਕੇ ਮੂੰਹ 'ਚ ਫੜੀ ਐ ਸੰਤ ਕੰਨੀ ਕਰੇ, ਉਹਨੇ ਸੂਈ ਫੜ ਲਈ। ਕਹਿੰਦਾ ਦੇਖ ਲਿਆ ਪੁੱਤਰ ਮੈਂ ਸਾਰਿਆਂ ਦਾ ਰਾਜਾ, ਹੁਣ ਇਹ ਪਸ਼ੂ ਪੰਛੀ ਵੀ ਮੇਰੇ ਆਖੇ ਲੱਗਦੇ ਆ। ਜਿਵੇਂ ਸੰਤ ਸ਼ਮਸ਼ੇਰ ਸਿੰਘ ਜਿਹੜੇ ਸਾਧ ਸਿੰਘ ਜੀ ਗੁਰੂ ਸਰ, ਇਹ ਉਹਨਾਂ ਨੇ 6ਵੇਂ ਪਾਤਸ਼ਾਹ ਦਾ ਅਸਥਾਨ ਬਣਾਇਆ ਸਧਾਰ ਪਿੰਡ ਦੇ ਵਿੱਚ, ਬਾਹਰ ਹੈ ਸਥਾਨ। ਉਹਨਾਂ ਦੇ ਵੀ ਆਖੇ ਜਾਨਵਰ ਲੱਗਦੇ, ਲੋਕਾਂ ਨੇ ਦੇਖੇ ਨੇ, ਇਸ ਕਰਕੇ ਉਹ ਸਾਰਿਆਂ ਦੇ ਰਾਜੇ ਹੋ ਜਾਂਦੇ ਹਨ। ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ, ਜਿਹੜੇ ਪ੍ਰਭੂ ਨੂੰ ਸਿਮਰਦੇ ਉਹ ਸਰਬ ਸਾਰਿਆਂ ਦੇ ਰਾਜੇ ਹੋ ਗਏ, ਉਹਨਾਂ ਦਾ ਹੁਕਮ ਸਾਰਿਆਂ ਤੇ ਚੱਲਦਾ ਹੈ। ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ, ਜਿਹੜੇ ਪ੍ਰਭੂ ਨੂੰ ਸਿਮਰਦੇ ਆ ਯਾਦ ਕਰਦੇ ਆ ਉਹ ਸੁਖ ਦੇ ਵਿੱਚ ਇੱਥੇ ਵੀ ਵਸਦੇ, ਪਰਲੋਕ ਦੇ ਵਿੱਚ ਵੀ ਸੁਖਾਂ ਦਾ ਵਾਸਾ ਹੋਏਗਾ ਵਾਹਿਗੁਰੂ ਦੇ ਸਰੂਪ ਵਿੱਚ। ਪ੍ਰਭ ਕੋ ਸਿਮਰਹਿ ਸਦਾ ਅਬਨਾਸੀ, ਜਿਹੜੇ ਪ੍ਰਭੂ ਨੂੰ ਸਿਮਰਦੇ ਯਾਦ ਕਰਦੇ ਆ ਉਹ ਹਮੇਸ਼ਾ ਅਬਨਾਸੀ, ਨਾਸ ਤੋਂ ਰਹਿਤ ਹੋ ਜਾਂਦੇ ਨੇ। ਨਾਸ ਤੋਂ ਰਹਿਤ ਵਾਹਿਗੁਰੂ ਦਾ ਸਰੂਪ ਹੀ ਹੋ ਜਾਂਦੇ ਨੇ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਜਿਨ੍ਹਾਂ ਦੇ ਉੱਤੇ ਆਪ ਹੀ ਦਿਆਲੂ ਹੁੰਦਾ ਹੈ ਉਹ ਪਰਮੇਸ਼ਰ ਦੇ ਸਿਮਰਨ ਦੇ ਵਿੱਚ ਲੱਗ ਜਾਂਦੇ ਹਨ। ਇਹ ਵੀ ਪਰਮਾਤਮਾ ਦੀ ਦਿਆਲਤਾ ਸਮਝਣੀ ਜਿਹੜੇ ਸਿਮਰਨ 'ਚ ਲੱਗੇ ਆ। ਨਾਨਕ ਜਨ ਕੀ ਮੰਗੈ ਰਵਾਲਾ, ਰਵਾਲਾ ਨਾਮ ਧੂੜੀ ਦਾ ਹੁੰਦਾ। ਕਹਿੰਦੇ ਮੈਂ ਉਹਨਾਂ ਦੀ ਚਰਨਾਂ ਦੀ ਧੂੜੀ ਮੰਗਦਾ,
ਜਿਹੜੇ ਸਿਮਰਨ ਦੇ ਵਿੱਚ ਲੱਗ ਗਏ ਹਨ। ਨਾਨਕ ਜਨ ਕੀ ਮੰਗੈ ਰਵਾਲਾ। ਫਿਰ ਬੋਲੋ ਜੀ, ਸਿਮਰਨ ਤੇ ਲਾਗੇ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ। ਸਿਮਰਨ ਦੇ ਵਿੱਚ ਉਹ ਲੱਗੇ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਤੂੰ ਦਿਆਲੂ, ਦਇਆ ਦਾ ਆਲਾ ਘਰ, ਤੂੰ ਦਇਆ ਕਰਨ ਵਾਲਾ ਹੋਇਆ ਹੈ, ਉਹ ਐਸੇ ਸਿਮਰਨ ਦੇ ਵਿੱਚ ਲੱਗਦੇ ਨੇ। ਇਹ ਤੇਰੀ ਦਿਆਲਤਾ ਦੀ ਨਿਸ਼ਾਨੀ ਹੈ। ਨਾਨਕ ਜਨ ਕੀ ਮੰਗੈ ਰਵਾਲਾ। ਉਹਨਾਂ ਸਿਮਰਨ ਕਰਨ ਵਾਲਿਆਂ ਦੀ ਜਿਨ੍ਹਾਂ ਤੇ ਤੇਰੀ ਦਿਆਲਤਾ, ਮੈਂ ਉਹਨਾਂ ਦੇ ਚਰਨਾਂ ਦੀ ਧੂੜੀ, ਰਵਾਲਾ ਨਾਮ ਧੂੜੀ ਦਾ, ਮੈਂ ਧੂੜੀ ਮੰਗਦਾ ਹਾਂ। ਤੇ ਗੁਰੂ ਸਾਹਿਬ ਜੀ ਇਹ ਕਥਨ ਕਰਦੇ ਹਨ ਜੀ, ਨਾਨਕ ਜਨ ਕੀ ਮੰਗੈ ਰਵਾਲਾ। ਗੁਰੂ ਸਾਹਿਬ ਨੇ ਕਥਨ ਕੀਤਾ, ਮੈਂ ਉਹਨਾਂ ਦੇ ਚਰਨ ਧੂੜ ਮੰਗਦਾ ਹਾਂ। ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ। ਜੋ ਵਾਹਿਗੁਰੂ ਦਾ ਸਿਮਰਨ ਕਰਦੇ ਐ ਉਹ ਪਰਉਪਕਾਰ, ਦੂਸਰਿਆਂ ਦਾ ਭਲਾ ਕਰਦੇ, ਦੁਸ਼ਮਣ ਦਾ ਵੀ ਭਲਾ ਕਰਦੇ, ਹੋਰਾਂ ਦਾ ਤਾਂ ਕਰਨਾ ਹੀ ਹੈ। ਪ੍ਰਭ ਕੋ ਸਿਮਰਹਿ ਤਿਨ ਸਦ ਬਲਿਹਾਰੀ। ਜੋ ਵਾਹਿਗੁਰੂ ਦਾ ਸਿਮਰਨ ਕਰਦੇ ਹਮੇਸ਼ਾ ਹੀ ਬਲਿਹਾਰ ਕੁਰਬਾਨ ਜਾਈਏ ਜੀ। ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ। ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਯਾਦ ਕਰਦੇ, ਉਹਨਾਂ ਦੇ ਮੁਖ ਜਿਹੜੇ ਨੇ ਉਹ ਸੋਭਨੀਕ ਤੇ ਨਹੀਂ ਤਾਂ ਫਿਰ ਫਰੀਦਾ ਤਿਨਾ ਮੁਖ ਡਰਾਵਣੇ, ਐਵੇਂ ਕਿਹਾ ਜਿਨੀ ਵਿਸਾਰਿਓ ਨਾਮ ਜਿਹੜੇ ਜਪਣੇ ਨੂੰ ਕਬੀਰ ਸੋ ਮੁਖ ਧਨ ਹੈ। ਉਹ ਧਨਤਾ ਦੇ ਯੋਗ ਹਨ, ਉਹ ਨਿੰਦਤ ਹਨ ਜਿਹੜੇ ਨਾਮ ਨਹੀਂ ਜਪਦੇ। ਪ੍ਰਭ ਕੋ ਸਿਮਰਹਿ ਤਿਨ ਸੁਖ ਬਿਹਾਵੇ। ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਉਹਨਾਂ ਨੂੰ ਸਦਾ ਹੀ ਸੁਖ ਦੇ ਨਾਲ ਅਵਸਥਾ ਬਤੀਤ ਹੁੰਦੀ ਹੈ, ਅੰਦਰ ਬੇਚੈਨੀ ਨਹੀਂ ਰਹਿੰਦੀ, ਕੋਈ ਸ਼ਾਂਤ ਹੋ ਜਾਂਦਾ ਹਿਰਦਾ। ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ। ਜੋ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਉਹਨਾਂ ਨੇ ਆਪਣੇ ਆਤਮ ਨਾਮ, ਇੱਥੇ ਮਨ ਦਾ ਹੈ, ਮਨ ਨੂੰ ਜਿੱਤ ਲਿਆ ਹੈ। ਫਾਹੇ ਕਾਟੇ ਮਿਟੇਗਾ ਉਹਨੂੰ ਫਤਿਹ ਭਈ ਮਨ ਜੀਤ, ਉਹਨਾਂ ਨੇ ਜਿੱਤ ਲਿਆ ਮਨ ਨੂੰ। ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ। ਜਿਹੜੇ ਵਾਹਿਗੁਰੂ ਨੂੰ ਸਿਮਰਦੇ ਆ ਉਹਨਾਂ ਦੀ ਰੀਤਾ ਨਾਮ ਮਰਜ਼ਾਦਾ ਦਾ ਹੈ, ਉਹਨਾਂ ਦੀ ਮਰਜ਼ਾਦਾ ਨਿਰਮਲ ਉਜਲ ਹੋ ਗਏ। ਪ੍ਰਭ ਕੋ ਸਿਮਰਹਿ ਤਿਨ ਆਨੰਦ ਕਨੇਰੇ। ਜੋ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਉਹਨਾਂ ਨੂੰ ਕਨੇਰੇ ਬਹੁਤੇ ਆਨੰਦ ਸੁਖ ਪ੍ਰਾਪਤ ਹੁੰਦੇ ਹਨ। ਪ੍ਰਭ ਕੋ ਸਿਮਰਹਿ ਵਸਹਿ ਹਰ ਨੇਰੇ। ਜੋ ਵਾਹਿਗੁਰੂ ਦਾ ਸਿਮਰਨ ਕਰਦੇ ਆ, ਯਾਦ ਕਰਦੇ ਆ ਵਾਹਿਗੁਰੂ ਨੂੰ, ਉਹਨਾਂ ਦੇ ਹਰੀ ਪਰਮੇਸ਼ਰ ਵਾਹਿਗੁਰੂ ਜਿਹੜਾ ਨਾ ਹਰੀ ਪਰਮਾਤਮਾ ਉਹਨਾਂ ਦੇ ਨੇੜੇ ਬਸਦਾ ਹੈ, ਭਾਵ ਸਿਖਿਆਤਾਕਾਰ ਹੋ ਜਾਂਦਾ ਹੈ। ਸੰਤ ਕਿਰਪਾ ਤੇ ਅਨ ਦਿਨ ਜਾਗ। ਜਿਹੜੇ ਭਾਈ ਸੰਤ ਸਾਧੂਆਂ ਮਹਾਂਪੁਰਸ਼ਾਂ ਦੀ ਕਿਰਪਾ ਦ੍ਰਿਸ਼ਟੀ ਤੋਂ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਰਾਤ ਦਿਨ ਜਾਗ ਆਏ ਨੇ, ਭਾਵ ਸਿਮਰਨ ਕਰਦੇ ਨੇ। ਨਾਨਕ ਸਿਮਰਨ ਪੂਰੈ ਭਾਗ। ਉਹਨਾਂ ਦੇ ਤਾਂ ਪੂਰਨ ਵੱਡੇ ਭਾਗ ਨੇ, ਪੂਰਨ ਭਾਗ ਨੇ, ਅਧੂਰੇ ਨਹੀਂ। ਉਹ ਉਹਨਾਂ ਦੀ ਕਿਸਮਤ ਦੀ ਸ਼ਲਾਘਾ ਕੀਤੀ ਹੈ। ਜਿਹੜੇ ਭਜਨ ਸਿਮਰਨ ਕਰਦੇ ਨੇ, ਭਜਨ ਕਰਦੇ ਹਨ ਤੇ ਜਿਨ੍ਹਾਂ ਨੂੰ ਭਜਨ ਪ੍ਰਾਪਤ ਹੈ। ਨਾਨਕ ਸਿਮਰਨ ਪੂਰੈ ਭਾਗ। ਤੇ ਉਹ ਸਿਮਰਨ ਉਹ ਕਰਦੇ ਜਿਨ੍ਹਾਂ ਦੇ ਪੂਰੇ ਭਾਗ, ਵੱਡੇ ਭਾਗ ਨੇ, ਭਾਵ ਅਧੂਰੇ ਨਹੀਂ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਕਥਨ ਕੀਤਾ। ਮਹਾਰਾਜ ਸਾਹਿਬ ਕਹਿੰਦੇ ਆ ਉਹਨਾਂ ਦੇ ਵੱਡੇ ਭਾਗ ਨੇ, ਪੂਰੇ ਨੇ, ਅਧੂਰੇ ਨਹੀਂ, ਜਿਹੜੇ ਸਿਮਰਨ ਕਰਦੇ ਹਨ। ਪ੍ਰਭ ਕੈ ਸਿਮਰਨ ਕਾਰਜ ਪੂਰੇ। ਵਾਹਿਗੁਰੂ ਦਾ ਸਿਮਰਨ ਕਰਨ ਵਾਲਿਆਂ ਦੇ ਸਾਰੇ ਦੁਨਿਆਵੀ ਤੇ ਪਰਮਾਰਥੀ ਕੰਮ ਪੂਰੇ ਹੋ ਜਾਂਦੇ ਨੇ, ਅਧੂਰਾ ਨਹੀਂ ਰਹਿੰਦਾ ਕੋਈ। ਪ੍ਰਭ ਕੈ ਸਿਮਰਨ ਕਹੋ ਨਾ ਝੂਰੇ। ਜਿਹੜਾ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਉਹ ਜਿਵੇਂ ਕਈ ਕੰਮ ਵਿਗੜ ਜਵੇ, ਝੂਰਦਾ ਨਹੀਂ, ਬੰਦਾ ਪਛਤਾਵਾ ਕਰਦਾ ਹੈ, ਝੂਰਨਾ ਨਹੀਂ ਪੈਂਦਾ, ਲੋਕ ਪਰਲੋਈ ਸੁਖੀ ਰਹਿੰਦਾ ਹੈ ਜਿਹੜਾ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਪ੍ਰਭ ਕੈ ਸਿਮਰਨ ਹਰ ਗੁਣ ਬਾਨੀ। ਵਾਹਿਗੁਰੂ ਦਾ ਸਿਮਰਨ ਕਰਨ ਵਾਲਾ ਜਿਹੜਾ ਹਰ ਗੁਣ ਬਾਨੀ, ਬਾਨੀ ਨਹੀਂ ਕਹਿਣਾ, ਪਾਈ ਬਾਣੀ, ਜਿਹੜਾ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਉਹਨਾਂ ਦੀ ਬਾਣੀ, ਕਹੀਏ ਬਾਣੀ ਜਿਹੜੀ ਨਿਕਲਦੀ ਹੈ ਮੁਖੋਂ, ਉਹ ਤਾਂ ਭਾਈ ਫਿਰ ਪਰਮੇਸ਼ਰ ਦੇ ਗੁਣਾਂ ਦੀ ਭਰਪੂਰ ਹੈ, ਬ੍ਰਹਮ ਗਿਆਨ ਵਾਲੀ ਹੈ ਜੋ ਮੁਖ ਤੋਂ ਬਾਣੀ ਬੋਲਦੇ ਹਨ। ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਜਿਹੜਾ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਤੇ ਉਹ ਸਹਿਜ ਨਾਮ ਸੁਤੇ ਸਿੱਧ ਹੀ ਇਹ ਸੁੱਖਾਂ ਦੇ ਵਿੱਚ ਸਮਾ ਜਾਂਦਾ ਹੈ। ਉਹਨੂੰ ਸੁਤੇ ਸਿੱਧੀ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ, ਸਹਿਜ ਅਵਸਥਾ ਪ੍ਰਾਪਤ ਹੁੰਦੀ ਹੈ, ਉਹਦੇ ਸਮਾਉਂਦਾ ਹੈ। ਪ੍ਰਭ ਕੈ ਸਿਮਰਨ ਨਿਹਚਲ ਆਸਨ। ਵਾਹਿਗੁਰੂ ਦਾ ਸਿਮਰਨ ਕਰਨ ਵਿੱਚ ਅਚਲ ਆਸਨ ਪ੍ਰਾਪਤ ਹੋ ਜਾਂਦਾ ਹੈ, ਭਾਵ ਕਿ ਇਹ ਚਿੱਤ ਇਸਤਤ ਹੋ ਜਾਂਦਾ ਹੈ। ਪ੍ਰਭ ਕੈ ਸਿਮਰਨ ਕਮਲ ਬਿਗਾਸਨ। ਵਾਹਿਗੁਰੂ ਦਾ ਸਿਮਰਨ ਕਰਨ ਵਾਲਿਆਂ ਦੇ ਜਿਹੜਾ ਹਿਰਦਾ ਰੂਪੀ ਕੌਲ ਮੁੱਦਾ ਪਿਆ, ਜੋਗੀਆਂ ਨੇ ਜੋ ਮੰਨਿਆ, ਖਿੜ ਜਾਂਦਾ ਹੈ। ਕਰਨਾ, ਮੈਤਰੀ, ਮੋਤਾ, ਅਪੇਖਾ ਆਦਿ ਦੀਆਂ ਪੰਖੜੀਆਂ ਖਿੜ ਆਉਂਦੀਆਂ ਨੇ, ਪ੍ਰੀਤ ਰੂਪੀ ਖੁਸ਼ਬੂ ਨਿਕਲਦੀ ਹੈ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ। ਵਾਹਿਗੁਰੂ ਦਾ ਸਿਮਰਨ ਕਰਨ ਵਾਲਿਆਂ ਨੂੰ ਇੱਕ ਰਸ, ਅਨਹਦ ਦਾ ਅਰਥ ਇੱਕ ਰਸ, ਚੁਨਕਾਰ ਆਨੰਦ ਦੇ ਬਾਜੇ ਵੱਜਦੇ ਸੁਣਦੇ ਹਨ। ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਪ੍ਰਭੂ ਦੇ ਸਿਮਰਨ ਭਜਨ ਦਾ ਜੋ ਸੁਖ ਹੈ ਉਹਦਾ ਤਾਂ ਅੰਤ ਪਾਰ
ਪਰਲਾ ਕਿਨਾਰਾ ਨਹੀਂ ਪਾਇਆ ਜਾਂਦਾ, ਅੰਤ ਨਹੀਂ ਪਾਇਆ ਜਾਂਦਾ। ਕਿੰਨਾ ਸੁਖ ਹੈ। ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਇਆ, ਸੇ ਉਹ ਜਨ ਪੁਰਖ ਸਿਮਰਨ ਕਰਦੇ ਆ ਜਿਨ੍ਹਾਂ ਦੇ ਤੇ ਵਾਹਿਗੁਰੂ ਦੀ ਮਾਇਆ ਕਿਰਪਾ ਦ੍ਰਿਸ਼ਟੀ ਹੋ ਗਈ। ਨਾਨਕ ਤਿਨ ਜਨ ਸਰਣੀ ਪਿਆ, ਸਤਿਗੁਰੂ ਜੀ ਕਥਨ ਕਰਦੇ ਤਿੰਨ ਉਹਨਾਂ ਦੇ ਪੁਰਖਾਂ ਦੇ ਮੈਂ ਚਰਨੀ ਪੈਂਦਾ ਹਾਂ ਕਿ ਇਹ ਵਾਹਿਗੁਰੂ ਕਿਰਪਾ ਕਰਨ ਦੀ ਚਰਨ ਮਿਲ ਜਾਏ। ਨਾਨਕ ਤਿਨ ਜਨ ਸਰਣੀ ਪਿਆ, ਤੇ ਮਹਾਰਾਜ ਸਾਹਿਬ ਕਹਿੰਦੇ ਮੈਂ ਉਹਨਾਂ ਜਨਾਂ ਦੇ ਸਰਨੀ ਚਰਨਾਂ ਦੇ ਚ ਪਿਆ ਹਾਂ, ਪੈਣਾ ਕੀਤਾ ਹੈ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਵਾਹਿਗੁਰੂ ਦਾ ਸਿਮਰਨ ਕਰਕੇ ਭਜਨ ਕਰਕੇ ਦੁਨੀਆ ਦੇ ਚ ਭਗਤ ਪ੍ਰਗਟਾਏ ਦਾ ਅਰਥ ਪ੍ਰਸਿੱਧ ਹੋਏ ਨੇ। ਪਰਮੇਸ਼ਰ ਦਾ ਸਿਮਰਨ ਕਰਨ ਵਾਲੇ ਜਿਹੜੇ ਭਗਤ ਉਹ ਪ੍ਰਗਟ, ਮਹਾਰਾਜ ਸਾਹਿਬ ਨੇ ਪਰਮੇਸ਼ਰ ਦਾ ਸਿਮਰਨ ਹੋਰਾਂ ਨੂੰ ਵੀ ਕਰਨ ਵਾਸਤੇ ਵੀ ਹੋਰ ਵੀ ਕਰਨ ਭਗਤਾਂ ਨੂੰ ਪ੍ਰਗਟ ਕੀਤਾ ਹੈ। ਤੇ ਇਸ ਕਰਕੇ ਸਾਧ ਸੰਗਤ ਮੈਂ ਕਬੀਰ ਸਾਹਿਬ ਅੱਜ ਤੱਕ ਉਸ ਵੇਲੇ ਦੇ ਬਾਦਸ਼ਾਹ ਨੂੰ ਨਹੀਂ ਕੋਈ ਜਾਣਦਾ, ਰਵਿਦਾਸ ਦੇ ਵੇਲੇ ਦੇ ਬਾਦਸ਼ਾਹ ਨੂੰ ਨਹੀਂ ਕੋਈ ਜਾਣਦਾ, ਨਾਮਦੇਵ ਦੇ ਬਾਦਸ਼ਾਹ ਨੂੰ ਕੋਈ ਜਾਣਦਾ, ਇਹਨਾਂ ਭਗਤਾਂ ਨੂੰ ਸਾਰੇ ਜਾਣਦੇ ਆ। ਇਹ ਭਗਤ ਪ੍ਰਗਟ ਪ੍ਰਸਿੱਧ ਹੋਏ, ਧਰੂਮ ਪ੍ਰਹਲਾਦ ਵਰਗੇ ਸਤਯੁਗ ਦੇ ਵਿੱਚ ਹੋਏ। ਹਰ ਸਿਮਰਨ ਲਗ ਵੇਦ ਉਪਾਏ, ਵਾਹਿਗੁਰੂ ਦਾ ਸਿਮਰਨ ਵਿੱਚ ਲੱਗ ਕਰਕੇ ਬਰਮਾ ਨੇ ਵੇਦਾਂ ਨੂੰ ਉਪਾਏ ਪ੍ਰਗਟ ਕੀਤਾ, ਇਹਨਾਂ ਦਾ ਪ੍ਰਚਾਰ ਕੀਤਾ। ਬਰਮਾ ਦੇ ਅੰਦਰ ਪਹਿਲਾਂ ਕੋਈ ਸ਼ਕਤੀ ਨਹੀਂ ਸੀ, ਨਾਭੀ ਚੋਂ ਪੈਦਾ ਹੋਇਆ, ਵਾਸਦੇਵ ਦਾ ਜਾਪ ਕੀਤਾ, ਫਿਰ ਉਹਨੂੰ ਸਾਧ ਸਿੰਘ ਜੀ ਚਾਰੇ ਵੇਦ ਬ੍ਰਹਮਾ ਕੋ ਦੀਏ ਤੇ ਪੜ ਕਰੇ ਵਿਚਾਰੇ, ਬਰਮੇ ਦਿੱਤੇ ਵੇਦ ਪੂਜਾ ਲਾਇਆ, ਫਿਰ ਵਾਹਿਗੁਰੂ ਨੇ ਦਿੱਤੇ। ਇਹ ਵੀ ਸਿਮਰਨ ਦੀ ਬਰਕਤ ਦੇ ਨਾਲ ਹੀ ਇਹ ਵੇਦਾਂ ਨੂੰ ਪੈਦਾ ਕਰਕੇ ਪਰਮੇਸ਼ਰ ਨੇ ਬ੍ਰਹਮਾ ਨੂੰ ਦਿੱਤਾ ਸੀ। ਹਰ ਸਿਮਰਨ ਪਏ ਸਿੱਧ ਜਤੀ ਦਾਤੇ, ਵਾਹਿਗੁਰੂ ਦਾ ਸਿਮਰਨ ਕਰਕੇ ਸਿੱਧੀਆਂ ਪ੍ਰਾਪਤ ਹੋਈਆਂ, ਸਿੱਧ ਪੁਰਸ਼ ਹੋਏ, ਜੋਗੀ ਲੋਕ ਜਤੀ ਸਤੀ ਹੋਏ ਸਿਮਰਨ ਦੇ ਆਸਰੇ। ਤੇ ਇਸ ਕਰਕੇ ਦਾਤੇ ਦਾਨ ਦੇਣ ਵਾਲੇ ਦਾਤੇ ਵੀ ਪੈਦਾ ਹੋਏ, ਭਾਵ ਨਾਮ ਦਾ ਦਾਨ ਦੇਣ ਵਾਲੇ ਪੈਦਾ ਹੋ ਗਏ, ਸ਼ਕਤੀਆਂ ਦੇ ਮਾਲਕ ਹੋ ਗਏ, ਦਾਤਾਂ ਦੇਣ ਵਾਲੇ ਹੋ ਗਏ। ਜਿਨ੍ਹਾਂ ਦੇ ਕੁਸਾਸ ਸਿੰਘ ਜੀ ਸੰਤਾਨ ਨਹੀਂ ਸੀ, ਸੰਤਾਨਹੀਣ ਸੰਤਾਨ ਹੋਈ, ਉਹਨਾਂ ਦੇ ਬਚਨ ਨਾਲ ਗਰੀਬੀਆਂ ਦੂਰ ਹੋਈਆਂ। ਹਰ ਸਿਮਰਨ ਨੀਚ ਚਾਹੋ ਕੁੰਟ ਜਾਤੇ, ਵਾਹਿਗੁਰੂ ਦਾ ਸਿਮਰਨ ਕਰਕੇ ਨੀਚ ਨੀਵੇਂ ਜਾਤੀ ਵਾਲੇ ਸੀ ਜਿਹੜੇ, ਉਹ ਚਾਰੇ ਕੁੰਟਾ ਜੀ ਪੂਰਬ ਪੱਛਮ ਉੱਤਰ ਦੱਖਣ ਦੇ ਪ੍ਰਗਟ ਹੋ ਗਏ ਹਨ। ਜੈਸਾ ਕਿ ਨੀਚ ਜਾਤ ਹਰ ਜਪਤਿਆਂ ਉਤਮ ਪਦਵੀ ਪਾਏ, ਪੁੱਛੋ ਬੇਦਰਦਾਸੀ ਸੁਤੈ ਕਿਸ ਨੂੰ ਉਤਰਿਆ ਘਰ ਜਿਸ ਜਾਏ। ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਕ ਇੱਕ ਗਾਏ, ਪਤਤ ਜਾਤ ਉਤਮ ਭਇਆ ਚਾਰ ਵਰਨ ਪਏ ਪਗ ਆਏ। ਇਹ ਨਾਮ ਦਾ ਪ੍ਰਤਾਪ ਹੈ। ਹਰ ਸਿਮਰਨ ਧਾਰੀ ਸਭ ਧਰਨਾ, ਹਰੀ ਪਰਮੇਸ਼ਰ ਦੇ ਸਿਮਰਨ ਕਰਨ ਦੇ ਨਾਲ ਮਹਾਰਾਜ ਕਹਿੰਦੇ ਵਾਹਿਗੁਰੂ ਦਾ ਸਿਮਰਨ ਕਰੋ ਜਿਸ ਨੇ ਸਭ ਸਾਰੀ ਧਰਨਾ ਧਰਤੀ ਆਪਣੇ ਆਸਰੇ ਧਾਰੀ ਕਾਇਮ ਕੀਤੀ ਹੋਈ ਹੈ। ਪ੍ਰਭੂ ਦੇ ਸਿਮਰਨ ਦੀ ਸ਼ਕਤੀ ਕਰਕੇ ਸਭ ਸਾਰੀ ਧਰਨਾ ਧਰਤੀ ਆਪਣੇ ਧਰਮ ਰੂਪੀ ਸਿਰ ਦੇ ਉੱਤੇ ਫੁੱਲ ਵਾਂਗੂ ਸ਼ੇਸ਼ ਨਾਗ ਨੇ ਅਖੇ ਚੱਕੀ ਹੈ। ਸਿਮਰ ਸਿਮਰ ਹਰ ਕਾਰਨ ਕਰਨਾ, ਜੋ ਵਾਹਿਗੁਰੂ ਦਾ ਸਿਮਰਨ ਦਾ ਕਾਰਜ ਕਰਦੇ ਹੈ, ਸਾਧਨ ਕਰਨਾ ਕਰਦੇ ਹੈ, ਉਹਨੂੰ ਸਿਮਰ ਸਿਮਰ ਕੇ ਹਰ ਸਿਮਰਨ ਕੀਓ ਸਗਲ ਆਕਾਰਾ, ਤੇ ਸਿਮਰ ਸਿਮਰ ਹਰ ਕਾਰਨ ਕਰਨਾ। ਇਹ ਬੋਲੋ ਦੁਬਾਰੇ, ਸਿਮਰ ਸਿਮਰ ਹਰ ਕਾਰਨ ਕਰਨਾ। ਜੋ ਹਰੀ ਵਾਹਿਗੁਰੂ ਦਾ ਸਭ ਕਾਰਨ ਕਾਰਜਾਂ ਦੇ ਕਰਨ ਵਾਲਾ ਸਿਮਰਨ ਕਰਦੇ ਹੈ, ਸਿਮਰ ਸਿਮਰ ਕੇ ਜਾਂ ਫਿਰ ਉਹਨੂੰ ਸਿਮਰਨ ਕਰੋ ਮਨ ਬਾਣੀ ਸਰੀਰ ਕਰਕੇ, ਜੋ ਸਾਰੇ ਕਾਰਜਾਂ ਦੇ ਕਰਨ ਵਾਲਾ ਹੈ। ਉਹ ਹਰੀ ਵਾਹਿਗੁਰੂ ਸਿਮਰਨ ਨੂੰ ਸਿਮਰ ਕੇ ਫਿਰ ਕੋਈ ਵਿਘਨ ਨਹੀਂ ਵਿਆਪੇਗਾ। ਹਰ ਸਿਮਰਨ ਕੀਓ ਸਗਲ ਆਕਾਰਾ, ਹਰੀ ਵਾਹਿਗੁਰੂ ਦੇ ਸਿਮਰਨ ਵਾਸਤੇ ਸਗਲ ਸਾਰਾ ਆਕਾਰ ਬਣਾਉਣਾ ਕੀਤਾ ਹੈ, ਸਿਮਰਨ ਵਾਸਤੇ ਪੈਦਾ ਕੀਤਾ ਹੈ। ਜੇਤਾ ਕੀਤਾ ਤੇਤਾ ਨਾਉ, ਹਰੀ ਦੇ ਸਿਮਰਨ ਕਰਾਉਣ ਵਾਸਤੇ ਸਗਲ ਸਾਰਿਆਂ ਆਕਾਰਾਂ ਸਰੀਰਾਂ ਨੂੰ ਬਣਾਉਣਾ ਕੀਤਾ ਹੈ। ਹਰ ਸਿਮਰਨ ਮਹਿ ਆਪ ਨਿਰੰਕਾਰ, ਹਰੀ ਵਾਹਿਗੁਰੂ ਦੇ ਸਿਮਰਨ ਦੇ ਮਹਿ ਕੀਏ ਵਿੱਚ ਨਾਮ ਸਿਮਰਨ ਕਰਨ ਵਾਲੇ ਦੇ ਹਿਰਦੇ ਦੇ ਵਿੱਚ ਨਿਰੰਕਾਰ ਜਿਹੜਾ ਨਿਰਆਕਾਰ ਵਾਹਿਗੁਰੂ ਨਿਰੰਕਾਰਾ, ਉਹ ਨਿਰਆਕਾਰ ਪਰਮੇਸ਼ਰ ਆ ਕੇ ਬਸ ਜਾਂਦਾ, ਸਾਖਸ਼ਾਤ ਹੋ ਜਾਂਦਾ। ਕਰ ਕਿਰਪਾ ਜਿਸ ਆਪ ਬੁਝਾਇਆ, ਕਿਰਪਾ ਕਰਕੇ ਜਿਨ੍ਹਾਂ ਨੂੰ ਆਪਣਾ ਨਾਮ ਜਣਾ ਦਿੱਤਾ ਹੈ, ਜਿਨ੍ਹਾਂ ਨੂੰ ਆਪਣਾ ਆਪ ਬੁਝਾ ਸਮਝਾ ਦਿੱਤਾ ਹੈ ਸਤਿਗੁਰਾਂ ਨੇ। ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਮਾਪਤੀ ਕਰਦੇ ਹੈ। ਸਤਿਗੁਰੂ ਜੀ ਕਥਨ ਕਰਦੇ ਨੇ ਤਿੰਨ ਉਹਨਾਂ ਗੁਰਮੁਖਾਂ ਨੇ ਹੀ ਮੁਖੀ ਗੁਰੂ ਸਾਹਿਬ ਦੁਆਰਾ ਹਰੀ ਪਰਮੇਸ਼ਰ ਦੇ ਵਾਹਿਗੁਰੂ ਦੇ ਸਿਮਰਨ ਨੂੰ ਪਾਉਣਾ ਕੀਤਾ। ਇਹ ਪਹਿਲੀ ਅਸ਼ਟਪਦੀ ਇੱਥੇ ਰਹਾਉ ਪਦ ਦੇ ਜਿਹੜੇ ਸਾਸੀ ਤਿੰਨ ਅੱਖਰ ਉਹਨਾਂ ਦੇ ਸਮੇਤ, ਰਹਾਉ ਵਾਲੀਆਂ ਪੰਕਤੀਆਂ ਸਮੇਤ ਇਹਦੇ ਜਿਹੜੇ ਅੱਖਰ ਨੇ ਪੂਰੇ ਅੱਖਰ, ਉਹ 1134 ਅੱਖਰਾਂ ਦੇ ਵਿੱਚ ਮਹਾਰਾਜ ਨੇ ਬ੍ਰਹਮ ਗਿਆਨ ਕਥਨ ਕੀਤਾ। ਪੈਰਾਂ ਵਾਲੇ ਜਿਹੜੇ ਰਾਰੇ ਨੇ ਇਹ 61 ਨੇ, ਅੱਧੇ ਅੱਖਰ ਜਿਹੜੇ ਨੇ ਅੱਧੇ ਇਹ 2 ਹਨ,
ਇਹ ਕੁੱਲ ਅੱਖਰ 1197 ਹੋਏ। ਇਹ ਇੱਕ ਗੱਲ ਸਮਝਣ ਵਾਲੀ ਹੈ, ਜਿੰਨੀਆਂ ਵੀ ਅਸ਼ਟਪਦੀਆਂ ਆਉਣਗੀਆਂ ਉਹਨਾਂ ਦੇ ਵਿੱਚ ਸ਼ਲੋਕ ਵਾਲੇ 3 ਅੱਖਰ ਤੇ 5 ਅੱਖਰ ਅਸ਼ਟਪਦੀ ਵਾਲੇ, ਇਹਨਾਂ ਅੱਖਰਾਂ ਦੇ ਸਮੇਤ ਇਹ ਗਿਣਤੀ ਹੁੰਦੀ ਜਾਏਗੀ। ਦੁਬਾਰੇ ਦੱਸਣ ਦੀ ਲੋੜ ਨਾ ਪਵੇ। ਹੁਣ ਇੱਥੇ ਸਮਾਪਤੀ ਹੋਈ ਹੈ। ਸੁਖਮਨੀ ਸਾਹਿਬ ਦੀ ਆਰੰਭਤਾ ਹੋਈ ਸੀ, ਜਿਸ ਕਰਕੇ ਅੱਜ ਸਮਾਂ ਸਾਧ ਸਿੰਘ ਜੀ ਖਿਮਾ ਕਰਨਾ ਉੱਤੇ ਹੋ ਗਿਆ, ਪਰ ਇਹ ਵਸ ਤੋਂ ਬਾਹਰ ਹੈ ਵੀ ਆਪਾਂ ਛੱਡ ਨਹੀਂ ਸਕਦੇ। ਅਸ਼ਟਪਦੀ ਨੂੰ ਵਿਚਾਲੇ ਨਹੀਂ ਸੀ ਛੱਡਿਆ ਜਾ ਸਕਦਾ, ਇਸ ਕਰਕੇ ਕੁਝ ਮਿੰਟ ਅੱਗੇ ਹੋਏ ਨੇ। ਸਰੋਤੇ ਜਨ ਖਿਆਲ ਨਾ ਕਰਨ, ਅੱਗੇ ਤੋਂ ਸਾਧ ਸਿੰਘ ਸਮੇਂ ਦਾ ਖਿਆਲ ਹੀ ਰੱਖਿਆ ਜਾਏਗਾ। ਸਮੇਂ ਅਨੁਸਾਰ ਸਮਾਪਤੀ ਹੋ ਜਾਂਦੀ, ਪਰ ਕਿਤੇ ਕਿਤੇ ਐਸਾ ਹੁੰਦਾ ਹੈ। ਹੁਣ ਸੁਖਮਨੀ ਸਾਹਿਬ ਦੀਆਂ ਜਿਹੜੀਆਂ ਮੋਢੀਆਂ ਗੱਲਾਂ ਕਿਵੇਂ ਛੱਡ ਦਿੰਦੇ ਆਪਾਂ, ਅਰਥ ਕਿਵੇਂ ਛੱਡਦੇ, ਇਸ ਕਰਕੇ ਗੁਰੂ ਕਿਰਪਾ ਕਰੇ। ਆਓ ਇੱਥੇ ਹੀ ਸਮਾਪਤੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।